ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਪੰਜਾਬੀ ਦੀ ਕਲਾਸ ਦੇ ਵਿੱਚ। ਤੇ ਲਓ ਜੀ, ਆਹ ਜਿਹੜੀ ਕਲਾਸ ਦਾ ਇੰਤਜ਼ਾਰ ਤੁਹਾਨੂੰ ਬਹੁਤ ਹੋਊਗਾ। ਪੰਜਾਬੀ ਭਾਸ਼ਾ ਅਧਿਆਪਨ ਦੀਆਂ ਵਿਧੀਆਂ, ਉਹ ਜਿਵੇਂ ਕਹਿੰਦਾ ਹੁੰਦਾ ਨਾ ਗਾਣੇ ਦੇ ਵਿੱਚ ਵੀ, ਦੇਖੋ ਉਹ ਆ ਗਿਆ, ਦੇਖੋ ਉਹ ਆ ਗਿਆ, ਕੌਣ ਆ ਗਿਆ, ਵਿਧੀਆਂ ਵਾਲਾ ਪਾਠ ਆ ਗਿਆ। ਸੋ ਦੇਖਦੇ ਹਾਂ ਜੀ। ਦੇਖੋ, ਸਭ ਤੋਂ ਪਹਿਲੀ ਗੱਲ ਕੀ ਹੈ, ਪੰਜਾਬੀ ਭਾਸ਼ਾ ਅਧਿਆਪਨ ਦੀਆਂ ਜਿਹੜੀਆਂ ਵਿਧੀਆਂ ਹੈ ਵੀ, ਜਿਹੜੀਆਂ ਮਤਲਬ ਆ ਤੁਹਾਡੇ ਸਾਹਮਣੇ ਲਿਸਟ ਲੱਗੀ ਹੈ ਨਾ ਵਿਧੀਆਂ ਵਾਲੀ, ਇਹ ਹਰ ਭਾਸ਼ਾ ਦੇ ਉੱਪਰ ਲਾਗੂ ਹੁੰਦੀਆਂ ਜੀ। ਤੁਸੀਂ ਇਹਨਾਂ ਨੂੰ ਹਿੰਦੀ ਦੇ ਵਿੱਚ ਵੀ ਪੜ੍ਹਦੇ ਹੋ, ਇੰਗਲਿਸ਼ ਦੇ ਵਿੱਚ ਵੀ ਪੜ੍ਹਦੇ ਹੋ, ਜੇ ਤੁਸੀਂ ਉਰਦੂ ਰੱਖੀ ਹੈ ਤਾਂ ਉਹਦੇ ਵਿੱਚ ਵੀ ਤੁਹਾਨੂੰ ਪੜ੍ਹਨੀਆਂ ਪੈਣਗੀਆਂ ਇਹ। ਸੋ ਪੰਜਾਬੀ ਜਿਹਨੇ ਰੱਖੀ ਹੈ ਤਾਂ ਫਿਰ ਉਹਨੇ ਵਿਚਾਰੇ ਨੇ ਆ ਪੜ੍ਹਨੀਆਂ ਪੰਜਾਬੀ ਭਾਸ਼ਾ ਦੇ ਵਿੱਚ। ਦੇਖੋ, ਫਰਕ ਕੋਈ ਨਹੀਂ ਹੈ ਇਹਨਾਂ ਦੇ ਵਿੱਚ, ਬਸ ਥੋੜ੍ਹਾ ਬਹੁਤਾ ਸ਼ਬਦਾਵਲੀ ਦੇ ਵਿੱਚ ਫਰਕ ਪੈ ਜਾਂਦਾ ਹੈ ਜੀ। ਬਾਕੀ ਆਪਾਂ ਕੰਸੈਪਟ ਕਲੀਅਰ ਕਰਨੇ ਆ ਇਹਨਾਂ ਦੇ। ਮੇਨ ਗੱਲ ਹੈ ਜਿਹੜੀ ਉਹ ਕਲੀਅਰ ਕਰਾਂਗੇ ਆਪਾਂ ਇਹਦੇ ਵਿੱਚ। ਜਿਹੜੀ ਅੱਜ ਦੀ ਸਿੱਖਿਆ ਨਾ ਜੀ, ਉਹ ਜੀ ਪੂਰੀ ਮਨੋਵਿਗਿਆਨਿਕ ਤੱਥਾਂ ਦੇ ਆਧਾਰ 'ਤੇ ਹੋ ਗਈ, ਬਾਲ ਕੇਂਦਰਿਤ ਹੋ ਗਈ। ਮਨੋਵਿਗਿਆਨਿਕ ਆਧਾਰ ਹੋਣ ਕਰਕੇ ਮਨੋਵਿਗਿਆਨ ਕਹਿੰਦਾ ਵੀ ਬੱਚੇ ਦੀਆਂ ਲੋੜਾਂ ਨੂੰ, ਰੁਚੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਪੜ੍ਹਾਉਣਾ ਹੈ ਬੱਚੇ ਨੂੰ। ਸੋ ਬੱਚੇ ਦੀਆਂ ਲੋੜਾਂ, ਰੁਚੀਆਂ ਦੇ ਅਨੁਸਾਰ ਕੁਝ ਵਿਧੀਆਂ ਦਾ ਨਿਰਮਾਣ ਕੀਤਾ ਗਿਆ ਜੀ। ਬੱਚੇ ਨੂੰ ਵੱਧ ਤੋਂ ਵੱਧ ਜਮਾਤ ਦੇ ਵਿੱਚ ਐਕਟਿਵ ਰੱਖਣਾ, ਕਿਰਿਆਸ਼ੀਲ ਰੱਖਣਾ, ਇਹ ਤੁਹਾਡਾ ਕੰਮ ਹੈ। ਉਹਦੇ ਵਾਸਤੇ ਕੁਝ ਵਿਧੀਆਂ ਦਾ ਨਿਰਮਾਣ ਕੀਤਾ ਗਿਆ ਹੈ ਜੀ। ਅੱਜ ਦੀ ਸਿੱਖਿਆ ਜਿਹੜੀ, ਉਸ ਨੂੰ ਵਿਵਹਾਰਿਕ ਸਮਾਜ ਦੇ ਨਾਲ ਜੋੜਿਆ ਗਿਆ ਹੈ, ਵਿਵਹਾਰਿਕ ਜੀਵਨ ਦੇ ਨਾਲ ਜੋੜਿਆ ਗਿਆ ਵੀ ਜਿਹੜੀ ਸਿੱਖਿਆ ਜੋ ਬੱਚਾ ਪ੍ਰਾਪਤ ਕਰੇ ਸਕੂਲ ਦੇ ਵਿੱਚ, ਉਹ ਸਿੱਖਿਆ ਬੱਚੇ ਦੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਕੰਮ ਆਵੇ। ਉਹਨੂੰ ਕਿਹਾ ਜਾਂਦਾ ਜੀਵਨ ਦੇ ਨਾਲ ਇੱਕ ਸੁਰਤਾ ਕਰਨੀ। ਆਪਾਂ ਉਹ ਸਿਧਾਂਤ ਵੀ ਪੜ੍ਹਿਆ ਸੀ ਇੱਕ। ਸੋ ਉਸ ਤੋਂ ਬਾਅਦ ਜਿਵੇਂ ਕਿ ਸਮਾਜਿਕ ਕਾਰਜਾਂ ਦੇ ਉੱਪਰ ਸਾਡੀ ਸਿੱਖਿਆ ਦੇ ਅੱਜ ਦੇ ਉੱਪਰ ਬਹੁਤ ਜ਼ੋਰ ਦਿੱਤਾ ਜਾਂਦਾ, ਸਮਾਜਿਕ ਕੰਮਾਂ ਦੇ ਉੱਪਰ। ਕਿਉਂਕਿ ਦੇਖੋ ਜੀ, ਮਾਤ ਭਾਸ਼ਾ ਹੀ ਇੱਕ ਇਹੋ ਜਿਹੀ ਚੀਜ਼ ਹੈ, ਇਹੋ ਜਿਹੀ ਵਸਤੂ ਹੈ ਜਿਹਨੂੰ ਪ੍ਰਾਪਤ ਕਰਕੇ ਬੱਚਾ ਸਮਾਜ ਦੇ ਨਾਲ ਆਪਣਾ ਸੰਬੰਧ ਜੋੜਦਾ ਹੈ। ਸਮਾਜ ਦੇ ਵਿੱਚ ਪ੍ਰਵੇਸ਼ ਕਰਨ ਦਾ ਦੁਆਰ ਹੈ ਜਿਹੜਾ, ਉਹ ਹੈਗੀ ਹੈ ਬੱਚੇ ਦੀ ਮਾਤ ਭਾਸ਼ਾ। ਬੱਚੇ ਨੇ ਸਮਾਜ ਦੇ ਵਿੱਚ ਰਹਿਣਾ, ਸਮਾਜ ਦੇ ਨਿਯਮ ਫੋਲੋ ਕਰਨੇ ਆ, ਸਮਾਜ ਦੇ ਵਿੱਚ ਬਹੁਤ ਸਾਰੇ ਰੀਤੀ ਰਿਵਾਜ ਨੇ, ਦਿਨ ਤਿਉਹਾਰ ਨੇ, ਉਹਨੇ ਮਨਾਉਣੇ ਨੇ। ਉਸ ਦਿਨ ਤਿਉਹਾਰਾਂ ਨੂੰ, ਉਸ ਰੀਤੀ ਰਿਵਾਜਾਂ ਨੂੰ ਸਾਡੀ ਉਸ ਬੱਚੇ ਦੀ ਸਿੱਖਿਆ ਦੇ ਨਾਲ ਜੋੜ ਦੇਣਾ, ਉਹਨੂੰ ਕਿਹਾ ਜਾਂਦਾ ਹੈ ਸਮਾਜ ਦੇ ਨਾਲ ਸਿੱਖਿਆ ਦਾ ਸੰਬੰਧ ਸਥਾਪਿਤ ਕਰਨਾ। ਦੇਖੋ ਜੀ, ਹੁਣ ਜਿਹੜੀਆਂ ਕੁਝ ਕੁ ਵਿਧੀਆਂ ਮੇਨ ਸਭ ਤੋਂ ਵੱਡੀ ਗੱਲ ਹੈ ਵੀ ਤੁਸੀਂ ਇਹਨਾਂ ਵਿਧੀਆਂ ਦੇ ਉੱਪਰ ਡੀਪ ਜਾਣ ਦੀ ਕੋਸ਼ਿਸ਼ ਨਹੀਂ ਕਰਨੀ। ਕੰਮ ਦੀ ਗੱਲ ਸਿਰਫ ਪੜ੍ਹਨੀ ਹੈ। ਐਗਜ਼ਾਮ ਦੇ ਵਿੱਚ ਤੁਸੀਂ ਵੇਖ ਲਓ, ਅੱਜ ਤੱਕ ਦੇ ਪੇਪਰ ਚੱਕ ਕੇ ਰੀਟ ਵਾਲੇ, ਉਹਨਾਂ ਦੇ ਵਿੱਚ ਜਦੋਂ ਵੀ ਵਿਧੀਆਂ ਦੇ ਵਿੱਚੋਂ ਪ੍ਰਸ਼ਨ ਪੁੱਛਿਆ ਗਿਆ ਹੈ, ਬਹੁਤ ਹੀ ਬੇਸਿਕ ਜਿਹਾ ਪ੍ਰਸ਼ਨ ਪੁੱਛਿਆ ਗਿਆ ਹੈ, ਅਤੇ ਅੱਗੇ ਆਉਣ ਵਾਲੇ ਪੇਪਰ ਦੇ ਵਿੱਚ ਵੀ ਬੇਸਿਕ ਜਿਹਾ ਹੀ ਪ੍ਰਸ਼ਨ ਪੁੱਛਣਾ ਉਹਨੇ। ਸੋ ਦੇਖ ਲਓ ਜੀ, ਸਭ ਤੋਂ ਪਹਿਲੀ ਵਿਧੀ ਆਪਾਂ ਮਾਂਟੇਸਰੀ ਵਿਧੀ ਦੇ ਗੱਲ ਬਾਰੇ ਪੜ੍ਹਾਂਗੇ ਜੀ। ਮੇਰੀਆ ਮਾਂਟੇਸਰੀ ਹੈ ਜੀ ਇਹਦਾ ਨਾਮ। ਕਿਹਦੀ ਮਾਂਟੇਸਰੀ? ਮੇਰੀਆ ਮਾਂਟੇਸਰੀ। ਉਸ ਤੋਂ ਬਾਅਦ ਹੈ ਜੀ ਕਿੰਡਰਗਾਰਟਨ ਵਿਧੀ, ਜਿਹੜੀ ਫਰੋਬਲ ਵਾਲੀ ਆ, ਉਹਦੇ ਬਾਰੇ ਪੜ੍ਹਨਾ ਹੈ। ਪ੍ਰਾਜੈਕਟ ਵਿਧੀ ਜਾਂ ਯੋਜਨਾ ਵਿਧੀ ਵੀ ਕਹਿ ਦਿੰਦੇ ਆ ਜਿਹਨੂੰ, ਜਿਹਦੀ ਯੋਜਨਾ ਤਾਂ ਵਿਚਾਰੇ ਲਾਰਡ ਡਿਊ ਨੇ ਬਣਾਈ ਸੀ, ਅਤੇ ਮਤਲਬ ਕਿ ਇਹਦਾ ਪ੍ਰਤੀਪਾਦਨ ਹੈ ਜਿਹੜਾ ਉਹ ਕਿਲਪੈਟਰਿਕ ਨੇ ਕੀਤਾ। ਕਹਿਣ ਦਾ ਮਤਲਬ ਕੀ ਹੈ ਵੀ ਸਾਰੀ ਰਾਤ ਜਾ ਕੇ ਆਪ ਵਿਚਾਰੇ ਨੇ ਦਹੀਂ ਜਮਾਇਆ ਅਤੇ ਲੱਸੀ ਕੋਈ ਹੋਰ ਪੀ ਗਿਆ, ਐਵੇਂ ਹੋਇਆ ਗੱਲ। ਉਸ ਤੋਂ ਬਾਅਦ ਹੈ ਜੀ ਸਮਵਾਏ ਵਿਧੀ ਦੀ ਆਪਾਂ ਗੱਲ ਕਰਾਂਗੇ। ਸਮਵਾਏ ਦਾ ਮਤਲਬ ਕਿਵੇਂ ਹੈ ਸਮਾਜ ਦੇ ਨਾਲ? ਸਮਵਾਏ ਦਾ ਮਤਲਬ ਹੈ ਸੰਬੰਧ ਸਥਾਪਿਤ ਕਰਨਾ, ਜੋੜਨਾ। ਆਪਾਂ ਜਿਹੜੀ ਵਿੱਦਿਆ ਬੱਚੇ ਨੂੰ ਪੜ੍ਹਾਉਣੀ ਹੈ, ਜੋ ਬੱਚੇ ਨੂੰ ਗਿਆਨ ਦੇਣਾ ਹੈ, ਉਸ ਨੂੰ ਕਿਹੜੀਆਂ ਚੀਜ਼ਾਂ ਦੇ ਨਾਲ ਜੋੜਨਾ, ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਜੀ। ਖੇਡ ਵਿਧੀ ਹੈ ਜਿਹੜੀ ਕਾਲਡਵੇਲਡ ਕੁੱਕ ਦੀ ਹੈ ਜੀ। ਉਸ ਤੋਂ ਬਾਅਦ ਪ੍ਰਤੱਖ ਭਾਸ਼ਾ ਵਿਧੀ ਹੈ, ਅਪ੍ਰਤੱਖ ਭਾਸ਼ਾ ਵਿਧੀ ਹੈ, ਅਤੇ ਸੰਰਚਨਾਤਮਕ ਵਿਧੀ ਹੈ ਜੀ। ਇੱਕ ਹੋਰ ਵਿਧੀ ਵੀ ਹੈ ਜੀ, ਭਾਸ਼ਾ ਪ੍ਰਯੋਗਸ਼ਾਲਾ ਵਿਧੀ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਜੀ ਮਾਂਟੇਸਰੀ ਵਿਧੀ ਬਾਰੇ। ਦੇਖੋ ਜੀ, ਪਹਿਲੀ ਆਪਣੀ ਵਿਧੀ ਹੈ ਮਾਂਟੇਸਰੀ ਵਿਧੀ। ਇਟਲੀ ਦੀ ਨਿਵਾਸੀ ਹੈ ਜੀ ਮੇਰੀਆ ਮਾਂਟੇਸਰੀ, ਉਹਨਾਂ ਨੇ ਇਸ ਵਿਧੀ ਦਾ ਨਿਰਮਾਣ ਕੀਤਾ ਹੈ ਜੀ। ਇਹ ਵਿਧੀ ਹੈ ਜੀ ਖੇਡ ਆਧਾਰਿਤ ਵਿਧੀ ਹੈ। ਬੱਚੇ ਨੂੰ ਖੇਡ ਦੇ ਵਿੱਚ ਸਿਖਾਉਣੇ ਆ ਤੁਸੀਂ। ਅੱਖਰਾਂ ਦਾ ਜਿਹੜਾ ਗਿਆਨ ਬੱਚੇ ਨੂੰ ਕਰਵਾਉਣਾ ਹੈ, ਸ਼ਬਦਾਂ ਦਾ ਗਿਆਨ, ਉਹ ਖੇਡ ਦੇ ਵਿੱਚ ਕਰਵਾ ਦੇਣਾ ਹੈ। ਉਸ ਤੋਂ ਬਾਅਦ ਦੇਖੋ ਜੀ, ਗਿਆਨ ਇੰਦਰੀਆਂ ਦੀ ਵਰਤੋਂ, ਇਹ ਇਸ ਵਿਧੀ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਹੈ। ਮਾਰੀਆ ਮਾਂਟੇਸਰੀ ਹੈ ਜਿਹੜੀ, ਉਹ ਕਹਿੰਦੀ ਕਿ ਜਦੋਂ ਬੱਚੇ ਨੂੰ ਭਾਸ਼ਾ ਸਿਖਾਉਣੀ ਹੈ, ਉਦੋਂ ਗਿਆਨ ਇੰਦਰੀਆਂ ਦੀ ਜਿਹੜੀ ਵਰਤੋਂ ਕਰਨੀ ਹੈ, ਜੋ ਬੱਚੇ ਦੀਆਂ ਗਿਆਨੇਂਦਰੀਆਂ ਹਨ,
ਉਹ ਬੱਚੇ ਦਾ ਗਿਆਨ ਪ੍ਰਾਪਤ ਕਰਨ ਦੇ ਵਿੱਚ ਸਭ ਤੋਂ ਵੱਧ ਸਹਾਇਕ ਸਿੱਧ ਹੁੰਦੀਆਂ ਹਨ। ਸਭ ਤੋਂ ਉੱਤਮ ਸਾਧਨ ਬੱਚੇ ਦਾ ਗਿਆਨ ਪ੍ਰਾਪਤ ਕਰਨ ਦਾ ਹੈ ਬੱਚੇ ਦੀਆਂ ਗਿਆਨ ਇੰਦਰੀਆਂ, ਜੋ ਬੱਚੇ ਦੇ ਨੱਕ, ਕੰਨ, ਜੀਭ, ਹੱਥ, ਇਹ ਜਿਹੜੀਆਂ ਗਿਆਨ ਇੰਦਰੀਆਂ, ਤਵਚਾ ਜਿਹੜੀ ਬੱਚੇ ਦੀ, ਇਹ ਜਿਹੜੀਆਂ ਗਿਆਨ ਇੰਦਰੀਆਂ ਦੀ ਵਰਤੋਂ ਕਰਕੇ ਬੱਚਾ ਭਾਸ਼ਾ ਨੂੰ ਸਿੱਖੇਗਾ, ਖੇਡ ਦੇ ਰੂਪ ਵਿੱਚ ਸਿੱਖੇਗਾ। ਉਸ ਤੋਂ ਬਾਅਦ ਬੱਚੇ ਨੂੰ ਘਰ ਵਰਗਾ ਵਾਤਾਵਰਣ ਦਿੱਤਾ ਜਾਵੇ ਤਾਂ ਜੋ ਬੱਚਾ ਸੁਤੰਤਰ ਰੂਪ ਦੇ ਵਿੱਚ ਆਪਣਾ ਆਪ ਦਾ ਵਿਕਾਸ ਕਰਦਾ ਹੋਇਆ ਭਾਸ਼ਾ ਨੂੰ ਸਿੱਖ ਸਕੇ। ਮਾਂਟੇਸਰੀ ਕਹਿੰਦੀ ਹੈ ਕਿ ਸਕੂਲ ਦੇ ਵਿੱਚ ਬੱਚੇ ਨੂੰ ਘਰ ਵਰਗਾ ਵਾਤਾਵਰਣ ਦਿੱਤਾ ਜਾਵੇ ਤਾਂ ਜੋ ਬੱਚਾ ਓਪਰਾ ਫੀਲ ਨਾ ਕਰੇ। ਉਸ ਤੋਂ ਬਾਅਦ ਦੇਖੋ ਜੀ, ਖੇਡ ਆਧਾਰਿਤ ਹੋ ਗਿਆ। ਗਿਆਨ ਇੰਦਰੀਆਂ ਦੀ ਵਰਤੋਂ ਦੀ ਗੱਲ ਕਿਹੜੀ ਵਿਧੀ ਕਰਦੀ ਹੈ? ਮਾਂਟੇਸਰੀ ਵਿਧੀ ਕਰਦੀ ਹੈ ਜੀ। ਮਾਂਟੇਸਰੀ ਵਿਧੀ ਦੇ ਵਿੱਚ ਇੱਕ ਹੋਰ ਗੱਲ ਇੰਪੋਰਟੈਂਟ ਹੈ। ਇਸ ਦਾ ਕਹਿਣਾ ਹੈ ਕਿ ਹਰ ਬੱਚੇ ਦੀ ਆਪਣੀ ਇੱਕ ਵਿਲੱਖਣ ਸ਼ਖਸੀਅਤ ਹੈ, ਹਰ ਬੱਚੇ ਦੀ ਆਪਣੀ ਇੱਕ ਇੰਡੀਵਿਜੂਅਲ ਪਰਸਨੈਲਿਟੀ ਹੈ। ਉਸ ਦੇ ਆਧਾਰ 'ਤੇ ਦੇਖੋ ਜੀ ਬੱਚਾ ਵਿਕਾਸ ਕਰਦਾ ਹੈ। ਇਸ ਕਰਕੇ ਬੱਚੇ ਦੇ ਉੱਪਰ ਵਿਅਕਤੀਗਤ ਰੂਪ ਦੇ ਵਿੱਚ ਧਿਆਨ ਦੇਣਾ ਹੈ। ਦੇਖੋ ਜੀ, ਹਰ ਬੱਚੇ ਦੀ ਆਪਣੀ ਆਪਣੀ ਰੁਚੀ ਹੈ, ਹਰ ਬੱਚੇ ਦਾ ਆਪਣਾ ਮਾਈਂਡ ਹੈ। ਕਿਸੇ ਦਾ ਮਤਲਬ ਕਿਸੇ ਨੂੰ ਸਮਝ ਘੱਟ ਆਉਂਦੀ ਹੈ ਗੱਲ ਦੀ, ਕਿਸੇ ਨੂੰ ਜ਼ਿਆਦਾ ਆਉਂਦੀ ਹੈ। ਉਸ ਨੂੰ ਇੱਕ ਮਤਲਬ ਜਿਹਨੂੰ ਬੱਚੇ ਨੂੰ ਥੋੜ੍ਹਾ ਸਮਝ ਆਉਂਦਾ ਹੈ ਜਾਂ ਜ਼ਿਆਦਾ, ਉਸ ਨੂੰ ਵਿਅਕਤੀਗਤ ਰੂਪ ਦੇ ਵਿੱਚ ਸਿੱਖਿਆ ਦੇਣੀ ਹੈ। ਸੋ ਵਿਅਕਤੀਗਤ ਸਿੱਖਿਆ ਦੀ ਜਿਹੜੀ ਗੱਲ ਹੈ ਉਹ ਕੌਣ ਕਰਦਾ ਹੈ? ਮਾਂਟੇਸਰੀ। ਕਿਸ ਦੇ ਆਧਾਰ 'ਤੇ? ਵਿਲੱਖਣ ਸ਼ਖਸੀਅਤ ਦੇ ਆਧਾਰ 'ਤੇ। ਹਰ ਬੱਚੇ ਦਾ ਆਪਣਾ ਆਪਣਾ ਵਿਲੱਖਣ ਵਿਕਾਸ ਹੁੰਦਾ ਹੈ ਭਾਸ਼ਾ ਦੇ ਮਾਮਲੇ ਦੇ ਵਿੱਚ। ਕਿਸੇ ਦੀ ਭਾਸ਼ਾ ਉੱਪਰ ਪਕੜ ਜ਼ਿਆਦਾ ਹੁੰਦੀ ਹੈ, ਕਿਸੇ ਦੀ ਘੱਟ ਹੁੰਦੀ ਹੈ। ਇਸ ਦੀ ਇੱਕ ਹੋਰ ਗੱਲ ਇੰਪੋਰਟੈਂਟ ਹੈ ਕਿ ਪੜ੍ਹਨਾ ਸਿਖਾਉਣ ਤੋਂ ਪਹਿਲਾਂ ਬੱਚੇ ਨੂੰ ਲਿਖਣਾ ਸਿਖਾਉਣਾ ਹੈ। ਇਹ ਵਿਧੀ ਇਸ ਗੱਲ ਦਾ ਸਮਰਥਨ ਕਰਦੀ ਹੈ। ਮਾਂਟੇਸਰੀ ਦਾ ਕਹਿਣਾ ਹੈ ਕਿ ਬੱਚੇ ਨੂੰ ਪੜ੍ਹਨਾ ਸਿਖਾਉਣ ਤੋਂ ਪਹਿਲਾਂ ਲਿਖਣਾ ਸਿਖਾਇਆ ਜਾਵੇ। ਕਿਉਂ? ਕਾਰਨ ਕੀ ਹੈ? ਕਾਰਨ ਇਹਨਾਂ ਨੇ ਇਹ ਤੱਥ ਦਿੱਤਾ ਹੈ, ਇਹਨਾਂ ਨੇ ਸਟੇਟਮੈਂਟ ਇਹ ਦਿੱਤੀ ਹੈ ਕਿ ਜਿਹੜਾ ਲਿਖਣਾ ਹੈ ਉਹ ਪੜ੍ਹਨ ਨਾਲੋਂ ਜ਼ਿਆਦਾ ਸੌਖਾ ਹੈ। ਲਿਖਣਾ ਜ਼ਿਆਦਾ ਸੌਖੀ ਪ੍ਰਕਿਰਿਆ ਹੈ। ਬੱਚਾ ਉਹਦੇ ਵਿੱਚ ਜ਼ਿਆਦਾ ਰੁਚੀ ਦੇ ਨਾਲ ਭਾਗ ਲੈਂਦਾ ਹੈ ਲਿਖਣਾ ਸਿਖਾਉਣ ਦੇ ਵਿੱਚ। ਦੂਜੀ ਗੱਲ ਦੇਖ ਲਓ, ਲਿਖਣਾ ਸਿਖਾਉਣ ਦੇ ਵਿੱਚ ਕਿਉਂ ਬੱਚਾ ਇੰਟਰਸਟ ਲੈਂਦਾ ਹੈ ਪੜ੍ਹਨ ਨਾਲੋਂ? ਕਿਉਂਕਿ ਲਿਖਣਾ ਇੱਕ ਰਚਨਾਤਮਕ ਕਿਰਿਆ ਹੈ। ਬੱਚਾ ਆਪਣੇ ਹੱਥਾਂ ਦੀ ਵਰਤੋਂ ਕਰਦਾ ਹੈ, ਰਚਨਾਤਮਕ ਕਿਰਿਆ ਹੈ, ਹੱਥ ਦੇ ਨਾਲ ਕਲਾਕਾਰੀਆਂ ਕਰਦਾ ਹੈ ਲਿਖਦਾ ਹੋਇਆ, ਤਾਂ ਬੱਚੇ ਨੂੰ ਜ਼ਿਆਦਾ ਇੰਟਰਸਟ ਆਉਂਦਾ ਹੈ। ਇਸ ਕਰਕੇ ਰਚਨਾਤਮਕ ਕੰਮ ਹੋਣ ਕਰਕੇ ਇਹ ਪੜ੍ਹਨ ਨਾਲੋਂ ਵਧੇਰੇ ਰੁਚੀਕਰ ਹੈ। ਇਸ ਕਰਕੇ ਬੱਚੇ ਨੂੰ ਪੜ੍ਹਨ ਤੋਂ ਪਹਿਲਾਂ ਲਿਖਣਾ ਸਿਖਾਇਆ ਜਾਵੇ। ਇਹ ਵਿਧੀ ਗੱਲ ਕਰਦੀ ਹੈ ਮਾਂਟੇਸਰੀ ਵਿਧੀ। ਸਿੱਖਣ ਦੀ ਪ੍ਰਕਿਰਿਆ ਕੀ ਹੈ ਜੀ ਬੱਚੇ ਦੀ? ਆਪਾਂ ਨੂੰ ਪਤਾ ਲੱਗ ਗਿਆ ਕਿ ਬੱਚੇ ਦੀ ਹਰ ਇੱਕ ਦੀ ਆਪਣੀ ਵਿਲੱਖਣ ਸ਼ਖਸੀਅਤ ਹੈ, ਹਰ ਬੱਚੇ ਦੀ ਆਪਣੀ ਇੰਡੀਵਿਜੂਅਲ ਪਰਸਨੈਲਿਟੀ ਹੈ। ਉਸ ਦੇ ਆਧਾਰ 'ਤੇ ਬੱਚਾ ਭਾਸ਼ਾ ਨੂੰ ਪ੍ਰਾਪਤ ਕਰਦਾ ਹੈ। ਭਾਸ਼ਾ ਸਿੱਖਣ ਦੀ ਪ੍ਰਕਿਰਿਆ ਦੇਖੋ ਜੀ, ਸਭ ਤੋਂ ਪਹਿਲਾਂ ਬੱਚੇ ਨੂੰ ਗਿਆਨ ਇੰਦਰੀਆਂ ਦੀ ਵਰਤੋਂ ਦਾ ਅਭਿਆਸ ਕਰਵਾਉਣਾ ਹੈ ਤੁਸੀਂ। ਬੱਚੇ ਦੇ ਹੱਥ ਦੇ ਵਿੱਚ ਵਸਤੂ ਦੇਤੀ ਜਿਵੇਂ ਮੰਨ ਲਓ, ਤਾਂ ਬੱਚਾ ਕੀ ਹੈ ਉਸ ਤਵਚਾ ਦੇ ਰਾਹੀਂ ਆਪਣੀ ਗਿਆਨ ਇੰਦਰੀ ਦਾ ਯੂਜ ਕਰਦਿਆਂ ਹੋਇਆ ਜਾਂ ਅੱਖਾਂ ਦੇ ਨਾਲ ਵੇਖ ਕੇ ਉਸ ਵਸਤੂ ਨੂੰ ਪਛਾਣੇਗਾ। ਉਸ ਦੇ ਨਾਲ ਕੀ ਹੋਵੇਗਾ? ਉਸ ਦੀ ਧੁਨੀਆਂ ਦੀ ਜਾਣ ਪਛਾਣ ਕਰਵਾਈ ਜਾਵੇਗੀ ਅਤੇ ਨਾਲ ਨਾਲ ਉਸ ਦਾ ਉਚਾਰਨ ਦਾ ਅਭਿਆਸ ਕਰਵਾਇਆ ਜਾਵੇਗਾ। ਇਹਨੂੰ ਕਹਿੰਦੇ ਆ ਜੀ ਸਭ ਤੋਂ ਪਹਿਲਾ ਕਦਮ ਹੋਵੇਗਾ ਗਿਆਨ ਇੰਦਰੀਆਂ ਦਾ ਅਭਿਆਸ ਕਰਵਾਉਣਾ। ਇੱਥੇ ਵੀ ਬੱਚਾ ਲਿਖਿਤ ਕੰਮ ਕਰਦਾ ਰਹੇਗਾ। ਜਿਹੜੇ ਗਿਆਨ ਇੰਦਰੀ ਜਿਹੜਾ ਹੱਥਾਂ ਦਾ ਇਸਤੇਮਾਲ ਕਰਦਾ ਹੋਇਆ ਬੱਚਾ, ਅੱਖਾਂ ਦਾ ਹੱਥਾਂ ਦਾ ਇਸਤੇਮਾਲ ਕਰਦਾ ਹੋਇਆ ਬੱਚਾ ਇੱਥੇ ਨਾਲ ਨਾਲ ਕੀ ਹੈ? ਧੁਨੀਆਂ ਦੀ ਜਾਣ ਪਛਾਣ ਕਰਦਾ ਹੈ, ਉਚਾਰਨ ਦਾ ਅਭਿਆਸ ਕਰਦਾ ਹੈ ਅਤੇ ਇੱਥੇ ਨਾਲ ਨਾਲ ਇਹਦਾ ਲਿਖਤ ਅਭਿਆਸ ਹੈ ਜਿਹੜਾ ਉਹ ਜਾਰੀ ਰਹਿੰਦਾ ਹੈ। ਉਸ ਤੋਂ ਬਾਅਦ ਦੇਖੋ ਜੀ, ਅੱਛਾ ਧੁਨੀਆਂ ਦੀ ਜਾਣ ਪਛਾਣ ਬੱਚੇ ਨੂੰ ਆਪਾਂ ਪਹਿਲੇ ਸਟੈਪ ਦੇ ਵਿੱਚ ਸਿਖਾ ਚੁੱਕੇ ਹਾਂ। ਗਿਆਨ ਇੰਦਰੀਆਂ ਦੀ ਵਰਤੋਂ ਦਾ ਅਭਿਆਸ ਸਿਖਾਤਾ ਜੀ। ਹੁਣ ਬੱਚਾ ਆਪਣੀ ਗਿਆਨ ਇੰਦਰੀਆਂ, ਅੱਖਾਂ, ਕੰਨ, ਮੂੰਹ, ਆਪਣੇ ਹੱਥ, ਆਪਣੀ ਤਵਚਾ, ਇਹਨਾਂ ਦਾ ਇਸਤੇਮਾਲ ਪ੍ਰੋਪਰ ਤਰੀਕੇ ਨਾਲ ਕਰਨਾ ਸਿੱਖ ਚੁੱਕਿਆ ਹੈ ਪਹਿਲੇ ਸਟੈਪ ਦੇ ਵਿੱਚ। ਉਸ ਤੋਂ ਬਾਅਦ ਦੇਖੋ ਜੀ, ਜਿਵੇਂ ਮੰਨ ਲਓ ਬੱਚੇ ਨੂੰ ਸ਼ਬਦਾਂ ਦਾ ਗਿਆਨ ਕਰਵਾਉਣਾ ਹੈ, ਉਸ ਤੋਂ ਬਾਅਦ ਧੁਨੀਆਂ ਤੋਂ ਬਾਅਦ ਆਪਾਂ ਸ਼ਬਦਾਂ ਦਾ ਜਦੋਂ ਗਿਆਨ ਕਰਵਾਉਣਾ ਹੈ, ਉਦੋਂ ਆਪਾਂ ਵਸਤੂਆਂ ਦੀ, ਚੀਜ਼ਾਂ ਦੀ ਸਹਾਇਤਾ ਲੈ ਸਕਦੇ ਹਾਂ। ਚੀਜ਼ਾਂ ਦੀ ਸਹਾਇਤਾ ਦੇ ਨਾਲ ਬੱਚੇ ਨੂੰ ਸ਼ਬਦਾਂ ਦਾ ਗਿਆਨ ਕਰਾਉਣਾ ਹੈ। ਬੱਚੇ ਨੂੰ ਇੱਕ ਚੀਜ਼ ਵਿਖਾ ਕੇ, ਕੋਈ ਵਸਤੂ ਵਿਖਾ ਕੇ ਉਸ ਨੂੰ ਕਹਿਣਾ ਹੈ ਕਿ ਲੈ ਵੀ ਇਹਨੂੰ ਪਛਾਣਨ ਤੋਂ ਬਾਅਦ ਉਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਅਧਿਆਪਕ ਵਿਦਿਆਰਥੀ ਕੋਲੋਂ ਪੁੱਛੇਗਾ ਅਤੇ ਵਿਦਿਆਰਥੀ ਉਸ ਦੇ ਸੰਤੁਸ਼ਟ ਜਵਾਬ ਦੇਵੇਗਾ। ਤੀਜਾ ਦੇਖ ਲਓ, ਤੀਜੀ ਪ੍ਰਕਿਰਿਆ ਕੀ ਹੈ? ਤੀਜੇ ਰੂਪ ਦੇ ਵਿੱਚ ਲੱਕੜੀ ਦੇ ਟੁਕੜਿਆਂ ਦੇ ਉੱਪਰ ਕਾਗਜ਼ ਚਿਪਕਾ ਲੈਣੇ ਆ ਜੀ। ਲਿਖਣਾ ਸਿਖਾਉਣਾ ਹੈ ਤੀਜੇ ਸਟੈਪ ਦੇ ਵਿੱਚ। ਤੀਜੇ ਸਟੈਪ ਦੇ ਵਿੱਚ ਦੇਖੋ ਇਕੱਠੇ ਚੱਲਣੇ ਆ ਇਹ।
ਤੇ 3 ਸਟੈਪ ਵੈਸੇ ਹੀ ਬਣਵਾਏ ਹੋਏ ਆ, ਚੱਲਣੇ ਇਕੱਠੇ ਹੀ ਆ, ਨਾਲੋਂ ਨਾਲ ਚੱਲਣੇ ਆ। ਲਿਖਣਾ ਸਿਖਾਉਣ ਵਾਸਤੇ ਕੀ ਕਰਨਾ ਹੈ कि लकड़ी का एक खुरदरा कोई टुकड़ा ले लिया, खुरदरा ले लिया या प्लेन साफ टुकड़ा ले लिया। ਉਹਦੇ देखो जी एक तरीका तो यह है कि ਉਹਦੇ मतलब ਵਿੱਚ ही ਜਿਹੜੇ ਅੱਖਰ ਹੈ ਉਹ ਕੱਟ ਕੇ ਬਣਾ ਦਿੱਤੇ ਜਾਣ। ਬੱਚਾ ਕੀ ਹੈ ਉਂਗਲ ਦੇ ਨਾਲ ਉਹਦੇ ਉੱਪਰ ਉਹਦੇ ਵਿੱਚ ਫੇਰੇਗਾ, ਅਭਿਆਸ ਕਰੇਗਾ ਅੱਖਰਾਂ ਦਾ, ਆਪਣੀ ਉਂਗਲ ਨੂੰ ਫੇਰੇਗਾ, ਗਿਆਨ ਇੰਦਰੀਆਂ ਦੀ ਸਹਾਇਤਾ, अपनी त्वचा की सहायता, त्वचा की हैल्प लै रहा, उंगलों की हैल्प लै रहा बच्चा, उहदे नाल बच्चा उस एक फट्टी है जिहड़ी एक टुकड़ा है जो लकड़ी का, उस दे मतलब खुरदरे कागज चिपकिया होया उस दे उपर, ते बच्चा उस दे उपर उंगलों के राही अभ्यास करता है। उस तो बाद की है उस दे उपर कागज चिपके के एक होर तरीका जिवें की है कि चिपकेले जी कागज लकड़ी के कोई टुकड़े के उपर, तो बच्चा उहदे उपर अपनियां उंगलों के नाल जां कलम के नाल उसका अभ्यास कर रहा, उस दे उपर जिवें जिवें पूरने वाली विधि है ना, पूरने पाने वाली विधि, पूरना पाउणा मतलब की है कि अध्यापक बच्चे नूं सिखाउण वास्ते एक अखर एवें करके लिख दिंदा है बच्चे की पट्टी के उपर, बच्चे को जिहड़ी स्लेट है उहदे उपर लिखता एक अखर, बच्चा की करदा उस दे उपर अपना अपना जिहड़ा पेन है बच्चे कोले जां बरता जां जो भी पेंसिल है उसनूं इस तरह घसाउंदा है, इस तरह अभ्यास करता है। इहनूं कहा जांदा पूरनिਆਂ उत्ते लिखना। ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਜਦੋਂ ਲਿਖਣ ਕੌਸ਼ਲ ਦੀਆਂ ਵਿਧੀਆਂ ਦੀ ਗੱਲ ਕਰਾਂਗੇ, ਉਦੋਂ ਆਪਾਂ ਪੂਰਨਿਆਂ ਉੱਤੇ ਲਿਖਣਾ ਦੀ ਗੱਲ ਕਰਾਂਗੇ। ਸੋ ਇਹਦੇ ਵਿੱਚ ਕੀ ਹੈ ਕਿ ਉਹਦੇ ਉੱਪਰ ਜੋ ਕਾਗਜ਼ ਚਿਪਕੇ ਹੋਏ ਹਨ, ਬੱਚਾ ਉਹਨਾਂ ਦੇ ਉੱਪਰ ਉਂਗਲਾਂ ਦੇ ਨਾਲ ਜਾਂ ਕਲਮ ਦੇ ਨਾਲ ਅਭਿਆਸ ਕਰਦਾ ਹੈ। ਲਿਖਣਾ ਸਿਖਾਉਣ ਦੀਆਂ ਦੇਖੋ ਜੀ ਕਿਰਿਆਵਾਂ ਹਨ 3। ਸਭ ਤੋਂ ਇੰਪੋਰਟੈਂਟ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਪਹਿਲਾਂ ਭਾਸ਼ਾ ਸਿੱਖਣ ਦੀਆਂ ਪ੍ਰਕਿਰਿਆਵਾਂ ਕੀ ਸੀ? 3 ਪ੍ਰਕਿਰਿਆਵਾਂ ਦੇ ਵਿੱਚੋਂ ਭਾਸ਼ਾ ਸਿੱਖਣਾ ਜਿਹੜਾ ਇਹ ਮਾਂਟੇਸਰੀ ਵਿਧੀ ਹੈ ਜਿਹੜੀ ਇਹ 3 ਪ੍ਰਕਿਰਿਆਵਾਂ ਦੇ ਵਿੱਚੋਂ ਗੁਜ਼ਰਦੀ ਹੈ। ਉਸ ਤੋਂ ਬਾਅਦ ਜਦੋਂ ਆਪਾਂ ਨੂੰ ਪਤਾ ਲੱਗਿਆ ਵੀ ਬੱਚਿਆਂ ਨੂੰ ਲਿਖਣਾ ਸਿਖਾਉਣ ਦਾ ਤਰੀਕਾ ਇਹ ਹੈ ਜੀ, ਇਸ ਤਰੀਕੇ ਦੇ ਨਾਲ ਸਿਖਾਉਣਾ ਹੈ ਜੀ। ਲੱਕੜੀ ਦਾ ਇੱਕ ਟੁਕੜਾ ਲੈ ਕੇ ਉਸ ਦੇ ਵਿੱਚ ਹੀ ਮਤਲਬ ਕਾਗਜ਼ ਕੱਟੇ ਜਾ ਸਕਦੇ ਹਨ, ਅੱਖਰ ਕੱਟ ਕੇ ਬਣਾਏ ਜਾ ਸਕਦੇ ਹਨ ਤੇ ਬੱਚਾ ਉਹਨਾਂ ਦੇ ਉੱਪਰ ਆਪਣੀਆਂ ਗਿਆਨ ਇੰਦਰੀਆਂ ਦੀ ਸਹਾਇਤਾ ਦੇ ਨਾਲ ਅਭਿਆਸ ਕਰ ਸਕਦਾ ਹੈ, ਭਾਸ਼ਾ ਸਿੱਖੇਗਾ, ਲਿਖਤੀ ਰੂਪ ਦੇ ਵਿੱਚ ਸਿੱਖੇਗਾ। ਉਸ ਤੋਂ ਬਾਅਦ ਦੇਖੋ ਜੀ ਲਿਖਣਾ ਸਿਖਾਉਣ ਦੀਆਂ 3 ਕਿਰਿਆਵਾਂ ਹਨ, 3 ਸਟੈਪਸ ਹਨ, 3 ਕਦਮ ਹਨ। देखो जी पहला कदम किहड़ा है? लिखण की तैयारी। सब तो पहला तो लिखण की तैयारी करवानी है जी। किवें तैयारी कराउणी है? उसनूं कलम पकड़नी सिखाउणी है बच्चे नूं। बच्चे दियां उंगल ते पट्ठियां दा अभ्यास हो जावे। उंगल ते पट्ठियां, पट्ठे भाव हुंदे आ मसल, जिहड़ियां मांसपेशियां हुंदियां उन्हां नूं पट्ठे कह दिंदे आ। पशुआं नूं पाउण वाले पट्ठे होर हुंदे आ। उंगल ਅਤੇ ਪੱਠਿਆਂ ਦਾ ਅਭਿਆਸ ਹੈ ਜਿਹੜਾ ਉਹ ਜਦੋਂ ਬੱਚੇ ਦਾ ਪ੍ਰੋਪਰ ਤਰੀਕੇ ਨਾਲ ਹੋ ਜਾਂਦਾ ਹੈ, ਜਦੋਂ ਬੱਚੇ ਦਾ ਦਿਮਾਗ ਦੇ ਨਾਲ ਇਸ ਚੀਜ਼ ਦਾ ਸੰਬੰਧ ਪ੍ਰੋਪਰ ਬੈਠ ਜਾਂਦਾ ਹੈ, ਉਦੋਂ ਕਹਿੰਦੇ ਆ ਵੀ ਇਹ ਪਹਿਲੀ ਅਵਸਥਾ ਜਿਹੜੀ ਲਿਖਣ ਦੀ ਤਿਆਰੀ ਉਹ ਬੱਚੇ ਦੀ ਪੂਰੀ ਹੋ ਗਈ ਹੈ। ਹੁਣ ਬੱਚਾ ਲਿਖਣ ਵਾਸਤੇ ਪੂਰਾ ਆਪਣੇ ਆਪ ਨੂੰ ਪ੍ਰਪੇਅਰ ਕਰ ਚੁੱਕਿਆ ਹੈ, ਆਪਣੇ ਆਪ ਨੂੰ ਪੂਰਾ ਤਿਆਰ ਬਰਤਿਆਰ ਕਰ ਲਿਆ ਹੈ ਬੱਚੇ ਨੇ। उस तो बाद देखो जी दूसरा स्टैप की रहेगा? अखरां दी बनावट अते स्वरूप नूं समझेगा बच्चा। दूसरे स्टैप दे विच पहले स्टैप दे विच उहनूं कलम पकड़नी सीख लई है बच्चे ने, इस चीज़ का उसका अभ्यास हो गया है, प्रॉपर तरीके नाल अपने हत्थ दे विच ओह कलम नूं पकड़ रहा है। क्यों? क्योंकि उस दियां उंगलां ते पट्ठियां दा पूर्ण विकास, पूर्ण अभ्यास हो चुकिया है। उस तो बाद दूजे स्टैप दे विच अखरां दी बनावट अते स्वरूप नूं समझेगा बच्चा। अजे पढ़ना नहीं सीख रहा, देख लो तुसी लिखण की अवस्था दे विच सब तो पहला बच्चे नूं लिखना सिखाउणा है, तो लिखण की अवस्था दे विच देखो जी बच्चा पढ़ना नहीं सीख रहा, लिखण की तैयारी दे विच की कर रहा? कलम पकड़नी सीख रहा, उंगल ते पट्ठियां दा अभ्यास कर रहा उसनूं, है ना। तो उहदे अनुसार उस तो बाद अखरां की बनावट अते उसदे स्वरूप नूं समझ रहा, अखरां की बनतर किवें दी आ उस चीज़ नूं समझ रहा बच्चा कि उस जिहड़ा समझाउण दा तरीका किवें है कि जिवें आपां कर चुके हैं कि लकड़ी के टुकड़िਆਂ ਦੇ ਉੱਪਰ ਜਦੋਂ कागज़ चिपके के बच्चा उस दे ਉੱਪਰ अपनी उंगल फेरेगा तो उसनूं कहा जाता है अखरां की बनावट अते स्वरूप नूं समझना, क्योंकि उस दियां उंगलां दा जो संबंध है उस दे दिमाग नाल स्थापित हो चुकिया है। तीसरा स्टैप अखरां दा ध्वनियात्मक विश्लेषण करवाउणा। ਇੱਥੇ ਕੀ ਹੈ ਜੀ? ਦੇਖੋ ਅੱਖਰਾਂ ਨੂੰ
ਧੁਨੀਆਤਮਕ ਵਿਸ਼ਲੇਸ਼ਿਤ ਕੀਤਾ ਜਾਊਗਾ। ਜੋ ਅੱਖਰ ਬੱਚਾ ਸਿੱਖ ਚੁੱਕਿਆ ਹੈ ਉਸ ਨੂੰ ਦੁਬਾਰਾ ਬੱਚੇ ਨੂੰ ਧੁਨੀਆਂ ਦੇ ਰੂਪ ਵਿੱਚ ਦੱਸ ਕੇ ਇੱਥੇ ਬੱਚੇ ਨੂੰ ਉਸ ਤੋਂ ਬਾਅਦ ਇਸ ਪ੍ਰਕਿਰਿਆ ਤੋਂ ਬਾਅਦ ਬੱਚੇ ਨੂੰ ਪੜ੍ਹਨਾ ਸਿਖਾਇਆ ਜਾਵੇਗਾ। ਸਭ ਤੋਂ ਪਹਿਲਾਂ ਬੱਚੇ ਨੂੰ ਲਿਖਣਾ ਸਿਖਾਉਣਾ ਹੈ, ਉਸ ਤੋਂ ਬਾਅਦ ਬੱਚੇ ਨੂੰ ਪੜ੍ਹਨਾ ਸਿਖਾਉਣਾ ਹੈ। ਕਾਰਨ ਕਿਉਂ ਵੀ ਪਹਿਲਾਂ ਕਿਉਂ ਲਿਖਣਾ ਸਿਖਾਉਣਾ ਹੈ? ਕਿਉਂਕਿ ਲਿਖਣਾ ਹੈ ਜਿਹੜਾ ਉਹ ਵਧੇਰੇ ਸਰਲ ਅਤੇ ਸੌਖੀ ਪ੍ਰਕਿਰਿਆ ਹੈ। ਬੱਚਾ ਲਿਖਣ ਦੇ ਵਿੱਚ ਜ਼ਿਆਦਾ ਦਿਲਚਸਪੀ ਲੈਂਦਾ ਹੈ, ਜ਼ਿਆਦਾ ਇੰਟਰਸਟ ਲੈਂਦਾ ਹੈ। ਇਹ ਹੈ ਜੀ ਸਾਡੀ ਮਾਂਟੇਸਰੀ ਵਿਧੀ। ਇਹਦੇ ਉੱਪਰ ਜੀ ਤੁਸੀਂ ਖਾਸ ਕਰਕੇ ਧਿਆਨ ਦੇਣਾ, ਪ੍ਰਸ਼ਨ ਆ ਸਕਦਾ ਹੈ ਜੀ ਇਹਦੇ ਵਿੱਚੋਂ। ਹਾਂਜੀ, ਹੁਣ ਸਾਡੀ ਅਗਲੀ ਵਿਧੀ ਦਾ ਨਾਮ ਹੈ ਕਿੰਡਰਗਾਰਟਨ ਵਿਧੀ, ਫਰੋਬਲ ਵਾਲੀ, KG ਜਿਹਨੂੰ ਕਹਿ ਦਿੰਦੇ ਹਾਂ ਅਸੀਂ। ਉਹਦੇ ਵਿੱਚ ਆਪਾਂ ਗੱਲ ਕਰਦੇ ਹਾਂ। ਦੇਖੋ ਜੀ, ਇਹਦੇ ਵਿੱਚ ਵੀ ਖੇਡਾਂ ਰਾਹੀਂ ਸਿੱਖਣ ਦਾ ਤਾਂ ਹੈ। ਇਹ ਤਾਂ ਹਰ ਵਿਧੀ ਦੇ ਵਿੱਚ ਹੀ ਹੈ ਲਗਭਗ, ਵੀ ਜਿਵੇਂ ਆਪਾਂ ਮਾਂਟੇਸਰੀ ਵਿਧੀ ਦੇ ਵਿੱਚ ਵੀ ਆਪਾਂ ਦੇਖਿਆ ਕਿ ਖੇਡ ਰਾਹੀਂ ਸਿਖਾਉਣਾ ਹੈ, ਕਿੰਡਰਗਾਰਟਨ ਵਿਧੀ ਦੇ ਵਿੱਚ ਵੀ ਖੇਡ ਰਾਹੀਂ ਸਿਖਾਉਣਾ ਹੈ, ਪ੍ਰੋਜੈਕਟ ਵਿਧੀ ਦੇ ਵਿੱਚ ਵੀ ਹੈ ਜੀ। ਸੋ ਜਿਹੜੀ ਖੇਡ ਵਿਧੀ ਹੈ ਜਿਹੜੀ ਉਹ ਤਾਂ ਸਾਡੀਆਂ ਖੇਡਾਂ ਦੇ ਉੱਪਰ ਹੀ ਆਧਾਰਿਤ ਹੈ। ਸੋ ਇਹਦੇ ਵਿੱਚ ਦੇਖੋ ਜੀ, ਕਿੰਡਰਗਾਰਟਨ ਵਿਧੀ ਹੈ ਜਿਹੜੀ ਇਹ ਜਰਮਨ ਸਿੱਖਿਆ ਸ਼ਾਸਤਰੀ ਇੱਕ ਹੋਇਆ ਫਰੋਬਲ, ਉਹਦੀ ਹੈ ਜੀ। ਕਿੰਡਰਗਾਰਟਨ ਦਾ ਸ਼ਾਬਦਿਕ ਅਰਥ ਹੈ ਬੱਚਿਆਂ ਦਾ ਬਾਗ। ਇਹ ਹੈ ਜੀ ਇੱਕ ਜਰਮਨੀ ਭਾਸ਼ਾ ਦਾ ਸ਼ਬਦ ਹੈ ਕਿੰਡਰਗਾਰਟਨ, ਜਿਹਦਾ ਸ਼ਾਬਦਿਕ ਅਰਥ ਹੈ ਬੱਚਿਆਂ ਦਾ ਬਾਗ ਜਾਂ ਬੱਚਿਆਂ ਦਾ ਬਗੀਚਾ। ਇਹ ਵਿਧੀ ਕਹਿੰਦੀ ਹੈ, ਇਸ ਵਿਧੀ ਦੇ ਵਿੱਚ ਦੇਖੋ ਜੀ ਇੱਕ ਇੰਪੋਰਟੈਂਟ ਗੱਲ ਹੈ, ਤੁਹਾਨੂੰ ਪਤਾ ਨਹੀਂ ਹੋਣੀ, ਅੱਜ ਤੁਹਾਨੂੰ ਦੱਸ ਦੇਵਾਂ ਮੈਂ, ਤੁਸੀਂ ਕਦੇ ਨਹੀਂ ਸੁਣੀ ਹੋਣੀ ਇਹ, ਵੀ ਸਕੂਲ ਇੱਕ ਬਾਗ ਹੈ, ਅਧਿਆਪਕ ਇੱਕ ਮਾਲੀ ਹੈ, ਬੱਚਾ ਫੁੱਲਾਂ ਅਤੇ ਪੌਦਿਆਂ ਵਾਂਗ ਹੈ। ਕਦੇ ਨਹੀਂ ਸੀ ਨਾ ਸੁਣੀ? ਵੇਖ ਲਓ, ਅੱਜ ਤੁਹਾਨੂੰ ਦੱਸਦੀ ਇੰਨੇ ਕੰਮ ਦੀ ਗੱਲ। ਅਗਲੀ ਗੱਲ ਦੇਖੋ ਜੀ, ਕਿੰਡਰਗਾਰਟਨ ਵਿਧੀ ਦੇ ਵਿੱਚ ਫਰੋਬਲ ਦਾ ਕਹਿਣਾ ਹੈ ਕਿ ਬੱਚੇ ਨੂੰ ਸੁਤੰਤਰ ਵਾਤਾਵਰਣ ਪ੍ਰਦਾਨ ਕੀਤਾ ਜਾਵੇ। ਤਾਂ ਜੋ ਬੱਚਾ ਸੁਤੰਤਰ ਵਾਤਾਵਰਣ ਕਿਉਂ ਪ੍ਰਦਾਨ ਕਰਨਾ ਹੈ ਬੱਚੇ ਨੂੰ? ਕਲਾਸ ਦੇ ਵਿੱਚ ਬੱਚੇ ਨੂੰ ਸੁਤੰਤਰ ਵਾਤਾਵਰਣ ਪ੍ਰਦਾਨ ਕਰਨ ਦਾ ਕਾਰਨ ਕਿਉਂ ਹੈ? ਕਿਉਂਕਿ ਬੱਚਾ ਸਵੈ ਪ੍ਰਗਟਾਅ ਹੈ ਜਿਹੜਾ ਉਹ ਬੱਚੇ ਵਾਸਤੇ ਬਹੁਤ ਜ਼ਰੂਰੀ ਹੈ। ਜਦੋਂ ਆਪਾਂ ਬੱਚੇ ਨੂੰ ਇੱਕ ਇਸ ਪ੍ਰਕਾਰ ਦਾ ਵਾਤਾਵਰਣ ਉਸ ਬੱਚੇ ਨੂੰ ਪ੍ਰਦਾਨ ਕਰਤਾ ਕਿ ਉਸ ਨੂੰ ਲੱਗੇ ਕਿ ਠੀਕ ਹੈ ਜੀ, ਮੈਂ ਆਜ਼ਾਦ ਹੈ ਪੂਰਾ ਆਪਣੀ ਗੱਲ ਦੂਜਿਆਂ ਦੇ ਸਾਹਮਣੇ ਰੱਖਣ ਵਾਸਤੇ, ਦੂਜਿਆਂ ਦੀ ਗੱਲ ਸੁਣਨ ਵਾਸਤੇ, ਉਹਨੂੰ ਕਿਹਾ ਜਾਂਦਾ ਆਪਣੇ ਆਪ ਨੂੰ ਸਵੈ ਪ੍ਰਗਟਾ ਕਰਨਾ, ਆਪਣੇ ਵਿਚਾਰਾਂ ਨੂੰ ਦੂਸਰੇ ਦੇ ਸਾਹਮਣੇ ਪੇਸ਼ ਕਰਨਾ। ਸੋ ਜਦੋਂ ਬੱਚੇ ਨੂੰ ਸੁਤੰਤਰ ਵਾਤਾਵਰਣ ਮਿਲ ਗਿਆ, ਫਿਰ ਬੱਚਾ ਆਪਣੇ ਆਪ ਨੂੰ ਖੇਡਾਂ ਦੁਆਰਾ ਸਵੈ ਪ੍ਰਗਟਾ ਕਰੇਗਾ, ਆਪਣੇ ਆਪ ਨੂੰ ਪ੍ਰਗਟ ਕਰੇਗਾ। ਅਤੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਖੇਡਾਂ ਰਾਹੀਂ ਤਾਂ ਸਿੱਖਣਾ ਹੋ ਗਿਆ ਜੀ, ਬੱਚਾ ਗੀਤਾਂ ਅਤੇ ਖੇਡਾਂ ਦੁਆਰਾ ਸਵੈ ਪ੍ਰਗਟਾ ਕਰੇਗਾ। ਇਹਦੇ ਵਿੱਚ ਦੇਖੋ ਜੀ, ਗੀਤਾਂ ਰਾਹੀਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਹੈਗੀ ਆ, ਇਹ ਗੀਤਾਂ ਦੀ ਜਿਹੜੀ ਗੱਲ ਹੈ ਨਾ, ਗੀਤ ਜਿਹੜਾ ਗਾਣਾ ਹੈ, ਗੀਤ ਭਾਵ ਉਸ ਦੀ ਜਿਹੜੀ ਉਹਦੀ ਗੱਲ ਹੈ ਜਿਹੜੀ ਉਹ ਕਿੰਡਰਗਾਰਟਨ ਵਿਧੀ ਕਰਦੀ ਹੈ। ਗੀਤ ਭਾਵ ਸੰਗੀਤ ਭਰੀ ਤੁਕਬੰਦੀ ਜਿਹਨੂੰ ਕਹਿ ਦਿੰਦੇ ਆਪਾਂ ਗੀਤ ਨੂੰ, ਕਿ ਜਿਹਦੇ ਵਿੱਚ ਮਤਲਬ ਕੀ ਹੈ ਕਿ ਬੱਚੇ ਨੂੰ ਇੱਕ ਦੇਖੋ ਜੀ, ਬੱਚੇ ਨੂੰ ਗੀਤਾਂ ਰਾਹੀਂ ਸਿੱਖਿਆ ਦੇਣ ਦਾ ਮਤਲਬ ਕੀ ਹੈ ਕਿ ਬੱਚੇ ਨੂੰ ਇੱਕ ਇਹੋ ਜਿਹੀ ਕਹਾਣੀ ਤੁਸੀਂ ਸੁਣਾਉਣੀ ਹੈ ਜੋ ਗੀਤ ਦੇ ਰੂਪ ਵਿੱਚ ਹੋਵੇ। ਜਿਵੇਂ ਦੇਖੋ ਜੀ, ਆਪਣੇ ਤੁਸੀਂ ਕਿਤੇ ਜਦੋਂ ਆਪਾਂ ਛੋਟੇ ਜਵਾਕਾਂ ਨੂੰ ਆਪਾਂ ਵੇਖਦੇ ਹਾਂ ਪੜ੍ਹਦੇ, ਅਤੇ ਮੈਂ ਕਈ ਵਾਰੀ ਸਕੂਲੇ ਚੱਲ ਜਾਣਾ ਛੋਟੇ, ਤਾਂ ਉੱਥੇ ਕੀ ਹੈ ਵੀ ਜਿਹੜੇ ਆਂਗਣਵਾੜੀ ਵਾਲੇ ਜਵਾਕ ਬੈਠੇ ਆ ਬੱਚੇ, ਅਤੇ ਉਹਨਾਂ ਨੂੰ ਮਤਲਬ ਦੱਸਦਾ, ਜਿਵੇਂ ਦੱਸਣ ਵਾਲਾ ਜੋ ਕੋਈ ਵੀ, ਜਦੋਂ ਉਹਨਾਂ ਨੂੰ ਸਿਖਾਉਂਦੇ ਆ ਆਪਾਂ ਪੜ੍ਹਨਾ, ਅਤੇ ਉਹਨੂੰ ਸਿਖਾਉਂਦੇ ਆ ਮਛਲੀ ਜਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ, ਹੱਥ ਲਗਾਓ ਡਰ ਜਾਏਗੀ, ਬਾਹਰ ਨਿਕਾਲੋ ਮਰ ਜਾਏਗੀ। ਐਵੇਂ ਕਰਕੇ ਉਹਨੂੰ ਜਦੋਂ ਸਿਖਾਉਂਦੇ ਆ, ਉਹ ਹੈ ਜਿਹੜੀ ਉਹਨੂੰ ਕਿਹਾ ਜਾਂਦਾ ਗੀਤਾਂ ਰਾਹੀਂ ਪੜ੍ਹਾਈ। ਬੱਚੇ ਨੂੰ ਨਾਲ ਨਾਲ ਐਕਟਿੰਗ ਕਰੀ ਜਾਂਦਾ ਸਿਖਾਉਣ ਵਾਲਾ ਕਿ ਮਛਲੀ ਜਲ ਕੀ ਰਾਣੀ ਹੈ, ਐਵੇਂ ਤਾਜ ਵਾਲਾ ਇਸ਼ਾਰਾ ਕੀਤਾ, ਜੀਵਨ ਉਸਕਾ ਪਾਣੀ ਹੈ, ਹੱਥ ਲਗਾਓ ਡਰ ਜਾਏਗੀ, ਬਾਹਰ ਨਿਕਾਲੋ ਮਰ ਜਾਏਗੀ। ਇਸ ਤਰ੍ਹਾਂ ਕਰਕੇ ਜਿਹੜਾ ਇਹ ਕਰਨਾ, ਇਹ ਜਿਹੜੀ ਨਾਲ ਨਾਲ ਐਕਟਿੰਗ, ਬੱਚਾ ਕੀ ਕਰਦਾ ਹੈ, ਜਦੋਂ ਬੱਚੇ ਨੂੰ ਇੱਕ ਕਹਾਣੀ ਗੀਤ ਦੇ ਰੂਪ ਵਿੱਚ ਸੁਣਾਈ ਅਧਿਆਪਕ ਨੇ, ਬੱਚੇ ਨੇ ਕੀ ਕੀਤਾ, ਅਧਿਆਪਕ ਨਾਲ ਨਾਲ ਐਕਟਿੰਗ ਕਰੀ ਜਾਂਦਾ, ਬੱਚਾ ਵੀ ਨਾਲ ਨਾਲ ਉਸ ਦਾ ਅਧਿਆਪਕ ਦਾ ਅਨੁਕਰਨ ਕਰ ਰਿਹਾ, ਅਧਿਆਪਕ ਦੀ ਨਕਲ ਕਰਦਾ ਹੋਇਆ ਉਸ ਨੂੰ, ਨਾਲੇ ਤਾਂ ਉਸ ਦੀ ਐਕਟਿੰਗ ਕਰ ਰਿਹਾ, ਨਾਲੇ ਤਾਂ ਨਕਲ ਕਰ ਰਿਹਾ, ਅਤੇ ਨਾਲ ਨਾਲ ਉਸ ਨੂੰ ਦੁਹਰਾ ਰਿਹਾ। ਸੋ ਉਹਦੇ ਨਾਲ ਕੀ ਹੈ ਕਿ ਬੱਚੇ ਦੀ ਭਾਸ਼ਾ ਸਿੱਖਿਆ ਹੋ ਰਹੀ ਹੈ। ਇਹ ਕਹਿਣਾ ਹੈ ਜੀ ਫਰੋਬਲ ਦਾ ਕਿੰਡਰਗਾਰਟਨ ਵਿਧੀ ਦੇ ਵਿੱਚ। ਦੇਖੋ ਜੀ, ਭਾਸ਼ਾ ਗੀਤਾਂ ਰਾਹੀਂ ਕਿਵੇਂ ਭਾਸ਼ਾ ਸਿੱਖਣੀ ਹੈ? ਸਭ ਤੋਂ ਪਹਿਲਾਂ ਤਾਂ ਜਿਹੜੀ ਗੀਤਾਂ ਦੀ ਪਾਠ ਪੁਸਤਕ ਹੋਊਗੀ, ਜਿਹੜੀ ਅਧਿਆਪਕ ਦੇ ਕੋਲ ਕਿਹੜੀ ਹੋਣੀ ਚਾਹੀਦੀ ਹੈ,
ਉਹਦਾ ਨਾਮ ਹੈ ਮਾਂ ਅਤੇ ਨਰਸਰੀ ਗੀਤ। LKG UKG ਇਹਨਾਂ ਦੇ ਵਿੱਚ ਕਿਤਾਬ ਲੱਗਦੀ ਹੈ ਜੀ। ਇਹ ਮਾਂ ਅਤੇ ਨਰਸਰੀ ਗੀਤ ਜਿਹੜੀ ਕਿਤਾਬ ਲੱਗਦੀ ਹੈ, ਹੁਣ ਇਹ ਨਹੀਂ ਪਤਾ ਵੀ ਕਿਹੜੀ 'ਚ ਲੱਗਦੀ ਹੈ, ਪਰ ਹੈ ਕਿਸੇ KG 'ਚ ਹੀ ਲੱਗਦੀ ਹੈ। ਮਾਂ ਅਤੇ ਨਰਸਰੀ ਗੀਤ ਕਿਤਾਬ ਦਾ ਨਾਮ ਹੈ। ਉਹਦੇ ਵਿੱਚ ਕਹਾਣੀਆਂ ਦੇ ਨਾਲ ਸੰਬੰਧਿਤ ਛੋਟੇ ਛੋਟੇ ਗੀਤ ਦਿੱਤੇ ਹੈ। ਉਹ ਗੀਤਾਂ ਨੂੰ ਅਧਿਆਪਕ ਬੱਚੇ ਦੇ ਸਾਹਮਣੇ ਗਾ ਕੇ ਪੜ੍ਹਦਾ ਹੈ। ਹੁਣ ਦੇਖੋ ਜੀ, ਗੀਤ ਦੇ ਜਿਹੜੀ ਗੀਤਾਂ ਰਾਹੀਂ ਪੜ੍ਹਾਈ ਕਰਾਉਣ ਦੇ 3 ਭਾਗ ਹਨ। 3 ਭਾਗ ਹਨ ਜੀ, ਤਿੰਨ ਕਿਹੜੇ ਕਿਹੜੇ? ਇੱਕ ਤਾਂ ਹੈਗਾ ਜੀ ਅਧਿਆਪਕ ਦੀ ਅਗਵਾਈ ਵਾਸਤੇ ਮਾਟੋ ਹਾਏ ਨਹੀਂ ਮੇਰੀ ਮਾਟੋ, ਉਹ ਮਾਟੋ ਨਹੀਂ, ਇਹ ਦੇਖੋ ਜੀ, ਇਹਦੇ ਵਿੱਚ ਜੇ ਕਿੰਡਰਗਾਰਟਨ ਵਿਧੀ ਨੂੰ ਸਫਲ ਬਣਾਉਣਾ ਹੈ ਤਾਂ ਇੱਕ ਐਕਸਪਰਟ ਅਧਿਆਪਕ ਦੀ ਲੋੜ ਹੈ ਜੀ ਸਾਨੂੰ। ਜਿਸ ਅਧਿਆਪਕ ਨੂੰ ਇਹ ਚੀਜ਼ਾਂ ਬਾਰੇ ਪਤਾ ਹੋਵੇ ਕਿ ਮੈਂ ਇੱਕ ਕਹਾਣੀ ਨੂੰ ਗੀਤ ਦੇ ਵਿੱਚ ਗੁੰਦ ਕੇ, ਗੀਤ ਦੇ ਰੂਪ ਵਿੱਚ ਬਣਾ ਕੇ ਬੱਚੇ ਦੇ ਸਾਹਮਣੇ ਐਕਟਿੰਗ ਕਰਕੇ ਕਿਵੇਂ ਪੇਸ਼ ਕਰਨਾ ਹੈ। ਜੇ ਤਾਂ ਅਧਿਆਪਕ ਨੂੰ ਇਸ ਚੀਜ਼ ਦਾ ਪਤਾ ਹੈ ਫਿਰ ਤਾਂ ਵਿਧੀ ਸਕਸੈਸਫੁਲ ਹੈ, ਅਦਰਵਾਈਜ਼ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਅਧਿਆਪਕ ਦੀ ਅਗਵਾਈ ਕੀਤੀ ਜਾਂਦੀ ਹੈ। ਮਾਟੋ ਦਾ ਸ਼ਾਬਦਿਕ ਅਰਥ ਹੈ ਅਧਿਆਪਕ ਦੀ ਅਗਵਾਈ ਵਾਸਤੇ ਮਾਰਗਦਰਸ਼ਨ ਸਿਧਾਂਤ ਕੁਝ ਬਣਾਏ ਜਾਂਦੇ ਹਨ। ਭਾਵ ਕੀ ਹੈ? ਅਧਿਆਪਕ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਮਾਟੋ ਦਾ ਮਤਲਬ ਹੈ ਅਧਿਆਪਕ ਨੂੰ ਟ੍ਰੇਨਿੰਗ ਦੇਣਾ। ਟ੍ਰੇਨਿੰਗ ਵੀ ਤਾਂ ਜ਼ਰੂਰੀ ਹੈ ਨਾ, ਕਿਉਂਕਿ ਜੇ ਬਿਨਾਂ ਟ੍ਰੇਨਿੰਗ ਤੋਂ ਅਧਿਆਪਕ ਇਸ ਚੀਜ਼ ਨੂੰ ਗੀਤਾਂ ਦੇ ਰਾਹੀਂ ਕਿਵੇਂ ਭਾਸ਼ਾ ਸਿਖਾਏਗਾ? ਉਹ ਸਭ ਤੋਂ ਪਹਿਲਾਂ ਅਧਿਆਪਕ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਜਿਵੇਂ ਤੁਸੀਂ BSTC B.Ed ਦੀ ਟ੍ਰੇਨਿੰਗ ਲਈ ਆ, ਉਵੇਂ ਹੀ ਜਦੋਂ ਇੱਕ ਅਧਿਆਪਕ ਕਿੰਡਰਗਾਰਟਨ ਦੇ ਰੂਪ ਵਿੱਚ ਬੱਚੇ ਨੂੰ ਪੜ੍ਹਾਉਂਦਾ ਹੈ ਇਸ ਵਿਧੀ ਦੀ ਵਰਤੋਂ ਕਰਦਾ ਹੋਇਆ, ਤਾਂ ਉਦੋਂ ਉਸ ਨੂੰ ਸਭ ਤੋਂ ਪਹਿਲਾਂ ਟ੍ਰੇਨਿੰਗ ਦਿੱਤੀ ਜਾਵੇਗੀ। ਫਿਰ ਅਧਿਆਪਕ ਸੰਗੀਤ ਭਰੀ ਤੁਕਬੰਦੀ ਨੂੰ ਬੱਚਿਆਂ ਦੇ ਸਾਹਮਣੇ ਪੇਸ਼ ਕਰੇਗਾ, ਨਾਲ ਨਾਲ ਐਕਟਿੰਗ ਕਰੇਗਾ। ਬੱਚੇ ਉਸ ਦੀ ਨਕਲ ਕਰਦੇ ਹੋਏ ਭਾਸ਼ਾ ਨੂੰ ਸਿੱਖਣਗੇ। ਗੀਤ ਨੂੰ ਚਿੱਤਰਦੀ ਹੋਈ ਇੱਕ ਤਸਵੀਰ, ਉਸ ਤੋਂ ਬਾਅਦ ਉਸ ਕਹਾਣੀ ਦੇ ਨਾਲ ਸੰਬੰਧਿਤ, ਉਸ ਗੀਤ ਦੇ ਨਾਲ ਸੰਬੰਧਿਤ ਇੱਕ ਤਸਵੀਰ ਬੱਚੇ ਸਾਹਮਣੇ ਪੇਸ਼ ਕੀਤੀ ਜਾਵੇਗੀ। ਉਸ ਤਸਵੀਰ ਨੂੰ ਵੇਖ ਕੇ ਬੱਚਾ ਉਸ ਕਹਾਣੀ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਦਾ ਮੌਖਿਕ ਅਤੇ ਲਿਖਤ ਅਭਿਆਸ ਕਰੇਗਾ। ਇਹ ਹੈ ਜੀ ਕਿੰਡਰਗਾਰਟਨ ਵਿਧੀ ਰਾਹੀਂ ਭਾਸ਼ਾ ਸਿੱਖਣ ਦਾ ਤਰੀਕਾ। ਸਭ ਤੋਂ ਪਹਿਲਾਂ ਕੀ ਕਰੇਗਾ? ਅਧਿਆਪਕ ਇੱਕ ਸੰਗੀਤ ਭਰੀ ਤੁਕਬੰਦੀ ਬੱਚਿਆਂ ਨੂੰ ਸੁਣਾਏਗਾ, ਨਾਲ ਨਾਲ ਐਕਟਿੰਗ ਕਰੇਗਾ। ਬੱਚੇ ਅਧਿਆਪਕ ਦੀ ਨਕਲ ਕਰਨਗੇ। ਜਦੋਂ ਇਹ ਚੀਜ਼ ਕਲੀਅਰ ਹੋ ਗਈ, ਉਸ ਤੋਂ ਬਾਅਦ ਬੱਚੇ ਦੇ ਸਾਹਮਣੇ ਇੱਕ ਤਸਵੀਰ, ਉਸ ਗੀਤ ਦੇ ਨਾਲ, ਉਸ ਕਹਾਣੀ ਦੇ ਨਾਲ ਸੰਬੰਧਿਤ ਤਸਵੀਰ ਬੱਚੇ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ। ਬੱਚਾ ਉਸ ਤਸਵੀਰ ਦੇ ਅਨੁਸਾਰ ਮੌਖਿਕ ਅਤੇ ਲਿਖਿਤ ਅਭਿਆਸ ਕਰੇਗਾ। ਇਹ ਹੈ ਜੀ ਸਾਡੀ ਕਿੰਡਰਗਾਰਟਨ ਵਿਧੀ। ਬੇਸਿਕ ਗੱਲਾਂ ਇਹਦੇ ਵਿੱਚ ਤੁਸੀਂ ਧਿਆਨ ਰੱਖਣੀਆਂ ਬਸ। ਹਾਂਜੀ, ਹੁਣ ਗੱਲ ਕਰਨੀ ਆ ਆਪਾਂ ਪ੍ਰੋਜੈਕਟ ਵਿਧੀ ਦੀ, ਯੋਜਨਾ ਵਿਧੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇਹਦੇ ਨਾਲ ਇਹ ਜਿਹੜੀਆਂ ਵਿਧੀਆਂ ਹੈ ਨਾ ਸਾਡੀਆਂ, ਇਹਦੇ ਨਾਲ ਸੰਬੰਧਿਤ ਜਿਹੜੇ ਮੇਰੇ ਹੱਥ ਲਿਖਤ ਨੋਟਸ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਜਿਹੜਾ ਡਿਸਕ੍ਰਿਪਸ਼ਨ ਆ ਉਹਦੇ ਵਿੱਚ ਅਵੇਲੇਬਲ ਕਰਵਾ ਦਿੱਤੇ ਜਾਣਗੇ। ਉੱਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ। ਕਿਉਂਕਿ ਦੇਖੋ ਜੀ, ਵਿਧੀਆਂ ਦੀ ਮੈਂ ਵੇਖਿਆ ਬੇਸਿਕ ਜੀ ਚੀਜ਼ ਹੀ ਆਉਂਦੀ ਹੈ, ਬੇਸਿਕ ਜਿਹਾ ਪ੍ਰਸ਼ਨ ਆਉਂਦਾ। ਵਾਰੀ ਤੁਸੀਂ ਘਬਰਾਉਣਾ ਨਹੀਂਗਾ। ਕੋਈ ਜ਼ਿਆਦਾ ਐਵੇਂ ਇੱਧਰੋਂ ਉੱਧਰੋਂ ਫਾਲਤੂ ਦੀ ਚੀਜ਼ ਇਕੱਠੀ ਕਰਕੇ ਪੜ੍ਹਨ ਦਾ ਤੁਸੀਂ ਐਵੇਂ ਦਾ ਨਹੀਂ ਰੱਖਣਾ, ਆਪਣਾ ਸਮਾਂ ਬਰਬਾਦ ਨਹੀਂ ਕਰਨਾ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਹੁਤ ਹੀ ਸਭ ਤੋਂ ਪਹਿਲਾਂ ਜਦੋਂ ਆਪਣਾ ਕੰਟੈਂਟ ਕਲੀਅਰ ਹੈ, ਇਹਦੇ ਵਿੱਚੋਂ ਜਿਹੜੀਆਂ ਬੇਸਿਕ ਗੱਲਾਂ ਜੇ ਸਾਨੂੰ ਪਤਾ ਹੈ ਨਾ, ਫਿਰ ਜੋ ਮਰਜ਼ੀ ਕੋਈ ਦਿੱਕਤ ਨਹੀਂ, ਫਿਰ ਕੋਈ ਦਿੱਕਤ ਨਹੀਂ ਜੀ, ਫਿਰ ਜਿੱਥੋਂ ਮਰਜ਼ੀ ਪ੍ਰਸ਼ਨ ਆ ਜੇ। ਪਰ ਜਿੰਨਾ ਚਿਰ ਸਾਨੂੰ ਬੇਸਿਕ ਗੱਲ ਦਾ ਨਹੀਂ ਪਤਾ, ਉਹਨਾਂ ਚਿਰ ਅਸੀਂ ਇਹਦੇ ਵਿੱਚ ਥੋੜ੍ਹੇ ਜਿਹੇ ਅਧੂਰੇ ਰਹਿ ਜਾਂਦੇ ਹਾਂ। ਸਾਡਾ ਪ੍ਰਸ਼ਨ ਗਲਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸੋ ਇਹਦੇ ਨਾਲ ਸੰਬੰਧਿਤ ਜਿਹੜੇ ਹੋਣਗੇ ਇਹ ਸਾਡੇ ਜਿਹੜੇ ਨੋਟਸ ਨੇ, ਇਹ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚੋਂ ਡਾਊਨਲੋਡ ਕਰ ਲਿਓ। ਅਤੇ ਜਿਹੜਾ ਟੈਲੀਗ੍ਰਾਮ ਵਾਲਾ ਚੈਨਲ ਆ ਉਹਦੇ ਵਿੱਚ ਵੀ ਬਕਾਇਦਾ ਪਾ ਦਿੱਤੇ ਜਾਣਗੇ। ਉਹ ਇਹਨਾਂ ਦੀ ਜਿਹੜੀ 3-4 ਪੇਜਾਂ ਦੀ ਕੋਈ PDF ਆ ਉਹ ਮੈਂ ਪਾ ਦੂੰਗਾ ਜੀ। ਹੁਣ ਦੇਖੋ ਜੀ, ਪ੍ਰੋਜੈਕਟ ਵਿਧੀ ਦੀ ਆਪਾਂ ਗੱਲ ਕਰਦੇ ਹਾਂ ਜੀ। ਦੇਖੋ ਜੀ, ਜਿਹੜਾ ਲਾਰਡ ਡਿਊਈ ਸੀ, ਉਹਨੇ ਇੱਕ ਗੱਲ ਨੋਟ ਕੀਤੀ ਕਿ ਜਿਹੜੇ ਬੱਚਿਆਂ ਨੂੰ ਜਦੋਂ ਆਪਾਂ ਕਲਾਸ ਦੇ ਵਿੱਚ ਪੜ੍ਹਾਉਂਦੇ ਹਾਂ ਤਾਂ ਬੱਚੇ ਨੂੰ ਸਾਹ ਘੁੱਟਵਾਂ ਵਾਤਾਵਰਣ ਫੀਲ ਹੁੰਦਾ। ਬੱਚਾ ਉਸ ਵਾਤਾਵਰਣ ਦੇ ਵਿੱਚ ਅੱਛਾ ਫੀਲ ਨਹੀਂ ਕਰਦਾ, ਸੁਤੰਤਰ ਮਹਿਸੂਸ ਨਹੀਂ ਕਰਦਾ। ਜਦੋਂ ਇਹ ਗੱਲ ਉਹਨੇ ਨੋਟ ਕੀਤੀ ਤਾਂ ਉਦੋਂ ਉਸਨੇ ਕੀ ਕੀਤਾ ਕਿ ਕਿਉਂ ਨਾ ਬੱਚੇ ਨੂੰ, ਜਿਹੜੀ ਬੱਚੇ ਦੀ ਸਿੱਖਿਆ ਹੈ ਉਸ ਨੂੰ ਜੀਵਨ ਦੀ ਕਿਸੇ ਸਥਿਤੀ ਦੇ ਨਾਲ ਜੋੜਿਆ ਜਾਵੇ, ਬੱਚੇ ਦੇ ਜੀਵਨ ਦੇ ਨਾਲ ਸੰਬੰਧਿਤ ਕੀਤਾ ਜਾਵੇ।
ਉਸਦੇ ਜੀਵਨ ਦੇ ਵਿੱਚ ਹੀ ਕੁਝ ਅਜਿਹਾ ਵਾਤਾਵਰਣ ਬਣਾ ਦਿੱਤਾ ਜਾਵੇ ਕਿ ਬੱਚਾ ਉਸ ਜੀਵਨ ਸੰਬੰਧੀ ਘਟਨਾ ਤੋਂ ਕੁਝ ਸਿੱਖੇ। ਸੋ ਕਿਸੇ ਜੀਵਨ ਸਥਿਤੀ ਨੂੰ ਪ੍ਰੋਜੈਕਟ ਦੇ ਰੂਪ ਵਿੱਚ ਉਸਨੇ ਤਿਆਰ ਕਰ ਲਿਆ। ਜੀਵਨ ਦੇ ਵਿੱਚ ਹੀ ਕੁਝ ਅਜਿਹੀ ਸਥਿਤੀਆਂ ਪੈਦਾ ਹੋ ਜਾਂਦੀਆਂ ਜੀ। ਦੇਖੋ ਜੀ, ਸਭ ਤੋਂ ਵੱਡੀ ਗੱਲ ਹੈ ਬੰਦਾ ਹਾਲਾਤਾਂ ਤੋਂ ਸਿੱਖਦਾ ਜੀ ਕਹਿੰਦੇ, ਅਤੇ ਇਹ ਵਿਧੀ ਹੈ ਜਿਹੜੀ ਇਹ ਹਾਲਾਤਾਂ ਤੋਂ ਸਿਖਾਉਣ ਦੀ ਸਭ ਤੋਂ ਵੱਡੀ, ਦੇਖੋ ਜੀ, ਸਮਰਥਕ ਇਹ ਹੈ ਸਭ ਤੋਂ ਵੱਡੀ ਵੀ ਜੀਵਨ ਸਥਿਤੀ ਬੱਚੇ ਦੇ ਇਹੋ ਜਿਹੀ ਜੀਵਨ ਦੇ ਵਿੱਚ ਹੀ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਜਾਵੇ ਕਿ ਬੱਚੇ ਨੂੰ ਉਸ ਨੂੰ ਇੱਕ ਪ੍ਰੋਜੈਕਟ ਦੇ ਰੂਪ ਵਿੱਚ ਆਪਾਂ ਬੱਚੇ ਨੂੰ ਭਾਸ਼ਾ ਸਿਖਾ ਸਕੀਏ। ਕਿਉਂਕਿ ਸਾਡਾ ਮਕਸਦ ਕੀ ਹੈ? ਭਾਸ਼ਾ ਸਿਖਾਉਣੀ ਹੈ। ਅਤੇ ਬੱਚੇ ਨੂੰ ਕਿਉਂ ਨਾ ਜੀਵਨ ਦੇ ਵਿੱਚ ਕੋਈ ਸਥਿਤੀ ਪੈਦਾ ਕਰਕੇ ਉਸ ਦੇ ਰੂਪ ਵਿੱਚ ਉਸ ਨੂੰ ਭਾਸ਼ਾ ਬੱਚੇ ਨੂੰ ਸਿਖਾਈ ਜਾਵੇ। ਬੱਚਾ ਜੀਵਨ ਦੇ ਨੇੜੇ ਰਹਿ ਕੇ ਭਾਸ਼ਾ ਸਿੱਖੇ। ਕਿਉਂਕਿ ਦੇਖੋ ਜੀ, ਭਾਸ਼ਾ ਬੱਚੇ ਨੇ ਜਦੋਂ ਸਿੱਖ ਲਈ ਤਾਂ ਬੱਚੇ ਦੇ ਜੀਵਨ ਦੇ ਵਿੱਚ ਹੀ ਕੰਮ ਆਉਣੀ ਹੈ। ਜੀਵਨ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਫੇਸ ਕਰਦੇ ਹਾਂ, ਬਹੁਤ ਤਰ੍ਹਾਂ ਦੇ ਤੱਥ, ਬਹੁਤ ਤਰ੍ਹਾਂ ਦੇ ਐਕਸਪੀਰੀਅੰਸ ਸਾਨੂੰ ਜੀਵਨ ਤੋਂ ਮਿਲਦੇ ਆ। ਸੋ ਉਹਨਾਂ ਦੇ ਆਧਾਰ 'ਤੇ ਪ੍ਰੋਜੈਕਟ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚਾ ਆਪ ਕੰਮ ਕਰਕੇ ਪ੍ਰਤੱਖ ਅਨੁਭਵ ਰਾਹੀਂ ਭਾਸ਼ਾ ਸਿੱਖਦਾ ਹੈ। ਕਿਉਂਕਿ ਉਹ ਜਿਹੜੀ ਗੱਲ ਹੈ ਜਿਹੜੀ ਉਹ ਬੱਚੇ ਦੇ ਜੀਵਨ ਨਾਲ ਸੰਬੰਧਿਤ ਹੈ। ਜਿਸ ਗੱਲ ਨੂੰ ਲੈ ਕੇ, ਜਿਸ ਪ੍ਰੋਜੈਕਟ ਨੂੰ ਲੈ ਕੇ ਅਸੀਂ ਬੱਚੇ ਨੂੰ ਭਾਸ਼ਾ ਸਿਖਾਉਣੀ ਹੈ, ਉਹ ਗੱਲ ਜਾਂ ਉਹ ਪ੍ਰੋਜੈਕਟ ਬੱਚੇ ਦੇ ਵਾਸਤਵਿਕ ਜੀਵਨ ਦੇ ਨਾਲ ਸੰਬੰਧਿਤ ਹੈ। ਇਸ ਕਰਕੇ ਉਸ ਨੂੰ ਕਿਹਾ ਜਾਂਦਾ ਹੈ ਪ੍ਰਤੱਖ ਅਨੁਭਵ। ਬੱਚਾ ਆਪ ਕੰਮ ਕਰਕੇ ਪ੍ਰਤੱਖ ਅਨੁਭਵ ਰਾਹੀਂ ਭਾਸ਼ਾ ਸਿੱਖਦਾ ਹੈ। ਜਦੋਂ ਆਪਾਂ ਬੱਚੇ ਨੂੰ ਨਵਾਂ ਗਿਆਨ ਪ੍ਰਦਾਨ ਕਰਨਾ ਹੈ ਤਾਂ ਉਸ ਨੂੰ ਪੂਰੇ ਦੇ ਪੂਰੇ ਰੂਪ ਵਿੱਚ, ਸਮੁੱਚੇ ਰੂਪ ਵਿੱਚ ਬੱਚਾ ਗਿਆਨ ਗ੍ਰਹਿਣ ਕਰਦਾ ਹੈ। ਸਮੁੱਚੇ ਦਾ ਸ਼ਾਬਦਿਕ ਅਰਥ ਹੈ ਸਾਰੇ ਦਾ ਸਾਰਾ। ਸਾਰੇ ਰੂਪ ਵਿੱਚ ਉਸ ਨੂੰ ਪੂਰਾ ਇੱਕ ਰੂਪ ਵਿੱਚ ਗ੍ਰਹਿਣ ਕਰੇਗਾ। ਖੰਡ ਕਰਕੇ ਉਸ ਗਿਆਨ ਨੂੰ ਪ੍ਰਾਪਤ ਨਹੀਂ ਕਰੇਗਾ। ਸਮੁੱਚੇ ਰੂਪ ਵਿੱਚ ਗ੍ਰਹਿਣ ਕਰੇਗਾ। ਪੂਰਨ ਤੋਂ ਅੰਸ਼ ਵੱਲ ਜਿਹੜਾ ਸਿੱਖਿਆ ਸੂਤਰ ਹੈ ਉਸ ਨੂੰ ਇਲੈਬੋਰੇਟ ਕਰਕੇ ਜੇਕਰ ਲਿਖੀਏ ਤਾਂ ਆਹ ਹੀ ਗੱਲ ਸੇਮ ਹੀ ਹੈ ਕਿ ਨਵੇਂ ਗਿਆਨ ਨੂੰ ਸਮੁੱਚੇ ਰੂਪ ਦੇ ਵਿੱਚ ਗ੍ਰਹਿਣ ਕਰਨਾ, ਉਸ ਨੂੰ ਸਭ ਤੋਂ ਪਹਿਲਾਂ ਪੂਰੇ ਸਾਰੇ ਦੇ ਸਾਰੇ ਰੂਪ ਵਿੱਚ ਬੱਚੇ ਨੂੰ ਪ੍ਰਦਾਨ ਕਰ ਦੇਣਾ। ਪ੍ਰੋਜੈਕਟ ਵਿਧੀ ਦੇ ਕਿਹੜੇ ਸਟੈਪ ਨੇ ਜੀ? ਸਭ ਤੋਂ ਪਹਿਲਾਂ ਤਾਂ ਪ੍ਰੋਜੈਕਟ ਦੀ ਚੋਣ ਕਰਨੀ ਹੈ ਜੀ। ਦੇਖੋ ਜੀ, ਅਧਿਆਪਕ ਤੇ ਵਿਦਿਆਰਥੀ ਕਲਾਸ ਵਾਲੇ ਸਾਰੇ ਇਹ ਰਲ ਕੇ ਕੋਈ ਇੱਕ ਪ੍ਰੋਜੈਕਟ ਚੁਣਨਗੇ। ਮੰਨ ਲਓ ਬੱਚਿਆਂ ਨੇ ਚੁਣ ਲਿਆ ਕਿ ਆਪਾਂ ਇਸ ਸਾਲ ਭਗਤ ਸਿੰਘ ਜਯੰਤੀ 'ਤੇ ਨਾਟਕ ਖੇਡਣਾ ਸਕੂਲ ਦੇ ਵਿੱਚ। ਪ੍ਰੋਜੈਕਟ ਦੀ ਹੋ ਗਈ ਜੀ ਚੋਣ। ਸਾਰੇ ਜਿਹੜਾ ਜਮਾਤ ਦਾ ਅਧਿਆਪਕ ਹੈ ਅਤੇ ਸਾਰੇ ਬੱਚੇ ਨੇ, ਉਹਨਾਂ ਨੇ ਰਲ ਕੇ ਪ੍ਰੋਜੈਕਟ ਦੀ ਚੋਣ ਕੀਤੀ ਹੈ। ਹਰ ਇੱਕ ਬੱਚੇ ਨੇ ਆਪਣਾ ਸੁਝਾਅ ਉੱਥੇ ਪੇਸ਼ ਕੀਤਾ ਹੈ। ਇਹਦੇ ਵਿੱਚ ਕੀ ਹੋਇਆ? ਬੱਚੇ ਦਾ ਮੌਖਿਕ ਅਭਿਆਸ ਹੋ ਰਿਹਾ, ਬੱਚੇ ਦਾ ਸੁਣਨ ਸੰਬੰਧੀ ਅਭਿਆਸ ਵੀ ਹੋ ਰਿਹਾ ਅਤੇ ਬੋਲਣ ਸੰਬੰਧੀ ਅਭਿਆਸ ਵੀ ਹੋ ਰਿਹਾ। ਬੱਚਾ ਆਪਣੇ ਆਪ ਨੂੰ ਪ੍ਰਗਟ ਕਰਕੇ ਕਹਿ ਰਿਹਾ ਕਿ ਆਪਾਂ ਆਹ ਪ੍ਰੋਜੈਕਟ ਚੋਣ ਕਰੀਏ, ਜੇ ਆਪਾਂ ਆਹ ਪ੍ਰੋਜੈਕਟ ਚੋਣ ਕਰਦੇ ਹਾਂ ਤਾਂ ਆਪਾਂ ਨੂੰ ਆਹ ਨਫਾ, ਆਹ ਨੁਕਸਾਨ ਹੈ। ਇਸ ਤਰ੍ਹਾਂ ਕਰਕੇ ਆਪਸ ਦੇ ਵਿੱਚ ਜਦੋਂ ਗੱਲਬਾਤ ਵਿਚਾਰ ਵਟਾਂਦਰੇ ਰਾਹੀਂ ਕੀ ਕਰਨਗੇ, ਅਧਿਆਪਕ ਦੇ ਬੱਚੇ ਪ੍ਰੋਜੈਕਟ ਨੂੰ ਚੁਣ ਲੈਣਗੇ। ਲਓ ਜੀ, ਹੁਣ ਪ੍ਰੋਜੈਕਟ ਉਹਨਾਂ ਨੇ ਚੁਣ ਲਿਆ ਵੀ ਭਗਤ ਸਿੰਘ ਜਯੰਤੀ 'ਤੇ ਆਪਾਂ ਇੱਕ ਨਾਟਕ ਖੇਡਣਾ। ਹੋ ਗਈ ਜੀ ਗੱਲ ਕਲੀਅਰ। ਉਸ ਤੋਂ ਬਾਅਦ ਹੈ ਜੀ ਪ੍ਰੋਜੈਕਟ ਦੀ ਯੋਜਨਾਬੰਦੀ। ਦੂਸਰਾ ਸਟੈਪ ਪ੍ਰੋਜੈਕਟ ਦੀ ਯੋਜਨਾਬੰਦੀ ਦੇ ਵਿੱਚ ਕੀ ਹੈ ਜੀ? ਫਿਰ ਇੱਕ ਬੈਠਕ ਰੱਖੀ ਜਾਊਗੀ। ਜਿਵੇਂ ਕਿਸਾਨਾਂ ਅਤੇ ਸਰਕਾਰ ਦੀ ਬੈਠਕ ਵਾਰੀ ਹੈ, ਪਰ ਨਤੀਜਾ ਕੋਈ ਨਹੀਂ ਨਿਕਲ ਰਿਹਾ। ਰੱਬ ਕਰੇ ਨਤੀਜਾ ਛੇਤੀ ਨਿਕਲੇ। ਪ੍ਰੋਜੈਕਟ ਦੀ ਯੋਜਨਾਬੰਦੀ ਹੈ, ਪ੍ਰੋਜੈਕਟ ਸੰਬੰਧੀ ਕੀਤੇ ਜਾਣ ਵਾਲੇ ਕੰਮਾਂ ਦਾ ਵਿਸਤਾਰਪੂਰਵਕ ਵੇਰਵਾ ਦਿੱਤਾ ਜਾਵੇਗਾ। ਇੱਥੇ ਪ੍ਰੋਜੈਕਟ ਦੇ ਨਾਲ ਸੰਬੰਧਿਤ ਕੰਮ, ਪ੍ਰੋਜੈਕਟ ਕੀ ਚੁਣ ਲਿਆ ਬੱਚਿਆਂ ਨੇ ਵੀ ਅਸੀਂ ਨਾਟਕ ਖੇਡਣਾ ਹੈ। ਨਾਟਕ ਖੇਡਣ ਵਾਸਤੇ ਕੀ ਚਾਹੀਦਾ ਜੀ? ਸਟੇਜ ਚਾਹੀਦੀ ਹੈ, ਵਸਤਰ ਚਾਹੀਦੇ ਆ, ਜਿਹੜੀ ਵੇਸ਼ਭੂਸ਼ਾ ਜਿਹੜੀ ਉਹ ਸਮੇਂ ਦੇ ਅਨੁਸਾਰ ਚਾਹੀਦੀ ਹੈ ਨਾ। ਕੁਝ ਅੰਗਰੇਜ਼ ਵੀ ਬਣਨਗੇ, ਕੁਝ ਲੋਕ ਇੰਡੀਅਨ ਵੀ ਹੋਣਗੇ, ਉਹਨਾਂ ਦੀ ਵੇਸ਼ਭੂਸ਼ਾ ਹੈ ਨਾ, ਉਹਦਾ ਵੀ ਹਿਸਾਬ ਰੱਖਿਆ ਜਾਊਗਾ। ਉਹ ਬੈਕਗਰਾਊਂਡ ਮਿਊਜ਼ਿਕ ਵਗੈਰਾ ਜਿਹੜਾ ਨਾਟਕ ਦੇ ਵਿੱਚ ਹੁੰਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਨੂੰ ਕਿਹਾ ਜਾਂਦਾ ਹੈ ਪ੍ਰੋਜੈਕਟ ਦੀ ਯੋਜਨਾਬੰਦੀ ਕਰਨੀ। ਕੰਮਾਂ ਦਾ ਵਿਸਤਾਰਪੂਰਵਕ ਵੇਰਵਾ ਦਿੱਤਾ ਜਾਊਗਾ ਜੀ। ਵਿਸਤਾਰਪੂਰਵਕ ਵੇਰਵਾ ਹੋ ਗਿਆ ਵੀ ਆਪਾਂ ਕਿਹੜੇ ਕੰਮ ਕਰਨੇ ਹਨ। ਜਦੋਂ ਆਪਾਂ ਸਟੇਜ ਦੇ ਉੱਪਰ ਨਾਟਕ ਖੇਡਣਾ ਹੈ ਤਾਂ ਉਦੋਂ ਬੱਚੇ ਕਿਹੜੇ ਕੰਮ ਕਰਨਗੇ। ਉਸ ਸਮੇਂ ਹੁਣ ਕਿਸੇ ਨੇ ਮਹਿਮਾਨਾਂ ਨੂੰ ਵੀ ਤਾਂ ਸੱਦਣਾ ਹੈ ਨਾ ਵੀ ਨਾਟਕ ਜਦੋਂ ਖੇਡਣਾ ਹੈ, ਵੇਖਣ ਵਾਲੇ ਦਰਸ਼ਕ ਵੀ ਤਾਂ ਹੋਣੇ ਚਾਹੀਦੇ ਨੇ ਨਾ। ਅਤੇ ਜਦੋਂ ਦਰਸ਼ਕਾਂ ਨੂੰ ਸੱਦਣਾ ਉਹਨਾਂ ਨੂੰ ਵੇਖੋ ਜੀ, ਉਹਨਾਂ ਨੂੰ ਫਿਰ ਉਹਨਾਂ ਦੇ ਪਹਿਲਾਂ ਐਡਰੈਸ ਲੱਭਣੇ ਪੈਣਗੇ ਵੀ ਆਪਾਂ ਕਿਹੜੇ ਬੰਦੇ ਨੂੰ ਸੱਦਣਾ ਹੈ, ਕਿਹੜੇ ਖਾਸ ਬੰਦੇ ਨੂੰ ਸੱਦਣਾ ਹੈ ਨਾ। ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਜੇ ਚਿੱਠੀ ਪੱਤਰਾਂ ਰਾਹੀਂ ਸੱਦਣਾ ਵੀ, ਜੇ ਮੰਨ ਲਓ ਫੋਨ ਵਾਲਾ ਮੰਨ ਲਓ ਹੈ ਨਹੀਂ ਸਿਸਟਮ,
ਵੀ ਸਾਹਮਣੇ ਵਾਲਾ ਬੰਦਾ ਜਿਹੜਾ ਫੋਨ ਨਹੀਂ ਚੱਕ ਰਿਹਾ, ਫਿਰ ਆਪਾਂ ਉਹਨੂੰ ਕੀ ਹੈ, ਉਹਨੂੰ ਡਾਕ ਦੇ ਵਿੱਚ ਚਿੱਠੀ ਪਾਵਾਂਗੇ। ਲੈ ਵੀ ਹੁਣ ਉਹ ਚਿੱਠੀ ਰਾਹੀਂ ਉਹਦੇ ਵਿੱਚ ਐਡਰੈਸ ਲਿਖਣ ਵਗੈਰਾ ਦਾ ਸਾਰਾ ਕੰਮ, ਲਿਖਤੀ ਕੰਮ ਕੌਣ ਕਰੂਗਾ, ਮਹਿਮਾਨਬਾਜ਼ੀ ਕੌਣ ਕਰੂਗਾ, ਕੁਰਸੀਆਂ ਦਾ ਪ੍ਰਬੰਧ ਕੌਣ ਕਰੂਗਾ, ਸਟੇਜ ਨੂੰ ਕੌਣ ਸੰਭਾਲੂਗਾ, ਇਹ ਚੀਜ਼ਾਂ ਸਾਰੀਆਂ ਜਿਹੜੀਆਂ ਇਹ ਯੋਜਨਾਬੰਦ ਰੂਪ ਦੇ ਵਿੱਚ ਇੱਥੇ ਯੋਜਨਾਬੰਦੀ ਕਰ ਲਈ ਜਾਂਦੀ ਹੈ। ਉਸ ਤੋਂ ਬਾਅਦ ਹੈ ਜੀ ਕੰਮਾਂ ਦੀ ਵੰਡ। ਬੱਚੇ ਦੀ ਰੁਚੀ ਅਤੇ ਯੋਗਤਾ ਅਨੁਸਾਰ ਉਸ ਨੂੰ ਕੰਮ ਵੰਡ ਦਿੱਤਾ ਜਾਂਦਾ ਹੈ। ਬੱਚੇ ਦੀ ਇੱਥੇ ਕੀ ਹੈ, ਬੱਚੇ ਦੀ ਵੀ ਇੱਛਾ ਪੁੱਛੀ ਜਾਂਦੀ ਹੈ, ਹਾਂ ਵੀ ਤੇਰੀ ਅੰਤਿਮ ਇੱਛਾ ਕੀ ਹੈ। ਬੱਚਾ ਦੱਸਦਾ ਜੀ ਮੈਂ ਤਾਂ ਜੀ ਇਸ ਕੰਮ ਦੇ ਵਿੱਚ ਸਰ ਜੀ ਜ਼ਿਆਦਾ ਐਕਸਪਰਟ ਹਾਂ। ਇੱਥੇ ਫਿਰ ਕੀ ਹੈ, ਪ੍ਰੋਜੈਕਟ ਦੀ ਜਦੋਂ ਯੋਜਨਾਬੰਦੀ ਕੀਤੀ, ਇੱਥੇ ਵੀ ਬੱਚਿਆਂ ਦਾ ਮੌਖਿਕ ਅਭਿਆਸ ਹੋ ਰਿਹਾ। ਬੱਚੇ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਦੇ ਹੋਏ ਭਾਸ਼ਾ ਸਿੱਖ ਰਹੇ ਨੇ ਨਾਲ ਨਾਲ। ਉਸ ਤੋਂ ਬਾਅਦ ਜਦੋਂ ਕੰਮਾਂ ਦੀ ਵੰਡ ਹੋਵੇਗੀ, ਉਦੋਂ ਫਿਰ ਇੱਕ ਬੈਠਕ ਬੁਲਾਈ ਜਾਵੇਗੀ ਤਾਂ ਉਹਦੇ ਵਿੱਚ ਦੱਸਿਆ ਜਾਵੇਗਾ ਕਿ ਕਿਹੜਾ ਕੰਮ ਹੈ ਜਿਹੜਾ ਉਹ ਕਿਹੜੇ ਬੱਚੇ ਨੇ ਕਰਨਾ ਹੈ। ਇੱਥੇ ਸਿਲੈਕਟ ਹੋ ਗਿਆ ਜੀ ਸਾਰਾ ਕੰਮ। ਹੁਣ ਦੇਖੋ ਜੀ, ਕੰਮ ਜਦੋਂ ਵੰਡ ਤੇ ਸਾਰਿਆਂ ਨੂੰ, ਹਰ ਕੰਮ ਦੇ ਵਿੱਚ 3 ਤਰੀਕੇ ਹੋਣਗੇ ਜੀ ਉਸ ਕੰਮ ਦੇ। ਉਸ ਕੰਮ ਨੂੰ ਕਰਨਾ ਕੀ ਹੈ, ਉਸ ਕੰਮ ਨੂੰ ਕਰਨ 3 ਤਰੀਕਿਆਂ ਨਾਲ ਕਰਨਾ। ਇੱਕ ਤਾਂ ਪੜ੍ਹ ਕੇ ਕਰਨਾ, ਇੱਕ ਉਸ ਕੰਮ ਦੇ ਸੰਬੰਧੀ ਮੌਖਿਕ ਅਭਿਆਸ ਕਰਨਾ ਹੈ, ਤੇ ਇੱਕ ਉਸ ਕੰਮ ਦੇ ਸੰਬੰਧੀ ਇੱਕ ਲਿਖਤੀ ਰਿਪੋਰਟ ਬਣਾਉਣੀ ਹੈ। ਠੀਕ ਹੈ ਜੀ, ਇੱਥੇ ਵਿਸਤਾਰਪੂਰਵਕ ਵੇਰਵਾ ਹੋ ਗਿਆ। ਕੰਮਾਂ ਦੀ ਵੰਡ ਦੇ ਵਿੱਚ ਕੰਮਾਂ ਦੀ ਵੰਡ ਹੋ ਗਈ ਹੈ ਜੀ। ਬੱਚੇ ਨੇ ਆਪਣਾ ਇੱਕ ਕੰਮ ਸਿਲੈਕਟ ਕਰ ਲਿਆ ਹੈ। ਮੰਨ ਲਓ ਇੱਕ ਬੱਚਾ ਸੀ, ਉਸ ਨੇ ਕੀ ਕੀਤਾ, ਉਹਨੇ ਇੱਕ ਸਿਲੈਕਟ ਕਰ ਲਿਆ ਕੰਮ ਜੀ, ਮੈਂ ਸਟੇਜ ਸੰਭਾਲੂੰਗਾ। ਸਟੇਜ ਵਾਲਾ ਜਿਹੜਾ ਸਟੇਜ ਸੈਕਟਰੀ ਦੇ ਰੂਪ ਵਿੱਚ ਆਪਾਂ ਕਹਿ ਦਿੰਦੇ ਹਾਂ ਜਿਹਨੂੰ, ਉਹ ਕੰਮ ਹੈ ਜੀ ਮੇਰਾ। ਚਲੋ ਠੀਕ ਹੈ ਜੀ, ਗੱਲ ਕਲੀਅਰ ਹੋ ਗਈ। ਉਸ ਤੋਂ ਬਾਅਦ ਬੱਚਾ ਉਸ ਆਪਣੇ ਸਟੇਜ ਦੇ ਕੰਮ ਸੰਬੰਧੀ ਪੜ੍ਹਨ ਦਾ ਕੰਮ ਕਰੇਗਾ। ਪੜ੍ਹਨ ਦਾ ਕੰਮ ਕੀ ਕਰੇਗਾ, ਅਧਿਆਪਕ ਉਸ ਨੂੰ ਸਟੇਜ ਸੰਭਾਲਣ ਸੰਬੰਧੀ ਜਿਹੜਾ ਕੰਮ ਹੈ ਉਹਦੇ ਨਾਲ ਸੰਬੰਧਿਤ ਪਾਠ ਪੁਸਤਕਾਂ ਦੱਸੇਗਾ ਕਿ ਲਾਇਬ੍ਰੇਰੀ ਦੇ ਵਿੱਚ ਵੀ ਜਾ ਤੂੰ ਅਤੇ ਉੱਥੇ ਫਲਾਣੇ ਜਿਹੜੀ ਪਾਠ ਪੁਸਤਕ ਹੈ ਨਾ ਉਹਦੇ ਵਿੱਚ ਦਿੱਤਾ ਵੀ ਵਧੀਆ ਸਟੇਜ ਸੈਕਟਰੀ ਕਿਵੇਂ ਬਣਿਆ ਜਾਵੇ। ਬੱਚਾ ਕੀ ਕਰੇਗਾ, ਉਹਨਾਂ ਪਾਠ ਪੁਸਤਕਾਂ, ਉਹ ਨੋਟਸ ਜਿਹੜੇ ਉਹਨਾਂ ਦੇ ਵਿੱਚੋਂ ਆਪਣੇ ਨਾਲ ਸੰਬੰਧਿਤ ਜਿਹੜਾ ਕੰਮ ਹੈ ਉਹਦੀਆਂ ਮੇਨ ਗੱਲਾਂ ਛਾਂਟ ਕੇ ਇੱਕ ਰਿਪੋਰਟ ਤਿਆਰ ਕਰ ਲਏਗਾ। ਰਿਪੋਰਟ ਹੋ ਗਈ ਜੀ ਤਿਆਰ ਬੱਚੇ ਦੀ। ਇੱਥੇ ਪੜ੍ਹਨ ਦਾ ਕੰਮ ਬੱਚੇ ਨੇ ਕਲੀਅਰ ਕਰ ਲਿਆ। ਪਾਠ ਪੁਸਤਕ ਜਿਹੜੀ ਉਹਨੂੰ ਅਧਿਆਪਕ ਨੇ ਸੁਝਾਈ ਸੀ ਉਹ ਬੱਚੇ ਨੇ ਲਿਆਣ ਕੇ ਪੜ੍ਹ ਲਈ ਹੈ। ਉਹਦੇ ਵਿੱਚੋਂ ਸੰਬੰਧਿਤ ਜਿਹੜੀਆਂ ਉਹਨੇ ਜਿਹੜਾ ਕੰਮ ਸਿਲੈਕਟ ਕੀਤਾ ਉਹਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਸੀ ਉਹ ਬੱਚੇ ਨੇ ਉਸ ਨੂੰ ਰਿਪੋਰਟ ਦੀ ਸ਼ਕਲ ਦੇ ਵਿੱਚ ਤਿਆਰ ਕਰ ਲਿਆ ਹੈ। ਉਸ ਤੋਂ ਬਾਅਦ ਹੋਵੇਗਾ ਜੀ ਮੌਖਿਕ ਅਭਿਆਸ। ਇੱਥੇ ਕੀ ਹੋਵੇਗਾ ਜੀ, ਇੱਕ ਹੋਰ ਬੈਠਕ ਬੁਲਾਈ ਜਾਵੇਗੀ ਅਤੇ ਸਾਰੇ ਬੱਚਿਆਂ ਨੇ ਸਾਰੀਆਂ ਰਿਪੋਰਟਾਂ ਜਿਹੜੀਆਂ ਤਿਆਰ ਕੀਤੀਆਂ। ਮੰਨ ਲਓ ਕਲਾਸ ਦੇ ਵਿੱਚ ਸੀ 30 ਬੱਚੇ, 30 ਬੱਚਿਆਂ ਨੇ 30 ਰਿਪੋਰਟਾਂ ਤਿਆਰ ਕੀਤੀਆਂ ਜੀ। ਉਹ 30 ਰਿਪੋਰਟਾਂ ਇਕੱਠੀਆਂ ਕਰਕੇ ਇੱਥੇ ਬੋਲਣ ਸੰਬੰਧੀ ਅਭਿਆਸ ਇੱਥੇ ਹੋਵੇਗਾ ਬੱਚਿਆਂ ਦਾ ਮੌਖਿਕ ਅਭਿਆਸ। ਕਿਉਂਕਿ ਹਰ ਬੱਚੇ ਦੀ ਜਿਹੜੀ ਰਿਪੋਰਟ ਹੈ ਉਸ ਦਾ ਸੰਸਲੇਸ਼ਣ ਕੀਤਾ ਜਾਵੇਗਾ। ਉਹਦੇ ਵਿੱਚੋਂ ਕੋਈ ਕਮੀਆਂ ਖੂਬੀਆਂ ਜਿਹੜੀਆਂ ਉਹ ਦੇਖੀਆਂ ਜਾਣਗੀਆਂ। ਸੋ ਇਹਨੂੰ ਕਿਹਾ ਜਾਂਦਾ ਰਿਪੋਰਟਾਂ ਇਕੱਠੀਆਂ ਕਰਕੇ ਬੋਲਣ ਦਾ ਅਭਿਆਸ ਕਰਨਾ। ਉਸ ਤੋਂ ਬਾਅਦ ਹੈ ਜੀ ਲਿਖਤੀ ਕੰਮ। ਲਿਖਤੀ ਕੰਮਾਂ ਦੇ ਵਿੱਚ ਦੇਖੋ ਜੀ ਕੀ ਕਰੇਗਾ ਬੱਚਾ, ਪੋਸਟਰ ਵੀ ਲਿਖਣੇ ਹੈ ਨਾ ਵੀ ਨਾਟਕ ਜਿਹੜਾ ਖੇਡਣਾ ਉਹਦੇ ਨਾਲ ਸੰਬੰਧਿਤ ਜਿਹੜੇ ਪੋਸਟਰ ਹੈ ਉਹਨਾਂ ਨੂੰ ਹੱਥ ਲਿਖਤ ਰੂਪ ਦੇ ਵਿੱਚ ਤਿਆਰ ਕਰਨਾ। ਐਡਰੈਸ ਲਿਖਣੇ, ਮੰਨ ਲਓ ਮਹਿਮਾਨਾਂ ਨੂੰ ਜਿਹੜਾ ਬੁਲਾਉਣਾ ਹੈ ਉਹਨਾਂ ਸੰਬੰਧੀ ਐਡਰੈਸ ਲਿਖਣੇ, ਪ੍ਰੂਫ ਪੜ੍ਹਨੇ। ਇਹ ਚੀਜ਼ਾਂ ਜਿਹੜੀਆਂ ਇਹ ਲਿਖਤੀ ਅਭਿਆਸ ਦੇ ਵਿੱਚ ਆ ਜਾਂਦੀਆਂ। ਰਿਪੋਰਟ ਨੂੰ ਬੱਚਾ ਜਦੋਂ ਲਿਖਤੀ ਰੂਪ ਦੇ ਵਿੱਚ ਤਿਆਰ ਕਰੇਗਾ ਤਾਂ ਉਹ ਵੀ ਕੰਮ ਲਿਖਤੀ ਅਭਿਆਸ ਦੇ ਵਿੱਚ ਆ ਜਾਂਦਾ ਹੈ। ਸੋ ਬੱਚਾ ਕੰਮਾਂ ਦੀ ਵੰਡ ਦੇ ਵਿੱਚ ਕੀ ਕਰੇਗਾ, ਜਦੋਂ ਬੱਚੇ ਨੂੰ ਇੱਕ ਕੰਮ ਆਪਾਂ ਦੇ ਦਿੱਤਾ ਜੋ ਬੱਚੇ ਦੇ ਜੀਵਨ ਸਥਿਤੀ ਦੇ ਨਾਲ ਸੰਬੰਧਿਤ ਹੈ, ਬੱਚੇ ਦੇ ਜੀਵਨ ਦੇ ਨਾਲ ਨੇੜਤਾ ਰੱਖਦਾ ਹੈ, ਬੱਚੇ ਦੇ ਜੀਵਨ ਦੇ ਨਾਲ ਜਿਸ ਕੰਮ ਦੀ ਨਜ਼ਦੀਕੀ ਹੈ, ਉਹ ਕੰਮ ਬੱਚੇ ਨੂੰ ਜਦੋਂ ਦੇ ਦਿੱਤਾ, ਬੱਚਾ ਕੀ ਕਰੇਗਾ, ਉਸ ਸੰਬੰਧੀ ਪੁਸਤਕਾਂ ਪੜ੍ਹ ਕੇ ਪੜ੍ਹਨ ਦਾ ਅਭਿਆਸ ਕਰੇਗਾ। ਉਸ ਸੰਬੰਧੀ ਰਿਪੋਰਟਾਂ ਜਿਹੜੀਆਂ ਇਕੱਠੀਆਂ ਕੀਤੀਆਂ ਉਹਨਾਂ ਨੂੰ ਲੈ ਕੇ ਮੌਖਿਕ ਅਭਿਆਸ ਕਰੇਗਾ ਅਤੇ ਉਸ ਸੰਬੰਧੀ ਕੁਝ ਇੱਕ ਜਿਵੇਂ ਪ੍ਰੂਫ ਲਿਖਣੇ, ਪੋਸਟਰ ਲਿਖਣੇ, ਐਡਰੈਸ ਲਿਖਣੇ, ਇਹ ਕੰਮ ਕਰਦਾ ਹੋਇਆ ਲਿਖਤੀ ਅਭਿਆਸ ਕਰੇਗਾ। ਪੜ੍ਹਨ ਦਾ ਅਭਿਆਸ ਹੋ ਗਿਆ, ਮੌਖਿਕ ਅਭਿਆਸ ਹੋ ਗਿਆ, ਭਾਵ ਕਿਹੜਾ ਹੋ ਗਿਆ, ਸੁਣਨ ਤੇ ਬੋਲਣ ਦਾ ਅਭਿਆਸ ਹੋ ਗਿਆ, ਲਿਖਣ ਦਾ ਅਭਿਆਸ ਹੋ ਗਿਆ, ਚਾਰੇ ਕੌਸ਼ਲਾਂ ਦਾ ਵਿਕਾਸ ਹੋ ਗਿਆ। ਪ੍ਰੋਜੈਕਟ ਵਿਧੀ ਹੋ ਗਈ ਪੂਰੀ ਤੇ ਬੱਚਾ ਭਾਸ਼ਾ ਸਿੱਖ ਗਿਆ। ਹਾਂਜੀ, ਗੱਲ ਕਰੀਏ ਜੀ ਆਪਾਂ ਸਮਵਾਏ ਵਿਧੀ ਦੀ। ਸਮਵਾਏ ਦਾ ਸੰਬੰਧ ਮਤਲਬ ਹੁੰਦਾ ਜੀ ਸੰਬੰਧ ਸਥਾਪਿਤ ਕਰਨਾ, ਕਿਸੇ ਨੂੰ ਜੋੜ ਦੇਣਾ, ਜਿਵੇਂ ਕਿਸੇ ਚੀਜ਼ ਨੂੰ। ਸਮਵਾਏ ਦਾ ਅਰਥ ਇਹੀ ਹੈ ਜੀ
ਇਹ ਹੈ ਜਿਹੜੀ ਵਿਧੀ ਸਮਵਾਏ ਵਿਧੀ ਦਾ ਜਿਹੜਾ ਮਤਲਬ ਕੀ ਹੈ ਸੰਬੰਧ ਹੈ, ਉਹ ਮਹਾਤਮਾ ਗਾਂਧੀ ਦੀ ਜਿਹੜੀ ਬੇਸਿਕ ਸਿੱਖਿਆ ਪ੍ਰਣਾਲੀ ਹੈ ਉਹਦੇ ਨਾਲ ਕਿਤੇ ਨਾ ਕਿਤੇ ਜੋੜ ਦਿੱਤਾ ਜਾਂਦਾ ਹੈ ਇਸ ਨੂੰ। ਕਿਉਂਕਿ ਇਹ ਜਿਹੜੀ ਸਮਵਾਏ ਵਿਧੀ ਹੈ ਇਹਦੇ ਵਿੱਚ ਜੋ ਬੱਚੇ ਨੂੰ ਆਪਾਂ ਭਾਸ਼ਾ ਸਿਖਾਉਣੀ ਹੈ, ਜੋ ਬੱਚੇ ਨੂੰ ਆਪਾਂ ਗਿਆਨ ਪ੍ਰਦਾਨ ਕਰਨਾ ਹੈ, ਉਹਦਾ ਸੰਬੰਧ ਬੱਚੇ ਦੇ ਕੰਮ ਨਾਲ, ਕਿੱਤੇ ਨਾਲ ਜਾਂ ਪ੍ਰੋਫੈਸ਼ਨ ਨਾਲ ਕਰ ਦਿੱਤਾ ਜਾਂਦਾ ਹੈ। ਉਹਦਾ ਸੰਬੰਧ ਸਮਾਜ ਨਾਲ ਕਰ ਦਿੱਤਾ ਜਾਂਦਾ ਹੈ। ਉਹਦਾ ਸੰਬੰਧ ਪ੍ਰਕਿਰਤੀ ਨਾਲ ਕਰ ਦਿੱਤਾ ਜਾਂਦਾ ਹੈ। ਸੋ ਇਹ ਕੀ ਹੈ, ਗਿਆਨ ਦਾ ਕਿਰਿਆ ਦੇ ਨਾਲ ਸੰਬੰਧ ਸਥਾਪਿਤ ਕਰ ਦੇਣਾ, ਇਸ ਨੂੰ ਕਿਹਾ ਜਾਂਦਾ ਹੈ ਸਮਵਾਏ ਵਿਧੀ। ਗਿਆਨ ਅਤੇ ਕਿਰਿਆ ਦਾ ਏਕੀਕਰਨ ਕਰ ਦੇਣਾ। ਗਿਆਨ ਦਾ ਮਤਲਬ ਹੈ ਭਾਸ਼ਾ ਸਿੱਖਿਆ, ਅਤੇ ਜੋ ਕਿਰਿਆ ਭਾਵ ਜੋ ਕੰਮ ਬੱਚੇ ਨੇ ਕਰਨਾ ਹੈ, ਜੋ ਕਿੱਤਾ ਹੈ, ਜੋ ਪ੍ਰੋਫੈਸ਼ਨ ਹੈ, ਜੋ ਕੰਮ ਉਹ ਕਰਨ ਜਾ ਰਿਹਾ ਹੈ, ਉਹ ਬੱਚਾ ਕੰਮ ਕਰਦਾ ਜਾਵੇ ਅਤੇ ਨਾਲ ਨਾਲ ਭਾਸ਼ਾ ਸਿੱਖਦਾ ਜਾਵੇ। ਇਸ ਨੂੰ ਕਿਹਾ ਜਾਂਦਾ ਹੈ ਸਮਵਾਏ ਵਿਧੀ। ਦੇਖੋ ਜੀ, ਇਹਦਾ ਇੱਕ ਸਿਧਾਂਤ ਹੈ ਕਿ ਗਿਆਨ ਇੱਕ ਅਟੁੱਟ ਇਕਾਈ ਹੈ ਅਤੇ ਪੜ੍ਹਾਉਂਦੇ ਸਮੇਂ ਇਹ ਇਕਾਈ ਬਣੀ ਰਹਿਣੀ ਚਾਹੀਦੀ ਹੈ। ਇਹ ਗੱਲ ਤੁਸੀਂ ਅਕਸਰ ਸੁਣੀ ਹੋਣੀ ਹੈ। ਇਹਦਾ ਮਤਲਬ ਕੀ ਹੈ ਕਿ ਜਿਹੜੀ ਸਮਵਾਏ ਵਿਧੀ ਹੈ ਉਹ ਕੀ ਹੈ, ਗਿਆਨ ਦਾ ਮਤਲਬ ਗਿਆਨ ਅਤੇ ਕਿਰਿਆ ਦਾ ਇੱਕ ਅਟੁੱਟ ਸੰਬੰਧ ਸਥਾਪਿਤ ਕਰਦੀ ਹੈ। ਜਿਹੜਾ ਹਰਬਰਟ ਸਪੈਂਸਰ ਹੈ ਉਹਦੀ ਜਿਹੜੀ ਸਹਿ ਸੰਬੰਧ ਵਿਧੀ ਹੈ, ਜਿਹੜੀ ਹਰਬਰਟ ਸਪੈਂਸਰ ਨੇ ਇੱਕ ਵਿਧੀ ਦਿੱਤੀ ਹੈ ਸਹਿ ਸੰਬੰਧ ਵਿਧੀ, ਉਹਦੇ ਵਿੱਚ ਉਹ ਕਹਿੰਦਾ ਹੈ ਕਿ ਮਾਨਸਿਕ ਜੀਵਨ ਦੇ ਵਿੱਚ ਜੇਕਰ ਇੱਕ ਵਿਦਿਆਰਥੀ ਦੇ ਤੁਸੀਂ ਸਥਿਰਤਾ ਲਿਆਉਣੀ ਹੈ ਤਾਂ ਉਸ ਦੇ ਜਿਹੜੇ ਵੱਖ-ਵੱਖ ਪਾਠ ਹਨ ਉਹਨਾਂ ਦੇ ਵਿਸ਼ਿਆਂ ਨੂੰ ਸੰਬੰਧਿਤ ਕਰਨਾ ਬਹੁਤ ਜ਼ਰੂਰੀ ਹੈ। ਉਸ ਨੂੰ ਕਿਹਾ ਜਾਂਦਾ ਹੈ ਸਮਵਾਏ ਵਿਧੀ। ਉਸ ਤੋਂ ਬਾਅਦ ਬੇਸਿਕ ਸਿੱਖਿਆ ਦੇ ਵਿੱਚ ਸਮਵਾਏ ਦੇ 3 ਕੇਂਦਰ ਦੱਸੇ ਗਏ ਹਨ ਜੀ। ਬੇਸਿਕ ਸਿੱਖਿਆ ਜਿਹੜੀ ਮਹਾਤਮਾ ਗਾਂਧੀ ਵਾਲੀ ਬੇਸਿਕ ਸਿੱਖਿਆ ਪ੍ਰਣਾਲੀ, ਉਹਦੇ ਵਿੱਚ ਹੈ ਜੀ ਸਮਵਾਏ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਉਹਦੇ ਵਿੱਚ ਇਸ ਦੇ 3 ਕੇਂਦਰ ਦੱਸੇ ਗਏ ਨੇ ਜੀ। 3 ਤਰੀਕੇ ਦੇ ਨਾਲ ਸਮਵਾਏ ਕੀਤਾ ਜਾ ਸਕਦਾ ਹੈ। ਸਮਵਾਏ 3 ਤਰੀਕੇ ਨਾਲ ਕਰਨਾ ਹੈ। ਭਾਵ ਕੀ ਹੈ ਕਿ ਬੱਚਾ 3 ਤਰੀਕਿਆਂ ਦੇ ਕੰਮ ਕਰਦਾ ਹੋਇਆ ਨਾਲ ਨਾਲ ਗਿਆਨ ਪ੍ਰਾਪਤ ਕਰੇਗਾ, ਨਾਲ ਨਾਲ ਭਾਸ਼ਾ ਸਿੱਖਿਆ ਪ੍ਰਾਪਤ ਕਰੇਗਾ, ਭਾਸ਼ਾ ਨੂੰ ਨਾਲ ਨਾਲ ਸਿੱਖੇਗਾ। ਸਭ ਤੋਂ ਪਹਿਲਾਂ ਕਿੱਤਾ ਜਾਂ ਕੰਮ ਜਿਹਨੂੰ ਕਹਿ ਦਿੰਦੇ ਆ। ਕਿੱਤੇ ਦਾ ਅਰਥ ਹੁੰਦਾ ਹੈ ਕੰਮ, ਪ੍ਰੋਫੈਸ਼ਨ ਨਾਲ ਸੰਬੰਧਿਤ ਸਮਵਾਏ। ਇਹਦੇ ਵਿੱਚ ਦੇਖੋ ਜੀ ਕੀ ਹੈ ਕਿ ਸਾਡੇ ਜਿਹੜੇ ਅਸੀਂ ਭਾਰਤ ਦੀ ਜਿਹੜੀ ਸਾਡੇ ਦੇਸ਼ ਦੀ ਆਬਾਦੀ ਹੈ ਉਹ ਬਹੁਤ ਸਾਰੀ ਪਿੰਡਾਂ ਦੇ ਨਾਲ ਸੰਬੰਧਿਤ ਹੈ, ਅਤੇ ਸਾਡੀ ਜਿਹੜੀ ਆਰਥਿਕ ਜਿਹੜੀ ਵਿਵਸਥਾ ਹੈ, ਸਾਡੀ ਅਰਥ ਵਿਵਸਥਾ ਹੈ ਦੇਸ਼ ਦੀ, ਉਹ ਬਹੁਤ ਜ਼ਿਆਦਾ ਖੇਤੀਬਾੜੀ ਦੇ ਉੱਪਰ ਟਿਕੀ ਹੋਈ ਹੈ। ਸੋ ਇਸ ਕਰਕੇ ਕੀ ਹੈ ਜੀ ਜਿਹੜਾ ਕਿੱਤਾ ਅਤੇ ਕੰਮ ਦੇ ਨਾਲ ਸੰਬੰਧਿਤ ਸਮਵਾਏ ਦਾ ਮਤਲਬ ਹੈ ਕਿ ਮੰਨ ਲਓ ਬੱਚਾ ਜਿਹੜਾ ਉਸ ਦੇ ਮਾਤਾ ਪਿਤਾ ਦਾ ਪ੍ਰੋਫੈਸ਼ਨ ਜਾਂ ਅਗਲੇ ਆਉਣ ਵਾਲੇ ਬੱਚੇ ਦੇ ਜੀਵਨ ਵਿੱਚ ਜਿਹੜਾ ਬੱਚੇ ਦਾ ਪ੍ਰੋਫੈਸ਼ਨ ਹੈ ਉਹ ਮੰਨ ਲਓ ਖੇਤੀਬਾੜੀ ਹੈ। ਮੰਨ ਲਓ ਕੋਈ ਬੱਚਾ ਖੇਤੀਬਾੜੀ ਕਰੇਗਾ ਭਵਿੱਖ ਦੇ ਵਿੱਚ, ਜਾਂ ਕੋਈ ਬੱਚਾ ਕੱਪੜਾ ਬੁਣੇਗਾ, ਜਾਂ ਕੋਈ ਜਿਹੜਾ ਖਾਤੀਆਂ ਵਾਲਾ ਕੰਮ ਹੈ ਤਰਖਾਣਾ ਵਾਲਾ ਉਹ ਕਰੇਗਾ। ਸੋ ਉਹਦੇ ਅਨੁਸਾਰ ਕੀ ਹੈ, ਉਹਦੇ ਨਾਲ ਸੰਬੰਧਿਤ ਸਮਵਾਏ ਕਿਵੇਂ ਕਰਨਾ ਹੈ, ਉਹਨਾਂ ਚੀਜ਼ਾਂ ਨੂੰ ਉਸ ਬੱਚੇ ਦੇ ਉਸ ਕੰਮ ਨੂੰ ਉਸ ਕਿੱਤੇ ਨੂੰ ਗਿਆਨ ਦੇ ਨਾਲ ਸੰਬੰਧਿਤ ਕਿਵੇਂ ਕਰਨਾ ਹੈ। ਜਿਵੇਂ ਮੰਨ ਲਓ ਕਿ ਖੇਤ ਦੇ ਵਿੱਚ ਬੱਚੇ ਨੇ ਜੀ ਹੁਣ ਕੰਮ ਕਰਨਾ ਖੇਤ ਦੇ ਵਿੱਚ, ਮੰਨ ਲਓ ਅੱਛਾ ਹੁਣ ਆਪਾਂ ਉਹਨੂੰ ਨਿਰਾ ਕੰਮ ਨਹੀਂ ਕਰਵਾ ਸਕਦੇ ਹੈ ਨਾ, ਬਾਲ ਮਜ਼ਦੂਰੀ ਦੇ ਅੰਤਰਗਤ ਆ ਜਾਊਗਾ। ਫਿਰ ਮੰਨ ਲਓ ਬੱਚੇ ਨੂੰ ਇੱਕ ਪ੍ਰੋਜੈਕਟ ਆਪਾਂ ਛੋਟਾ ਜਿਹਾ ਦੇਤਾ ਕਿ ਇੰਨਾ ਕੁ ਥਾਂ ਹੈ ਜੀ, ਇਹਦੇ ਵਿੱਚ ਕਿਆਰੀ ਦੇ ਵਿੱਚ ਫੁੱਲ ਬੂਟੇ ਸਾਗ ਸਬਜ਼ੀ ਲਾਉਣੀ ਹੈ। ਬੱਚੇ ਦਾ ਜਿਹੜਾ ਛੋਟਾ ਜਿਹਾ ਕੰਮ ਉਸ ਨੂੰ ਇੱਕ ਦਿੱਤਾ ਗਿਆ। ਉਹਨੇ ਕੀ ਕੀਤਾ ਵੀ ਕੁਝ ਕੁ ਮਤਲਬ ਜਿਹੜੇ ਔਜ਼ਾਰ ਸੰਦ ਲਏ ਜਿਨ੍ਹਾਂ ਦੀ ਸਹਾਇਤਾ ਨਾਲ ਉਹਨੇ ਜ਼ਮੀਨ ਪੋਲੀ ਕੀਤੀ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਉਹਨੇ ਵੱਟਾਂ ਵੀ ਬਣਾਈਆਂ ਛੋਟੀਆਂ ਛੋਟੀਆਂ। ਸੋ ਉਹ ਜਿਹੜਾ ਕੰਮ ਹੈ ਸਾਰਾ ਪਾਣੀ ਦੀ ਸਪਲਾਈ ਵਾਲਾ ਸਿਸਟਮ ਉਹਨੇ ਬੱਚੇ ਨੇ ਪੂਰਾ ਤਿਆਰ ਕਰ ਲਿਆ। ਸੋ ਇਹਦੇ ਵਿੱਚ ਕੀ ਹੋਵੇਗਾ, ਬੱਚੇ ਨੇ ਇਹ ਕੰਮ ਕਰਦੇ ਸਮੇਂ ਆਪਣਾ ਜਿਹੜਾ ਕੰਮ ਜਿੰਨਾ ਵੀ ਕੀਤਾ ਉਸ ਤੋਂ ਬਾਅਦ ਕਿਹੜੇ ਤਰ੍ਹਾਂ ਦੀਆਂ ਸਬਜ਼ੀਆਂ, ਕਿਹੜੇ ਤਰ੍ਹਾਂ ਦਾ ਫਲ ਫਰੂਟ ਲਾਇਆ ਉਸਨੇ, ਉਹਦੇ ਨਾਲ ਸੰਬੰਧ ਹੋ ਗਿਆ ਉਹਨਾਂ ਗੱਲਾਂ ਦਾ। ਜਦੋਂ ਇੰਨਾ ਕੰਮ ਹੋ ਗਿਆ ਤਾਂ ਉਦੋਂ ਕੀ ਹੈ, ਬੱਚਾ ਨਾਲ ਨਾਲ ਆਪਣਾ ਕਿੱਤਾ ਜਾਂ ਕੰਮ ਕਰਦਾ ਜਾਵੇਗਾ, ਨਾਲ ਨਾਲ ਉਸ ਦੇ ਗਿਆਨ ਦਾ ਮੌਖਿਕ ਅਤੇ ਲਿਖਿਤ ਦੋਨਾਂ ਰੂਪਾਂ ਦੇ ਵਿੱਚ ਅਭਿਆਸ ਹੋਵੇਗਾ। ਕਿਵੇਂ ਹੋਵੇਗਾ, ਬੱਚੇ ਨੇ ਜ਼ਮੀਨ ਨੂੰ ਪੋਲੀ ਕਰਨ ਲੱਗਿਆ, ਜਦੋਂ ਵੱਟਾਂ ਬਣਾਉਣ ਲੱਗਿਆ, ਜਿਹੜੇ ਜਿਹੜੇ ਸੰਦ ਔਜ਼ਾਰਾਂ ਦੀ ਵਰਤੋਂ ਕੀਤੀ ਉਹਨਾਂ ਦੇ ਮੌਖਿਕ ਰੂਪ ਵਿੱਚ ਨਾਮ, ਲਿਖਿਤ ਰੂਪ ਵਿੱਚ ਨਾਮ ਲਿਖੇਗਾ ਬੱਚਾ। ਉਸ ਤੋਂ ਬਾਅਦ ਜ਼ਮੀਨ ਪੋਲੀ ਕਿਉਂ ਕਰਨੀ ਹੈ ਜੀ,
ਇਹਦਾ ਕੀ ਕਾਰਨ ਹੈ, ਉਹਦੇ ਵਿੱਚ ਸੰਬੰਧਿਤ ਵੇਰਵਾ ਜਿਹੜਾ ਉਸ ਨੂੰ ਮੌਖਿਕ ਰੂਪ ਦੇ ਵਿੱਚ ਬੱਚਾ ਪਹਿਲਾਂ ਯਾਦ ਕਰੇਗਾ, ਫਿਰ ਲਿਖਿਤ ਰੂਪ ਦੇ ਵਿੱਚ। ਉਸ ਤੋਂ ਬਾਅਦ ਕਿਹੜੀਆਂ ਸਾਗ ਸਬਜ਼ੀਆਂ, ਕਿਹੜਾ ਕੋਈ ਫਲ ਫਰੂਟ ਲਾਇਆ ਬੱਚੇ ਨੇ, ਉਹਦੇ ਨਾਲ ਸੰਬੰਧਿਤ ਉਹਨਾਂ ਦੇ ਵਿੱਚੋਂ ਕਿਹੜੇ ਦਾ ਕੀ ਫਾਇਦਾ ਹੈ, ਕਿਹੜੇ ਫਰੂਟ ਤੋਂ ਕਿਹੜਾ ਵਿਟਾਮਿਨ ਮਿਲਦਾ। ਸੋ ਉਹਦੇ ਅਨੁਸਾਰ ਜਿਹੜਾ ਇਹ ਕੀ ਆ, ਬੱਚਾ ਆਪਣਾ ਨਾਲ ਤਾਂ ਕੰਮ ਕਰਦਾ ਜਾਵੇਗਾ, ਨਾਲੋਂ ਨਾਲ ਕਿੱਤਾ ਜਾਂ ਕੰਮ ਕਰਦਾ ਜਾਵੇਗਾ ਅਤੇ ਨਾਲ ਗਿਆਨ ਪ੍ਰਾਪਤ ਕਰਦਾ ਜਾਵੇਗਾ। ਕਿਉਂਕਿ ਆਪਣਾ ਮੇਨ ਮਕਸਦ ਕੀ ਹੈ, ਬੱਚੇ ਨੂੰ ਗਿਆਨ ਪ੍ਰਦਾਨ ਕਰਨਾ ਹੈ, ਬੱਚੇ ਨੂੰ ਭਾਸ਼ਾ ਸਿਖਾਉਣੀ ਹੈ ਆਪਾਂ। ਦੂਸਰੀ ਗੱਲ, ਸਮਾਜਿਕ ਵਾਤਾਵਰਣ ਨਾਲ ਸੰਬੰਧਿਤ ਸਮਵਾਏ। ਸਿੱਖਿਆ ਦਾ ਸੰਬੰਧ ਹੈ ਜਿਹੜਾ ਇਹ ਸਮਾਜ ਨਾਲ ਹੈ। ਜਿਵੇਂ ਮੈਂ ਗੱਲ ਕੀਤੀ ਸੀ ਕਿ ਜਿਹੜੀ ਸਿੱਖਿਆ ਹੀ ਹੈ, ਪੜ੍ਹਾਈ ਹੈ, ਜਿਹੜੀ ਬੱਚੇ ਦਾ ਸਮਾਜ ਦੇ ਵਿੱਚ ਪ੍ਰਵੇਸ਼ ਦੁਆਰ ਬਣਦੀ ਹੈ। ਸਮਾਜ ਦੇ ਵਿੱਚ ਜੇਕਰ ਬੱਚੇ ਨੇ ਪ੍ਰਵੇਸ਼ ਕਰਨਾ ਹੈ ਤਾਂ ਉਸ ਲਈ ਭਾਸ਼ਾ ਸਿੱਖਿਆ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ। ਸਮਾਜਿਕ ਵਾਤਾਵਰਣ ਨਾਲ ਸੰਬੰਧਿਤ ਸਮਵਾਏ। ਦੇਖੋ ਜੀ, ਸਮਾਜਿਕ ਵਾਤਾਵਰਣ ਦੇ ਵਿੱਚ ਬੱਚਾ ਰਹਿੰਦਾ ਹੈ, ਸਮਾਜ ਦੇ ਵਿੱਚ ਹੀ ਉਹਨੇ ਰਹਿਣਾ ਜੀ ਸਾਰੀ ਜ਼ਿੰਦਗੀ। ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਬਹੁਤ ਤਰ੍ਹਾਂ ਦੇ ਰੀਤੀਆਂ, ਰਸਮ ਰਿਵਾਜ, ਦਿਨ ਤਿਉਹਾਰ ਮਨਾਉਂਦਾ ਹੈ ਜੀ। ਦਿਨ ਤਿਉਹਾਰ ਜਦੋਂ ਮਨਾਉਂਦਾ ਹੈ, ਉਹਨਾਂ ਦੇ ਵਿੱਚੋਂ ਕੋਈ ਵੀ ਇੱਕ ਤਿਉਹਾਰ ਸਮਾਜਿਕ ਵਾਤਾਵਰਣ ਨਾਲ ਸੰਬੰਧਿਤ ਸਮਾਜ ਦਾ ਮਤਲਬ ਹੈ ਇਹ ਜਿਹੜੇ ਇੰਨੇ ਕੰਮ ਕਰਦਾ ਹੈ ਬੱਚਾ, ਉਹਨਾਂ ਦੇ ਵਿੱਚੋਂ ਕੋਈ ਵੀ ਇੱਕ ਰੀਤੀ ਰਸਮ ਜਾਂ ਕੋਈ ਇੱਕ ਤਿਉਹਾਰ ਸਿਲੈਕਟ ਕਰ ਲਿਆ ਜੀ। ਉਹ ਫਿਰ ਬੱਚੇ ਨੂੰ ਦੱਸਿਆ ਗਿਆ ਵੀ ਹਾਂਜੀ ਵੀ ਇਹ ਕਿਉਂ ਆਪਾਂ ਮਨਾਉਂਦੇ ਹਾਂ, ਉਹਦੇ ਮਗਰ ਕੋਈ ਇਤਿਹਾਸਿਕ ਤੱਥ ਹੈ, ਤਾਂ ਉਹ ਬੱਚੇ ਨੂੰ ਪਹਿਲਾਂ ਮੌਖਿਕ ਰੂਪ ਵਿੱਚ ਦੱਸਿਆ ਗਿਆ, ਫਿਰ ਉਸ ਤੋਂ ਬਾਅਦ ਉਸ ਨੂੰ ਲਿਖਿਤ ਰੂਪ ਦੇ ਵਿੱਚ ਦੱਸਿਆ ਗਿਆ। ਇੱਥੇ ਬੱਚੇ ਦਾ ਮੌਖਿਕ ਅਤੇ ਲਿਖਿਤ ਦੋਨਾਂ ਰੂਪਾਂ ਦੇ ਵਿੱਚ ਅਭਿਆਸ ਹੋਇਆ। ਜਿਵੇਂ ਕਿੱਤੇ ਦੇ ਕੰਮ ਵਿੱਚ ਕਿੱਤਾ ਜਾਂ ਕੰਮ, ਇਹਦੇ ਵਿੱਚ ਵੀ ਮੌਖਿਕ ਲਿਖਿਤ ਅਭਿਆਸ ਹੋਇਆ। ਉਸ ਤੋਂ ਬਾਅਦ ਸਮਾਜਿਕ ਵਾਤਾਵਰਣ ਨਾਲ ਸੰਬੰਧਿਤ ਸਮਾਜ ਦਾ ਮਤਲਬ ਹੈ ਕਿ ਬੱਚਾ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਕੁਝ ਨਿਯਮ ਸਮਾਜ ਵੱਲੋਂ ਬਣਾਏ ਗਏ ਹਨ ਉਹਨਾਂ ਨੂੰ ਜਦੋਂ ਫੋਲੋ ਕਰਦਾ ਹੈ, ਉਹਨਾਂ ਨਿਯਮਾਂ ਸੰਬੰਧੀ ਪਿੱਛੇ ਕੋਈ ਧਾਰਨਾ ਅਵਧਾਰਨਾ ਜਿਹੜੀ ਬਣੀ ਹੋਈ ਹੈ ਉਸ ਬਾਰੇ ਬੱਚੇ ਨੂੰ ਦੱਸਣਾ ਵੀ ਆਪਾਂ ਦੀਵਾਲੀ ਕਿਉਂ ਮਨਾਉਂਦੇ ਆ, ਦੀਵਾਲੀ 'ਤੇ ਬੱਚੇ ਕੀ ਕਰਦੇ ਨੇ, ਦੀਵਾਲੀ 'ਤੇ ਸਫਾਈ ਕਿਉਂ ਜ਼ਰੂਰੀ ਹੈ, ਫੁੱਲ ਝੜੀਆਂ ਪਟਾਕੇ ਕਿਹੜੇ ਚਲਾਏ। ਸੋ ਇਹ ਹੈ ਜਿਹੜੇ ਇਹ ਚੀਜ਼ਾਂ ਨੂੰ ਜਦੋਂ ਬੱਚੇ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਮੌਖਿਕ ਅਤੇ ਲਿਖਤੀ ਰੂਪ ਵਿੱਚ ਦਿੱਤਾ ਜਾਂਦਾ ਹੈ ਤਾਂ ਬੱਚਾ ਭਾਸ਼ਾ ਸਿੱਖ ਰਿਹਾ ਹੈ। ਅਤੇ ਉਸ ਦਾ ਭਾਸ਼ਾ ਸਿੱਖਣ ਦਾ ਸੰਬੰਧ ਕਿਸ ਚੀਜ਼ ਦੇ ਨਾਲ ਹੈ, ਸਮਾਜਿਕ ਵਾਤਾਵਰਣ ਨਾਲ। ਉਸ ਤੋਂ ਬਾਅਦ ਹੈ ਜੀ 3 ਨੰਬਰ 'ਤੇ ਪ੍ਰਾਕ੍ਰਿਤਿਕ ਵਾਤਾਵਰਣ ਨਾਲ ਸੰਬੰਧਿਤ ਸਮਵਾਏ। ਬੱਚੇ ਨੂੰ ਬੱਚੇ ਦਾ ਪ੍ਰਕਿਰਤੀ ਨਾਲ ਸੰਬੰਧ ਕਰਕੇ ਉਸ ਨੂੰ ਪੜ੍ਹਾਉਣਾ। ਕਿਉਂਕਿ ਦੇਖੋ ਜੀ, ਪ੍ਰਕਿਰਤੀ ਨਾਲ ਸੰਬੰਧਿਤ ਹਰ ਬੱਚੇ ਦੀ ਕੀ ਹਰ ਬੰਦੇ ਦੀ ਜਾਂ ਹਰ ਦੁਨੀਆ ਦੇ ਵਿੱਚ ਕੋਈ ਵੀ ਮਨੁੱਖ ਹੈ ਜਾਂ ਔਰਤ ਹੈ, ਉਸ ਦਾ ਆਪਣਾ ਨਿੱਜੀ ਅਨੁਭਵ ਹੁੰਦਾ ਹੈ, ਆਪਣਾ ਪਰਸਨਲ ਐਕਸਪੀਰੀਅੰਸ ਹੈ ਜੀ ਪ੍ਰਕਿਰਤੀ ਬਾਰੇ। ਕੋਈ ਤਾਂ ਬਰਸਾਤ ਨੂੰ ਚੰਗਾ ਮੰਨਦਾ, ਕੋਈ ਬਰਸਾਤ ਕਹਿ ਦਿੰਦਾ ਵੀ ਇਹ ਕਿੱਧਰੋਂ ਆ ਗਈ ਜੀ, ਹੁਣ ਇੱਥੇ ਚਿੱਕੜ ਹੋ ਜਾਊਗਾ, ਇੱਥੇ ਤਿਲਕਣ ਹੋ ਗਈ, ਆਹ ਥਾਂ ਭਰ ਗਿਆ, ਸਾਡਾ ਘਰ ਡੁੱਬ ਗਿਆ, ਇਸ ਤਰ੍ਹਾਂ ਕਰਕੇ ਵੀ ਹੋ ਜਾਂਦਾ। ਸਾਰੀਆਂ ਗੱਲਾਂ ਹੀ ਪ੍ਰਕਿਰਤੀ ਦੇ ਨਾਲ ਸੰਬੰਧਿਤ ਹੈ ਜਿਹੜਾ ਇਹ ਹਰ ਬੱਚੇ ਦਾ ਆਪਣਾ ਨਿੱਜੀ ਅਨੁਭਵ ਹੁੰਦਾ। ਜਿਵੇਂ ਮੰਨ ਲਓ ਕੋਈ ਬਰਸਾਤ ਦਾ ਦਿਨ ਸੀ, ਬੱਚੇ ਨੂੰ ਉਸ ਬਰਸਾਤ ਦਾ ਦਿਨ ਹੈ ਜਿਹੜਾ ਉਹ ਕੀ ਹੈ, ਪ੍ਰਾਕ੍ਰਿਤਿਕ ਵਾਤਾਵਰਣ ਹੈ। ਪ੍ਰਾਕ੍ਰਿਤਿਕ ਵਾਤਾਵਰਣ ਦੇ ਨਾਲ ਸੰਬੰਧਿਤ ਬਰਸਾਤ ਦਾ ਇੱਕ ਦਿਨ ਹੈ, ਉਸ ਦੇ ਉੱਪਰ ਬੱਚੇ ਨੂੰ ਪਹਿਲਾਂ ਮੌਖਿਕ ਅਭਿਆਸ ਅਤੇ ਲਿਖਿਤ ਅਭਿਆਸ ਕਰਵਾ ਕੇ ਬੱਚੇ ਨੂੰ ਭਾਸ਼ਾ ਦਾ ਗਿਆਨ ਦਿੱਤਾ ਜਾ ਸਕਦਾ ਹੈ। ਕਿਵੇਂ ਦਿੱਤਾ ਜਾ ਸਕਦਾ ਹੈ, ਬਰਸਾਤ ਦੇ ਨਾਲ ਸੰਬੰਧਿਤ ਜਿਵੇਂ ਆਪਾਂ ਉਸ ਨੂੰ ਪ੍ਰਸ਼ਨ, ਜਿਵੇਂ ਕਿ ਬਰਸਾਤ ਕਿਵੇਂ ਹੁੰਦੀ ਹੈ, ਜਦੋਂ ਤੁਹਾਡੇ ਬਰਸਾਤ ਹੁੰਦੀ ਹੈ ਤਾਂ ਤੁਸੀਂ ਕੀ ਕਰਦੇ ਹੋ, ਕੀ ਤੁਸੀਂ ਬਰਸਾਤ ਨੂੰ ਚੰਗਾ ਮੰਨਦੇ ਹੋ ਜਾਂ ਬੁਰਾ ਮੰਨਦੇ ਹੋ, ਇਹਨਾਂ ਚੀਜ਼ਾਂ ਦੇ ਨਾਲ ਸੰਬੰਧਿਤ ਹੈ ਜਿਹੜੇ ਪ੍ਰਸ਼ਨ ਉੱਤਰ ਸਵਾਲ ਜਵਾਬ ਹਨ। ਉਹ ਜਦੋਂ ਬੱਚੇ ਦੇ ਸਾਹਮਣੇ ਆਉਣਗੇ, ਉਹਨਾਂ ਦਾ ਬੱਚਾ ਮੌਖਿਕ ਅਤੇ ਲਿਖਿਤ ਦੋਨਾਂ ਰੂਪਾਂ ਦੇ ਵਿੱਚ ਅਭਿਆਸ ਹੋਵੇਗਾ ਤਾਂ ਬੱਚੇ ਦੇ ਪ੍ਰਕਿਰਤੀ ਵਾਤਾਵਰਣ ਜਿਹੜਾ ਹੈਗਾ ਬੱਚੇ ਦਾ ਉਸ ਦੇ ਗਿਆਨ ਨਾਲ ਸੰਬੰਧ ਸਥਾਪਿਤ ਹੋ ਜਾਵੇਗਾ। ਇਹਨੂੰ ਕਿਹਾ ਜਾਂਦਾ ਹੈ ਸਮਵਾਏ ਵਿਧੀ, ਭਾਵ ਗਿਆਨ ਅਤੇ ਕਿਰਿਆ ਦਾ ਏਕੀਕਰਨ ਕਰ ਦੇਣਾ, ਗਿਆਨ ਅਤੇ ਕਿਰਿਆ ਨੂੰ ਇਕੱਠੇ ਕਰ ਦੇਣਾ। ਭਾਸ਼ਾ ਸਿੱਖਿਆ ਅਤੇ ਉਸ ਦਾ ਜਿਹੜਾ ਬੱਚੇ ਦਾ ਕੰਮ ਹੈ, ਕੋਈ ਵੀ ਇਹ ਸਾਰੇ ਕਿਰਿਆਵਾਂ ਦੇ ਵਿੱਚ ਆਉਂਦੇ ਨੇ। ਬੱਚਾ ਕੋਈ ਪ੍ਰੋਫੈਸ਼ਨਲ ਕੰਮ ਕਰ ਰਿਹਾ ਤਾਂ ਉਹ ਉਸ ਦੇ ਕੰਮ ਦੇ ਵਿੱਚ ਆ ਗਿਆ, ਕਿਰਿਆ ਦੇ ਵਿੱਚ ਆ ਗਿਆ। ਸਮਾਜਿਕ ਵਾਤਾਵਰਣ ਨਾਲ ਸੰਬੰਧਿਤ ਕੋਈ ਵੀ ਦਿਨ ਤਿਉਹਾਰ ਮਨਾ ਰਿਹਾ, ਉਹ ਕਿਰਿਆ ਦੇ ਵਿੱਚ ਆ ਰਿਹਾ। ਬੱਚਾ ਪ੍ਰਕਿਰਤੀ ਵਾਤਾਵਰਣ ਨੂੰ ਕਿੰਨਾ ਕੁ ਇੰਜੋਏ ਕਰਦਾ ਹੈ, ਉਹ ਉਸ ਦੀ ਕਿਰਿਆ ਦੇ ਵਿੱਚ ਆ ਗਿਆ। ਸੋ ਗਿਆਨ ਅਤੇ ਕਿਰਿਆ ਦਾ ਏਕੀਕਰਨ ਜਾਂ ਗਿਆਨ ਅਤੇ ਕਿਰਿਆ ਦਾ ਸਮਵਾਏ। ਗੱਲ ਆਪਾਂ ਕਰੀਏ ਜੀ ਖੇਡ ਵਿਧੀ ਦੀ। ਦੇਖੋ ਜੀ, ਜਿਹੜੀ ਆਪਣੀ ਕਿੰਡਰਗਾਰਟਨ ਵਿਧੀ ਹੈ, ਜਿਹੜੀ ਮਾਂਟੇਸਰੀ ਵਿਧੀ ਹੈ, ਜਿਹੜੀ ਪ੍ਰੋਜੈਕਟ ਵਿਧੀ ਹੈ, ਇਹ ਆਪਾਂ ਦੇਖਿਆ ਸੀ ਕਿ ਇਹ ਖੇਡਾਂ ਦੁਆਰਾ ਸਿੱਖਣ ਦੀ ਪ੍ਰਕਿਰਿਆ ਨਾਲ ਸੰਬੰਧਿਤ ਹਨ ਵਿਧੀਆਂ। ਅਤੇ ਖੇਡ ਵਿਧੀ ਹੈ ਜਿਹੜੀ ਇਹ ਕਾਲਡਵੇਲ ਕੁੱਕ ਦੀ ਕਾਢ ਹੈ।
ਕਾਲਡਵੈਲ ਕੁੱਕ ਨੇ ਖੇਡ ਵਿਧੀ ਦੀ ਕਾਢ ਕੱਢੀ ਹੈ। ਖੇਡ ਵਿਧੀ ਦਾ ਨਿਰਮਾਣ ਇਸ ਬੰਦੇ ਨੇ ਕੀਤਾ ਹੈ। ਸਿੱਖਣ ਪ੍ਰਕਿਰਿਆ ਨੂੰ ਖੇਡ ਦੀ ਭਾਵਨਾ ਨਾਲ ਜੋੜਨਾ। ਖੇਡ ਵਿਧੀ ਹੈ ਦੇਖੋ ਜੀ ਆਰੰਭਿਕ ਸ਼੍ਰੇਣੀਆਂ ਵਾਸਤੇ ਵਰਤੀ ਜਾਂਦੀ ਹੈ। ਹਰ ਵਿਧੀ ਹੈ ਜਿਹੜੀ ਉਹ ਭਾਸ਼ਾ ਸਿਖਾਉਂਦੇ ਆ ਜਦੋਂ ਉਹ ਆਰੰਭਿਕ ਸ਼੍ਰੇਣੀਆਂ ਲਈ ਹੀ ਵਰਤੀ ਜਾਂਦੀ ਹੈ, ਕਿਉਂਕਿ ਭਾਸ਼ਾ ਸਿਖਾਉਣ ਦਾ ਕੰਮ ਹੈ ਜਿਹੜਾ ਉਹ ਲਗਭਗ ਆਰੰਭਿਕ ਸ਼੍ਰੇਣੀਆਂ ਦੇ ਵਿੱਚ ਹੀ ਹੁੰਦਾ ਹੈ। ਸੋ ਇੱਥੇ ਦੇਖੋ ਜੀ ਖੇਡ ਵਿਧੀ ਦੇ ਰਾਹੀਂ ਆਪਾਂ ਜਦੋਂ ਬੱਚੇ ਨੂੰ ਵਰਨ, ਸ਼ਬਦ, ਵਾਕੰਸ਼, ਵਾਕ ਇਹ ਜਦੋਂ ਸਿਖਾਉਣੇ ਆ ਉਦੋਂ ਕੀ ਹੈ ਜੀ ਕੁਝ ਕਾਰਡ ਤਿਆਰ ਕਰ ਸਕਦਾ ਹੈ ਅਧਿਆਪਕ। ਕਾਰਡ ਤਿਆਰ ਕਰਕੇ ਉਹਨਾਂ ਕਾਰਡਾਂ ਦੇ ਰੂਪ ਵਿੱਚ ਬੱਚੇ ਨੂੰ ਵਾਕ, ਸ਼ਬਦ ਜਾਂ ਵਰਨ ਇਹਨਾਂ ਦਾ ਗਿਆਨ ਪ੍ਰਦਾਨ ਕੀਤਾ ਜਾ ਸਕਦਾ ਹੈ। ਦੂਸਰੇ ਸ਼ਬਦਾਂ ਦੇ ਵਿੱਚ ਸ਼ਬਦਾਂ ਦਾ ਪਲਟਾ ਕਰਕੇ ਜਾਂ ਅੱਖਰਾਂ ਨੂੰ ਬਦਲ ਕੇ, ਅੱਖਰਾਂ ਦੀ ਜਗ੍ਹਾ ਬਦਲ ਕੇ, ਅੱਖਰਾਂ ਦਾ ਪ੍ਰਸਥਾਪਨ ਕਰਕੇ ਇਸ ਤਰੀਕੇ ਨਾਲ ਵੀ ਇਹਨੂੰ ਵੀ ਕਿਹਾ ਜਾਂਦਾ ਖੇਡ। ਇਹ ਚੀਜ਼ਾਂ ਆਉਂਦੀਆਂ ਖੇਡ ਦੇ ਵਿੱਚ। ਬੱਚਾ ਖੇਡ ਦੇ ਵਿੱਚ ਭਾਸ਼ਾ ਦਾ ਗਿਆਨ ਪ੍ਰਾਪਤ ਕਰਦਾ ਹੈ। ਅੱਖਰਾਂ ਦਾ ਪ੍ਰਸਥਾਪਨ ਕਰਤਾ ਜੀ, ਕਲਮ ਤੋਂ ਕਮਲ ਬਣਾਤਾ, ਇਸ ਤਰ੍ਹਾਂ ਕਰਕੇ ਇਹ ਚੀਜ਼ਾਂ ਜਿਹੜੀਆਂ ਜਦੋਂ ਬਣਾ ਕੇ ਇਹਨੂੰ ਕਿਹਾ ਜਾਂਦਾ ਖੇਡ ਵਿਧੀ ਦੀ ਵਰਤੋਂ ਕਰਨੀ। ਸੋ ਖੇਡ ਵਿਧੀ ਦੇ ਰੂਪ ਵਿੱਚ ਕੀ ਹੈ ਕਿ ਅਧਿਆਪਕ ਕੁਝ ਕਾਰਡਾਂ ਦਾ ਇਸਤੇਮਾਲ ਕਰਕੇ ਬੱਚੇ ਨੂੰ ਭਾਸ਼ਾ ਸਿੱਖਿਆ ਦਿੰਦਾ ਹੈ। ਪ੍ਰਾਇਮਰੀ ਪੱਧਰ 'ਤੇ ਜਦੋਂ ਆਪਾਂ ਗੀਤ ਜੋ ਬਾਲ ਗੀਤ ਹਨ, ਬਾਲ ਗੀਤ ਕਵਿਤਾਵਾਂ ਹਨ, ਪ੍ਰਾਇਮਰੀ ਪੱਧਰ 'ਤੇ ਜੋ ਬੱਚੇ ਨੂੰ ਸਿਖਾਉਣੀਆਂ ਹਨ ਉਹਨਾਂ ਨੂੰ ਸਿਖਾਉਣ ਵਾਸਤੇ ਆਪਾਂ ਖੇਡ ਵਿਧੀ ਦੀ ਵਰਤੋਂ ਕਰ ਸਕਦੇ ਹਾਂ। ਇਹ ਪ੍ਰਸ਼ਨ ਵੀ ਪੁੱਛਿਆ ਗਿਆ ਹੈ ਕਿ ਪ੍ਰਾਇਮਰੀ ਪੱਧਰ 'ਤੇ ਜੇਕਰ ਆਪਾਂ ਗੀਤ ਬੱਚੇ ਨੂੰ ਸਿਖਾਉਣੇ ਹਨ ਤਾਂ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾਵੇਗੀ, ਤਾਂ ਉਹਦੇ ਵਿੱਚ ਆਪਸ਼ਨ ਸਹੀ ਸੀ ਜਿਹੜਾ ਉਹ ਖੇਡ ਵਿਧੀ ਸੀ। ਸ਼ਬਦ ਭੰਡਾਰ ਦਾ ਵਿਕਾਸ ਕਰਨਾ ਹੈ ਤਾਂ ਖੇਡ ਵਿਧੀ ਬਹੁਤ ਸ਼ਾਨਦਾਰ ਹੈ। ਜੇਕਰ ਬੱਚੇ ਦੀ ਸ਼ਬਦਾਵਲੀ, ਬੱਚੇ ਨੂੰ ਸ਼ਬਦਾਵਲੀ ਦਾ ਗਿਆਨ ਦੇਣਾ ਹੈ, ਆਪਾਂ ਸ਼ਬਦਾਂ ਦਾ ਗਿਆਨ ਦੇਣਾ ਹੈ, ਬੱਚੇ ਦੇ ਸ਼ਬਦ ਭੰਡਾਰ ਦਾ ਵਿਕਾਸ ਹੋਵੇਗਾ ਤਾਂ ਬੱਚੇ ਦੀ ਭਾਸ਼ਾ ਦਾ ਗਿਆਨ ਉਤਨਾ ਹੀ ਵੱਧ ਹੋਵੇਗਾ। ਬੱਚੇ ਦੀ ਜੋ ਭਾਸ਼ਾ ਦਾ ਗਿਆਨ ਹੈ ਉਹ ਬੱਚੇ ਦੇ ਸ਼ਬਦ ਭੰਡਾਰ ਦੇ ਉੱਪਰ ਨਿਰਭਰ ਕਰਦਾ ਹੈ, ਇਸ ਦੇ ਉੱਪਰ ਡਿਪੈਂਡ ਕਰਦਾ ਹੈ। ਇਸ ਕਰਕੇ ਸ਼ਬਦ ਭੰਡਾਰ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ। ਆਰੰਭਿਕ ਸ਼੍ਰੇਣੀਆਂ ਦੇ ਵਿੱਚ ਜਦੋਂ ਆਪਾਂ ਸ਼ਬਦ ਭੰਡਾਰ ਬੱਚੇ ਦੇ ਸ਼ਬਦ ਭੰਡਾਰ ਦਾ ਵਿਕਾਸ ਕਰਨਾ ਹੈ ਤਾਂ ਖੇਡ ਵਿਧੀ ਦੀ ਵਰਤੋਂ ਕਰ ਸਕਦੇ ਹਾਂ ਅਸੀਂ। ਸੁਣਨ ਕੌਸ਼ਲ ਦਾ ਵਿਕਾਸ ਇਸ ਨਾਲ ਹੁੰਦਾ ਹੈ, ਕਿਉਂਕਿ ਇਸ ਦੇ ਵਿੱਚ ਕੀ ਹੈ ਕਿ ਜਦੋਂ ਪ੍ਰਾਇਮਰੀ ਪੱਧਰ 'ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਵਰਨਾ, ਸ਼ਬਦਾਂ, ਵਾਕੰਸ਼ਾਂ, ਵਾਕਾਂ ਆਦਿ ਇਹਨਾਂ ਚੀਜ਼ਾਂ ਨੂੰ ਬੱਚਾ ਸੁਣ ਕੇ ਗ੍ਰਹਿਣ ਕਰਦਾ ਹੈ। ਇਸ ਕਰਕੇ ਇਸ ਦੇ ਨਾਲ ਇਸ ਦਾ ਸੁਣਨ ਕੌਸ਼ਲ ਦੇ ਨਾਲ ਵੀ ਸੰਬੰਧ ਹੈ। ਇਹ ਹੈ ਜੀ ਸਾਡੀ ਖੇਡ ਵਿਧੀ। ਕਾਲਡਵੈਲ ਕੁੱਕ ਦੀ ਕਾਢ ਹੈ ਜੀ ਸਾਡੀ ਖੇਡ ਵਿਧੀ। ਲਓ ਜੀ ਕੁਝ ਵਿਧੀਆਂ ਹੋਰ ਹੈ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਬੱਚੇ ਦੀ ਸਿੱਖਣ ਸਮਰੱਥਾ ਦੀ, ਲਰਨਿੰਗ ਐਬਿਲਿਟੀ ਦੀ, ਉਹਦੇ ਹਿਸਾਬ ਨਾਲ ਵੀ ਕੁਝ ਵਿਧੀਆਂ ਦੀ ਅਲੱਗ-ਅਲੱਗ ਵੰਡ ਕੀਤੀ ਗਈ ਹੈ। ਕਿਉਂਕਿ ਮਨੋਵਿਗਿਆਨ ਇਹ ਕਹਿੰਦਾ ਵੀ ਕੁੜੀਆਂ ਜਿਹੜੀਆਂ ਉਹ ਮੁੰਡਿਆਂ ਦੀ ਤੁਲਨਾ ਨਾਲੋਂ ਭਾਸ਼ਾ ਜਿਹੜੀਆਂ ਜਲਦੀ ਸਿੱਖ ਜਾਂਦੀਆਂ ਨੇ, ਅਤੇ ਇਹ ਬਸ ਕੁਦਰਤੀ ਗੱਲ ਹੈ ਜੀ। ਇਹਦੇ ਵਿੱਚ ਕੋਈ ਨਿਰਾਸ਼ ਹੋਣ ਵਾਲੀ ਲੋੜ ਨਹੀਂ ਹੈ। ਮੁੰਡਿਆਂ ਨੂੰ ਜ਼ਿਆਦਾ ਪਰੇਸ਼ਾਨੀ ਵਾਲੀ ਜ਼ਰੂਰਤ ਨਹੀਂ ਹੈ, ਇਹਦੇ ਵਿੱਚ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਸਾਡੇ ਤੋਂ ਪਹਿਲਾਂ ਕਿਉਂ ਸਿੱਖ ਗਈਆਂ। ਇਹ ਕੁਦਰਤ ਦਾ ਸਿਧਾਂਤ ਹੈ। ਸੋ ਦੇਖੋ ਜੀ ਪ੍ਰਤੱਖ ਭਾਸ਼ਾ ਵਿਧੀ ਸਭ ਤੋਂ ਪਹਿਲੀ ਇਹ ਹੈ ਜੀ ਸਿੱਖਣ ਸਮਰੱਥਾ ਦੇ ਆਧਾਰ 'ਤੇ ਕੁਝ ਵਿਧੀਆਂ ਜਿਹੜੀਆਂ ਉਹ ਬਣਾਈਆਂ ਗਈਆਂ ਭਾਸ਼ਾ ਵਿਗਿਆਨੀਆਂ ਵੱਲੋਂ। ਲਰਨਿੰਗ ਐਬਿਲਿਟੀ ਕਿਸੇ ਬੱਚੇ ਦੀ ਘੱਟ ਹੈ, ਕਿਸੇ ਬੱਚੇ ਦੀ ਜ਼ਿਆਦਾ ਹੈ, ਉਸ ਦੇ ਆਧਾਰ 'ਤੇ ਸਭ ਤੋਂ ਪਹਿਲੀ ਵਿਧੀ ਹੈ ਜੀ ਪ੍ਰਤੱਖ ਭਾਸ਼ਾ ਵਿਧੀ, ਡਾਇਰੈਕਟ ਮੈਥਡ। ਅਸੀਂ ਜਿਹੜੀ ਸਾਡੀ ਮਾਤ ਭਾਸ਼ਾ ਗ੍ਰਹਿਣ ਕਰਦੇ ਹਾਂ ਉਹ ਪ੍ਰਤੱਖ ਭਾਸ਼ਾ ਵਿਧੀ ਰਾਹੀਂ ਗ੍ਰਹਿਣ ਕਰਦੇ ਹਾਂ। ਅਨੁਕਰਨ ਵਿਧੀ ਰਾਹੀਂ ਇੱਕ ਹੋਰ ਵਿਧੀ ਹੁੰਦੀ ਹੈ ਵੀ ਮਾਤ ਭਾਸ਼ਾ ਜਿਹੜੀ ਅਨੁਕਰਨ ਵਿਧੀ ਰਾਹੀਂ ਗ੍ਰਹਿਣ ਕੀਤੀ ਜਾਂਦੀ ਹੈ, ਅਤੇ ਇੱਕ ਹੋਰ ਵਿਧੀ ਪ੍ਰਤੱਖ ਭਾਸ਼ਾ ਵਿਧੀ ਹੈ ਜਿਹੜੀ ਉਸ ਦੇ ਰੂਪ ਵਿੱਚ। ਇਹ ਵੀ ਨਾਲ ਮੈਂ ਵੈਸੇ ਹੀ ਗੱਲ ਤੁਹਾਨੂੰ ਬੋਲਤੀ ਕਿ ਮਾਤ ਭਾਸ਼ਾ ਹੈ ਜਿਹੜੀ ਉਹ ਅਨੁਕਰਨ ਵਿਧੀ ਰਾਹੀਂ, ਕਿਉਂਕਿ ਜੋ ਮਾਤ ਭਾਸ਼ਾ ਹੈ ਬੱਚਾ ਉਹ ਘਰ ਦੇ ਵਿੱਚ ਆਪਣੀ ਮਾਂ ਦਾ, ਆਪਣੇ ਪਰਿਵਾਰ ਵਾਲਿਆਂ ਦਾ ਅਨੁਸਰਨ ਕਰਦਾ ਹੋਇਆ ਉਸ ਭਾਸ਼ਾ ਨੂੰ ਸਿੱਖਦਾ, ਇਸ ਕਰਕੇ ਉਸ ਦਾ ਨਾਮ ਦੇ ਦਿੱਤਾ ਅਨੁਕਰਨ ਵਿਧੀ। ਸੋ ਪ੍ਰਤੱਖ ਭਾਸ਼ਾ ਵਿਧੀ ਹੈ ਕਿ ਡਾਇਰੈਕਟ ਮੈਥਡ, ਕਿ ਸਿੱਧਾ ਵਿੱਚ ਕੋਈ ਵਿਚੋਲਾ ਨਹੀਂ ਗਾ, ਸਿੱਧਾ ਹੀ ਮਾਂ ਕੋਲੋਂ ਬੱਚਾ ਭਾਸ਼ਾ ਸਿੱਖ ਰਿਹਾ ਆਪਣੀ ਕੋਲੋਂ। ਉਹਦੇ ਵਿੱਚ ਜਿਵੇਂ ਬੱਚੇ ਨੇ ਮਾਤ ਭਾਸ਼ਾ ਸਿੱਖੀ ਹੈ ਜਿਹੜੇ ਤਰੀਕੇ ਨਾਲ, ਬਿਲਕੁਲ ਉਸੇ ਤਰੀਕੇ ਨਾਲ ਦੂਸਰੀ ਭਾਸ਼ਾ ਸਿੱਖਣੀ, ਉਹਨੂੰ ਕਿਹਾ ਜਾਂਦਾ ਹੈ ਪ੍ਰਤੱਖ ਭਾਸ਼ਾ ਵਿਧੀ। ਹੁਣ ਇਹ ਸਰ ਕਿਵੇਂ ਸਿੱਖੀ ਜਾਊਗੀ? ਆਪਣੇ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਬਾਹਰ ਵਿਦੇਸ਼ਾਂ ਦੇ ਵਿੱਚ ਜਾਂਦੇ ਆ, ਉਹ ਕੀ ਹੈ ਜ਼ਿਆਦਾਤਰ ਇਸ ਵਿਧੀ ਦੇ ਨਾਲ ਭਾਸ਼ਾ ਨੂੰ ਸਿੱਖਦੇ ਆ, ਉੱਧਰ ਦੀ ਭਾਸ਼ਾ ਨੂੰ, ਅੰਗਰੇਜ਼ੀ ਨੂੰ। ਉਹਨਾਂ ਦੇ ਵਿੱਚ ਕੀ ਹੈ ਦੇਖੋ ਜੀ, ਸਾਰੇ ਜੋ ਉਹਨਾਂ ਨੇ ਜਿਨ੍ਹਾਂ ਲੋਕਾਂ ਦੇ ਨਾਲ ਰਹਿਣਾ ਹੈ, ਮੰਨ ਲਓ ਕੋਈ ਬੰਦਾ ਇੰਡੀਆ ਦਾ ਬਾਹਰ ਗਿਆ ਵਿਦੇਸ਼,
ਉਹ ਬਾਹਰ ਅੰਗਰੇਜ਼ਾਂ ਦੇ ਨਾਲ ਹੀ ਰਹਿਣ ਲੱਗ ਗਿਆ। ਹੁਣ ਅੰਗਰੇਜ਼ ਆਪਦੀ ਮਾਤ ਭਾਸ਼ਾ ਬੋਲਦੇ ਆ ਅੰਗਰੇਜ਼ੀ, ਅੰਗਰੇਜ਼ਾਂ ਦੀ ਮਾਤ ਭਾਸ਼ਾ ਅੰਗਰੇਜ਼ੀ, ਉਹਨਾਂ ਦੇ ਵਿੱਚ ਉਹ ਬੰਦਾ ਵਿਚਰ ਰਿਹਾ ਜੀ, ਉਹਨਾਂ ਦੇ ਵਿੱਚ ਹੀ ਉਹਨਾਂ ਦਾ ਰਹਿਣਾ ਸਹਿਣਾ, ਉਹਨਾਂ ਦੇ ਵਿੱਚ ਹੀ ਖਾਣਾ ਪੀਣਾ ਹੈ। ਤਾਂ ਉਦੋਂ ਕੀ ਹੈ, ਉਹ ਪ੍ਰਤੱਖ ਭਾਸ਼ਾ ਵਿਧੀ ਦੇ ਰੂਪ ਵਿੱਚ ਉਹਨਾਂ ਦੀ ਭਾਸ਼ਾ ਜਿਹੜੀ ਉਹ ਸਿੱਖ ਜਾਵੇਗਾ। ਜਿੱਥੇ ਜਦੋਂ ਬੱਚੇ ਨੇ, ਜਦੋਂ ਅਸੀਂ ਆਪਣੀ ਮਾਤ ਭਾਸ਼ਾ ਇੱਕ ਅਜਿਹੇ ਬੰਦੇ ਤੋਂ ਸਿੱਖੀ ਹੈ ਜੋ ਪਹਿਲਾਂ ਤੋਂ ਹੀ ਮਾਤ ਭਾਸ਼ਾ ਦੇ ਵਿੱਚ ਐਕਸਪਰਟ ਹੈ, ਸਾਡੀ ਮਾਂ ਹੈ ਜਿਹੜੀ, ਉਹ ਪਹਿਲਾਂ ਤੋਂ ਸਾਡੀ ਮਾਤ ਭਾਸ਼ਾ ਜਾਣਦੀ ਹੈ, ਅਸੀਂ ਉਹਦੇ ਕੋਲੋਂ ਸਿੱਖੀ ਹੈ। ਜਦੋਂ ਕੋਈ ਮੰਨ ਲਓ ਅੰਗਰੇਜ਼ ਬੰਦਾ ਪਹਿਲਾਂ ਤੋਂ ਆਪਣੀ ਮਾਂ ਬੋਲੀ ਜਾਣਦਾ ਹੈ, ਆਪਾਂ ਉਹਦੇ ਕੋਲੋਂ ਸਿੱਧੀ ਸਿੱਖੀ ਹੈ, ਸਿੱਧੀ ਗ੍ਰਹਿਣ ਕੀਤੀ, ਉਹਨੂੰ ਕਿਹਾ ਜਾਂਦਾ ਹੈ ਪ੍ਰਤੱਖ ਭਾਸ਼ਾ ਵਿਧੀ। ਮਾਤ ਭਾਸ਼ਾ ਵਾਂਗ ਦੂਸਰੀ ਭਾਸ਼ਾ ਨੂੰ ਸਿੱਖਣਾ, ਦੂਸਰੀ ਅਪ੍ਰਤੱਖ ਵਿਧੀ, ਇਨਡਾਇਰੈਕਟ ਮੈਥਡ ਦਾ ਮਤਲਬ ਹੈ ਕਿ ਮਾਤ ਭਾਸ਼ਾ ਦੇ ਮਾਧਿਅਮ ਦੁਆਰਾ ਦੂਸਰੀ ਭਾਸ਼ਾ ਸਿੱਖਣੀ। ਮਾਤ ਭਾਸ਼ਾ ਵਾਂਗ ਦੂਸਰੀ ਭਾਸ਼ਾ ਸਿੱਖਣੀ ਪ੍ਰਤੱਖ ਭਾਸ਼ਾ ਵਿਧੀ, ਤੇ ਮਾਤ ਭਾਸ਼ਾ ਦੇ ਮਾਧਿਅਮ ਦੁਆਰਾ ਮਾਤ ਭਾਸ਼ਾ ਨੂੰ ਸਾਧਨ ਰੂਪ ਵਿੱਚ ਵਰਤ ਕੇ ਦੂਸਰੀ ਭਾਸ਼ਾ ਸਿੱਖਣੀ, ਉਹਨੂੰ ਕਿਹਾ ਜਾਂਦਾ ਹੈ ਅਪ੍ਰਤੱਖ ਵਿਧੀ। ਜਿਹੜੀ ਭਾਸ਼ਾ ਆਪਾਂ ਬੱਚੇ ਨੂੰ ਸਿਖਾਉਣੀ ਹੈ, ਮੰਨ ਲਓ ਬੱਚੇ ਦੀ ਜਿਹੜੀ ਮਾਤ ਭਾਸ਼ਾ ਹੈ ਉਹ ਤਾਂ ਹੈਗੀ ਹੈ ਪੰਜਾਬੀ, ਬੱਚੇ ਨੂੰ ਆਪਾਂ ਸਿਖਾਉਣੀ ਹੈ ਅੰਗਰੇਜ਼ੀ, ਤਾਂ ਕੀ ਕਰੇਗਾ ਅਧਿਆਪਕ, ਮਾਤ ਭਾਸ਼ਾ ਦੀ ਸਹਾਇਤਾ ਲਵੇਗਾ। ਜੋ ਅੰਗਰੇਜ਼ੀ ਦੇ ਕੁਝ ਸ਼ਬਦ, ਕੁਝ ਵਾਕ, ਕੁਝ ਸ਼ਬਦ, ਕੁਝ ਵਾਕ, ਇਹਨਾਂ ਨੂੰ ਉਸ ਦੀ ਮਾਤ ਭਾਸ਼ਾ ਦੇ ਵਿੱਚ ਉਹਨਾਂ ਨੂੰ ਲਿਖ ਦੇਗਾ, ਮਾਤ ਭਾਸ਼ਾ ਨਾਲ ਲਿਖ ਦੇਵੇਗਾ। ਜਿਵੇਂ ਉੱਪਰ ਅੰਗਰੇਜ਼ੀ ਦਾ ਵਾਕ ਲਿਖਤਾ, ਥੱਲੇ ਉਹਦੀ ਮਾਂ ਬੋਲੀ ਦਾ ਵਾਕ ਲਿਖਤਾ। ਉਹਦੇ ਨਾਲ ਕੀ ਹੈ, ਜਦੋਂ ਉਸ ਤਰੀਕੇ ਨਾਲ ਬੱਚਾ ਸਿੱਖਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਅਪ੍ਰਤੱਖ ਭਾਸ਼ਾ ਵਿਧੀ, ਇਨਡਾਇਰੈਕਟ ਮੈਥਡ। ਇੱਕ ਹੋਰ ਹੈ ਜੀ ਸੰਰਚਨਾਤਮਕ ਵਿਧੀ। ਸੰਰਚਨਾਤਮਕ ਵਿਧੀ ਦਾ ਮਤਲਬ ਹੈ ਕਿ ਜਦੋਂ ਕੋਈ ਭਾਸ਼ਾ ਮੰਨ ਲਓ ਬੱਚੇ ਨੂੰ ਸਿਖਾਉਣੀ ਹੈ, ਮੰਨ ਲਓ ਕਿਸੇ ਵਿਅਕਤੀ ਨੂੰ ਆਪਾਂ ਭਾਸ਼ਾ ਸਿਖਾਉਣੀ ਹੈ ਕੋਈ ਵੀ, ਤਾਂ ਉਹ ਸਾਰੀ ਭਾਸ਼ਾ ਨਹੀਂ ਸਿਖਾਉਣੀ ਉਹਨੂੰ, ਉਹਦੇ ਵਿੱਚੋਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੇ ਵਾਕ, ਸ਼ਬਦ, ਇਹ ਚੀਜ਼ਾਂ ਉਹਨੂੰ ਸਿਖਾਉਣੀਆਂ ਜੀ ਆਪਾਂ। ਇਸੇ ਕਰਕੇ ਵਾਕਾਂ ਦੀ ਸੰਰਚਨਾ ਦੇ ਉੱਪਰ ਬਹੁਤ ਜ਼ਿਆਦਾ ਇਸ ਵਿਧੀ ਦੇ ਵਿੱਚ ਜ਼ੋਰ ਦਿੱਤਾ ਜਾਂਦਾ ਹੈ। ਸੰਰਚਨਾਤਮਕ ਵਿਧੀ ਦੇ ਵਿੱਚ, ਸੰਰਚਨਾਤਮਕ ਵਿਧੀ ਦੇ ਵਿੱਚ ਸੰਰਚਨਾ ਸ਼ਬਦ ਦਾ ਮਤਲਬ ਹੈ ਵਾਕਾਂ ਦੀ ਰਚਨਾ। ਵਾਕਾਂ ਦੇ ਰੂਪ ਵਿੱਚ ਉਸ ਬੱਚੇ ਨੂੰ ਕੀ ਹੈ ਕਿ ਜਿਹੜੇ ਬੱਚੇ ਨੂੰ ਆਪਾਂ, ਜਿਹੜੇ ਵਿਅਕਤੀ ਨੂੰ ਭਾਸ਼ਾ ਜਿਹੜੀ ਸਿਖਾਉਣੀ ਹੈ, ਉਸ ਦੇ ਵਿੱਚ ਵੱਧ ਤੋਂ ਵੱਧ ਉਹਨੂੰ ਵਾਕਾਂ ਦੀ ਰਚਨਾ, ਵਾਕਾਂ ਦੀ ਸੰਰਚਨਾ ਵੱਧ ਤੋਂ ਵੱਧ ਆਪਾਂ ਉਹਨੂੰ ਵਾਕਾਂ ਦੇ ਰੂਪ ਵਿੱਚ ਦੱਸਣਾ। ਕਿਉਂ? ਕਿਉਂਕਿ ਬੋਲਣ ਦੀ ਇਕਾਈ ਹਨ ਵਾਕ। ਆਪਾਂ ਉਸ ਨੂੰ ਕੀ ਕਰਨਾ, ਭਾਸ਼ਾ ਬੋਲਣੀ ਸਿਖਾਉਣੀ ਹੈ ਜੀ। ਆਪਾਂ ਵਿਚਾਰ ਵਟਾਂਦਰਾ ਹੀ ਤਾਂ ਸਿਖਾਉਣਾ ਉਹਨੂੰ, ਵੀ ਉਹ ਬੋਲਣੀ ਸਿੱਖ ਗਿਆ, ਬਸ ਇੰਨਾ ਹੀ ਸਿਖਾਉਣਾ। ਆਪਾਂ ਬੋਲਣੀ ਸਿਖਾਉਣੀ ਹੈ ਜਦੋਂ, ਤਾਂ ਵਾਕਾਂ ਦੀ ਸੰਰਚਨਾ ਦੇ ਉੱਪਰ ਹੀ ਜ਼ੋਰ ਕਿਉਂ ਦਿੱਤਾ ਜਾਂਦਾ ਹੈ, ਸ਼ਬਦਾਂ ਜਾਂ ਅੱਖਰਾਂ ਦੀ ਸੰਰਚਨਾ ਦੇ ਉੱਪਰ ਕਿਉਂ ਨਹੀਂ? ਕਿਉਂ? ਕਿਉਂਕਿ ਬੋਲਣ ਦੀ ਇਕਾਈ ਵਾਕ ਹਨ। ਸੋ ਬੋਲਣ ਦੀ ਇਕਾਈ ਵਾਕ ਹੋਣ ਕਰਕੇ ਵਾਕਾਂ ਦੀ ਸੰਰਚਨਾ ਉੱਪਰ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ ਜੀ। ਮੌਖਿਕ ਕਾਰਜ ਨੂੰ ਆਧਾਰ ਬਣਾ ਕੇ ਭਾਸ਼ਾ ਦਾ ਅਧਿਆਪਨ ਕੀਤਾ ਜਾਂਦਾ ਹੈ। ਬਸ ਮੌਖਿਕ ਰੂਪ ਦੇ ਵਿੱਚ ਵਾਕਾਂ ਦੀ ਜਿਹੜੀ ਸੰਰਚਨਾ ਹੈ ਉਸ ਨੂੰ ਲਿਖਿਤ ਰੂਪ ਦੇ ਵਿੱਚ ਨਹੀਂ ਪੜ੍ਹਾਇਆ ਜਾਂਦਾ, ਸਿਰਫ ਮੌਖਿਕ ਰੂਪ ਦੇ ਵਿੱਚ ਹੀ ਉਸ ਨੂੰ, ਜ਼ਬਾਨੀ ਰੂਪ ਦੇ ਵਿੱਚ ਹੀ ਉਸ ਨੂੰ ਯਾਦ ਕਰਵਾਈਆਂ ਜਾਂਦੀਆਂ ਨੇ ਚੀਜ਼ਾਂ। ਸਾਰਾ ਦਿਨ ਦੇ ਵਿੱਚ ਜੋ ਉਸਨੇ ਵਾਕ ਜਾਂ ਕੋਈ ਸ਼ਬਦ ਵਰਤਣੇ ਨੇ, ਉਹਨਾਂ ਨੂੰ, ਉਹਨਾਂ ਸ਼ਬਦਾਂ ਨੂੰ ਵਾਕਾਂ ਦੇ ਰੂਪ ਵਿੱਚ ਇਕੱਠਾ ਕਰਕੇ ਤੇ ਵਾਕਾਂ ਦੇ ਉੱਪਰ, ਵਾਕਾਂ ਦੀ ਸੰਰਚਨਾ ਉੱਪਰ ਵਿਸ਼ੇਸ਼ ਕਰਕੇ ਜ਼ੋਰ ਦਿੱਤਾ ਜਾਂਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਜੀ ਸੰਰਚਨਾਤਮਕ ਵਿਧੀ। ਇੱਕ ਹੋਰ ਹੈ ਜੀ ਸਾਡੀ ਭਾਸ਼ਾ ਪ੍ਰਯੋਗਸ਼ਾਲਾ। ਭਾਸ਼ਾ ਪ੍ਰਯੋਗਸ਼ਾਲਾ ਹੈ ਜਿਹੜੀ, ਭਾਸ਼ਾ ਪ੍ਰਯੋਗਸ਼ਾਲਾ, ਇਹਦਾ ਪ੍ਰਸ਼ਨ ਸ਼ਾਇਦ ਪਿਛਲੀ ਵਾਰੀ ਆਇਆ ਸੀ ਤੇ ਮੈਨੂੰ ਲੱਗਦਾ ਇਹ ਡਿਲੀਟ ਹੋ ਗਿਆ ਸੀਗਾ। ਕਾਰਨ ਕੀ ਸੀ? 1966 ਅਮਰੀਕਾ, ਆਹ ਕਾਰਨ ਸੀ ਇਹਦਾ। ਅਮਰੀਕਾ, ਲਓ ਜੀ ਅਮਰੀਕਾ, 1966 ਅਮਰੀਕਾ ਦੇ ਵਿੱਚ ਇਹਦਾ ਨਿਰਮਾਣ ਹੋਇਆ ਜੀ ਭਾਸ਼ਾ ਪ੍ਰਯੋਗਸ਼ਾਲਾ ਦਾ। ਮੈਨੂੰ ਲੱਗਦਾ ਵੀ ਇੱਥੇ ਜਿਹੜਾ ਆਪਸ਼ਨ ਸੀ ਨਾ ਉਹਦੇ 'ਚ 1960 ਦੇ ਰੱਖਿਆ ਸੀ, ਇਸ ਕਰਕੇ ਸ਼ਾਇਦ ਡਿਲੀਟ ਹੋ ਗਿਆ ਹੋਣਾ ਹੈ। ਭਾਸ਼ਾ ਪ੍ਰਯੋਗਸ਼ਾਲਾ ਦਾ ਜਿਹੜਾ ਨਿਰਮਾਣ ਹੈ 1966 ਅਮਰੀਕਾ ਦੇ ਵਿੱਚ ਹੋਇਆ। ਇਹ ਇੱਕ ਤਕਨੀਕੀ ਕਾਰਜਸ਼ਾਲਾ ਹੈ ਜੀ। ਇਹਦੇ ਵਿੱਚ ਟੈਕਨੀਕਲ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ, ਟੈਕਨੀਕਲ ਤਰੀਕੇ ਦੇ ਨਾਲ ਬੱਚੇ ਨੂੰ ਭਾਸ਼ਾ ਸਿਖਾਈ ਜਾਂਦੀ ਹੈ। ਇਸੇ ਕਰਕੇ ਇਸ ਨੂੰ ਭਾਸ਼ਾ ਦੀ ਕਾਰਜਸ਼ਾਲਾ ਵੀ ਕਿਹਾ ਜਾਂਦਾ ਹੈ। ਭਾਸ਼ਾ ਪ੍ਰਯੋਗਸ਼ਾਲਾ ਨੂੰ ਭਾਸ਼ਾ ਦੀ ਕਾਰਿਆਸ਼ਾਲਾ ਵੀ ਆਖਿਆ ਜਾਂਦਾ ਹੈ, ਕਾਰਜਸ਼ਾਲਾ ਵੀ ਆਖਿਆ ਜਾਂਦਾ ਹੈ। ਇਸ ਭਾਸ਼ਾ ਪ੍ਰਯੋਗਸ਼ਾਲਾ ਦੀ ਵਰਤੋਂ ਕਿਉਂ ਹੋਈ ਹੈ ਜੀ? ਵਿਅਕਤੀਗਤ ਸਿੱਖਿਆ ਅਤੇ ਸਮੂਹਿਕ ਸਿੱਖਿਆ ਦੇ ਵਿੱਚ ਸੁਮੇਲ ਕਰਨ ਵਾਸਤੇ। ਵਿਅਕਤੀਗਤ ਸਿੱਖਿਆ ਵੀ ਬੱਚੇ ਨੂੰ ਦੇਣੀ ਹੈ, ਸਮੂਹਿਕ ਸਿੱਖਿਆ ਜਮਾਤ ਦੇ ਰੂਪ ਵਿੱਚ ਵੀ ਦੇਣੀ ਹੈ, ਕਿਉਂਕਿ ਦੋਨੋਂ ਤਰੀਕੇ ਨੇ। ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸਮਾਵੇਸ਼ੀ ਸਿੱਖਿਆ ਜਿਹੜੀ ਸਰਕਾਰ ਨੇ ਸਾਡੀ ਨੇ ਲਾਗੂ ਕੀਤੀ ਹੈ, ਉਹਦੇ ਵਿੱਚ ਦੇਖੋ ਜੀ ਹਰ ਤਰ੍ਹਾਂ ਦਾ ਬਾਲਕ ਬੈਠਾ ਹੈ।
ਜਿਹੜਾ ਬਾਲਕ ਜਿਹੜਾ ਗੂੰਗਾ ਬਹਿਰਾ ਉਹ ਵੀ ਬਿਠਾ ਰੱਖਿਆ, ਜਿਹੜਾ ਇੱਕ ਨੋਰਮਲ ਬਾਲਕ ਹੈ ਉਹ ਵੀ ਉਸੇ ਕਲਾਸ ਦੇ ਵਿੱਚ ਹੀ ਬੈਠਾ ਹੈ ਨਾ। ਤਾਂ ਜਿਹੜਾ ਪੂਰਾ ਹੁਸ਼ਿਆਰ ਬਾਲਕ ਹੈ ਇੱਕ, ਤੇ ਉਹ ਵੀ ਜਿਹੜਾ ਜੀਨੀਅਸ ਬਾਲਕ ਹੈ ਉਹ ਵੀ ਉੱਥੇ ਬੈਠਾ ਹੈ ਉਸੇ ਕਲਾਸ ਦੇ ਵਿੱਚ। ਸੋ ਉਸ ਦੇ ਆਧਾਰ 'ਤੇ ਵਿਅਕਤੀਗਤ ਸਿੱਖਿਆ ਵੀ ਜ਼ਰੂਰੀ ਹੈ ਅਤੇ ਸਮੂਹਿਕ ਸਿੱਖਿਆ ਵੀ ਦੇਣੀ ਜ਼ਰੂਰੀ ਹੈ। ਇਕੱਲੇ ਇਕੱਲੇ ਨੂੰ ਸਿੱਖਿਆ ਇੰਨੀ ਵੀ ਨਹੀਂ ਦਿੱਤੀ ਜਾ ਸਕਦੀ, ਉਹਨੂੰ ਸਮੂਹਿਕ ਰੂਪ ਦੇ ਵਿੱਚ ਵੀ ਪੜ੍ਹਾਉਣਾ ਹੈ ਅਤੇ ਹਰ ਬੱਚੇ ਦੇ ਉੱਪਰ ਵਿਅਕਤੀਗਤ ਰੂਪ ਦੇ ਵਿੱਚ ਵੀ ਧਿਆਨ ਦੇਣਾ ਹੈ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਵਿਅਕਤੀਗਤ ਸਿੱਖਿਆ, ਇੰਡੀਵਿਜੂਅਲ ਲਰਨਿੰਗ ਅਤੇ ਸਮੂਹਿਕ ਸਿੱਖਿਆ ਜਿਹੜੀ ਕਲਾਸ ਲਰਨਿੰਗ ਹੈ ਜਿਹੜੀ, ਉਹਨਾਂ ਦੋਨਾਂ ਦੇ ਵਿੱਚ ਸੰਬੰਧ ਸੁਮੇਲ ਸਥਾਪਿਤ ਕਰਨ ਵਾਸਤੇ ਭਾਸ਼ਾ ਪ੍ਰਯੋਗਸ਼ਾਲਾ ਦੀ ਜਿਹੜੀ ਵਰਤੋਂ ਉਹ ਕੀਤੀ ਗਈ ਸੀ। ਇਹਨੂੰ ਕਿਹਾ ਜਾਂਦਾ ਹੈ ਜੀ ਭਾਸ਼ਾ ਪ੍ਰਯੋਗਸ਼ਾਲਾ ਵਿਧੀ। ਇਹਦੇ ਉੱਪਰ ਆਪਾਂ ਇੱਕ ਪੂਰੀ ਕਲਾਸ ਲਵਾਂਗੇ ਭਾਸ਼ਾ ਪ੍ਰਯੋਗਸ਼ਾਲਾ ਵਿਧੀ ਦੇ ਉੱਪਰ। ਇਹਦਾ ਨਿਰਮਾਣ 1966 ਅਮਰੀਕਾ ਦੇ ਵਿੱਚ ਹੋਇਆ। ਇਹਦੇ ਵਿੱਚ ਕਿਵੇਂ ਵਰਕ ਕਰਦੇ ਆ, ਕਿਵੇਂ ਇੱਕ ਕਮਰੇ ਦੇ ਵਿੱਚ ਪਾਰਟੀਸ਼ਨ ਲੱਗੇ ਆ, ਹਰ ਬੱਚਾ ਅਲੱਗ-ਅਲੱਗ ਬੈਠਾ ਹੈ, ਇੱਕੋ ਸਮੇਂ ਅਧਿਆਪਕ ਜਿਹੜਾ ਸਾਹਮਣੇ ਬੈਠਾ ਹੈ ਇੱਕੋ ਸਮੇਂ ਇੱਕ ਬੱਚੇ ਦੇ ਨਾਲ ਆਪਣਾ ਸੰਪਰਕ ਸਥਾਪਿਤ ਕਰ ਸਕਦਾ ਹੈ, ਕਿਉਂਕਿ ਉਸ ਬੱਚੇ ਦੇ ਜਿਹੜੇ ਹੈੱਡਫੋਨ ਨੇ, ਗ੍ਰਾਮੋਫੋਨ ਹੈ ਉਹਦੇ ਕੋਲ, ਉਸ ਬੱਚੇ ਦੇ ਕੋਲ ਲਿੰਗਵਾ ਫੋਨ ਹੈ, ਜਿਵੇਂ ਰਿਕਾਰਡਰ ਹੈ, ਟੇਪ ਰਿਕਾਰਡਰ ਵੀ ਹੈ ਉਸ ਬੱਚੇ ਕੋਲ। ਇਸ ਤਰ੍ਹਾਂ ਦੀ ਸਿੱਖਣ ਸਿਖਾਉਣ ਸਮੱਗਰੀ ਹੈ। ਬੱਚਾ ਜਿਹੜਾ ਉਸ ਦੇ ਮਤਲਬ ਕੀ ਹੈ, ਕਮਰੇ ਦੇ ਵਿੱਚ ਫੱਟੀਆਂ ਲੱਗੀਆਂ ਹੋਈਆਂ ਨੇ, ਪਾਰਟੀਸ਼ਨ ਲੱਗੇ ਹੋਏ ਨੇ, ਹਰ ਬੱਚਾ ਅਲੱਗ-ਅਲੱਗ ਹੈ ਬੈਠਾ ਹੋਇਆ, ਇੱਕ ਦੂਜੇ ਨੂੰ ਨਹੀਂ ਵੇਖ ਸਕਦਾ ਬੱਚਾ, ਉਸ ਦਾ ਇੱਕ ਦੂਜੇ ਦੇ ਨਾਲ ਕੋਈ ਸੰਬੰਧ ਨਹੀਂ ਹੈ, ਪਰ ਸਾਰੇ ਬੱਚਿਆਂ ਦਾ ਇੱਕੋ ਸਮੇਂ ਅਧਿਆਪਕ ਦੇ ਨਾਲ ਸੰਬੰਧ ਹੈ ਅਤੇ ਇਕੱਲੇ ਬੱਚੇ ਦਾ ਵੀ ਉਸ ਅਧਿਆਪਕ ਦੇ ਨਾਲ ਸੰਬੰਧ ਹੈ ਜੋ ਸਾਹਮਣੇ ਬੈਠਾ ਉਹਨਾਂ ਨੂੰ ਇੰਸਟਰਕਸ਼ਨ ਕਰ ਰਿਹਾ, ਗਾਈਡੈਂਸ ਕਰ ਰਿਹਾ, ਗਾਈਡ ਕਰ ਰਿਹਾ। ਸੋ ਉਹਦੇ ਆਧਾਰ 'ਤੇ ਭਾਸ਼ਾ ਪ੍ਰਯੋਗਸ਼ਾਲਾ ਦੀ ਵੀ ਆਪਾਂ ਗੱਲ ਕਰਾਂਗੇ ਜੀ। ਅਗਲੀ ਜਮਾਤ ਦੇ ਵਿੱਚ ਆਪਾਂ ਜਿਹੜੇ ਸਾਡੇ 4 ਕੌਸ਼ਲ ਨੇ, ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ, ਉਹਨਾਂ ਦੀਆਂ ਵਿਧੀਆਂ ਬਾਰੇ ਆਪਾਂ ਗੱਲ ਕਰਾਂਗੇ ਜੀ। ਦੇਖੋ ਜੀ, ਪੰਜਾਬੀ ਭਾਸ਼ਾ ਅਧਿਆਪਨ ਦੀਆਂ ਵਿਧੀਆਂ ਦੀ ਜਿਹੜਾ ਇਹਨਾਂ ਦੇ ਨੋਟਸ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਬਕਾਇਦਾ ਅਵੇਲੇਬਲ ਕਰਵਾ ਦਿੱਤੇ ਜਾਣਗੇ। ਸੋ ਮੇਰੇ ਹੱਥ ਲਿਖਤ ਨੋਟਸ ਹੈ ਮੇਰੇ ਕੋਲ। ਸੋ ਲਿਖਾਈ ਹੈ ਜਿਹੜੀ ਮੇਰੀ, ਦੇਖੋ ਜੀ ਨੋਰਮਲ ਜੀ ਹੈ ਥੋੜ੍ਹੀ ਜੀ, ਪਰ ਮੈਨੂੰ ਲੱਗਦਾ ਤੁਸੀਂ ਸਮਝ ਜਾਓਗੇ, ਕੋਈ ਦਿੱਕਤ ਨਹੀਂ ਆਏਗੀ ਤੁਹਾਨੂੰ। ਅਤੇ ਨਾਲ ਜਿਹੜੀ ਇਹ ਸਾਡਾ ਟੈਲੀਗ੍ਰਾਮ 'ਤੇ ਜਿਹੜਾ ਚੈਨਲ ਹੈ ਆਪਣਾ, ਉਹਦੇ 'ਤੇ ਵੀ ਅਵੇਲੇਬਲ ਕਰਵਾ ਦਿੱਤੇ ਜਾਣਗੇ PDF ਦੇ ਰੂਪ ਵਿੱਚ। ਸੋ ਉੱਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ। ਇਹਨਾਂ ਦੇ ਵਿੱਚ ਸਭ ਤੋਂ ਵੱਡੀ ਧਿਆਨ ਰੱਖਣ ਵਾਲੀ ਗੱਲ ਤੁਸੀਂ ਇਹ ਰੱਖਣੀ ਹੈ, ਜਿੰਨਾ ਚਿਰ ਤੁਹਾਨੂੰ ਅਧਿਆਪਨ ਦੀਆਂ ਵਿਧੀਆਂ ਦੀ ਬੇਸਿਕ ਗੱਲ ਦਾ ਨਹੀਂ ਪਤਾ, ਤੁਸੀਂ ਅੱਗੇ ਕੁਝ ਵੀ ਕਰੀ ਜਾਓ, ਭਾਵੇਂ ਤੁਹਾਡਾ ਪ੍ਰਸ਼ਨ ਸਹੀ ਨਹੀਂ ਹੋਣਾ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਆਹ ਜਿਹੜੀਆਂ ਤੁਹਾਨੂੰ ਮੈਂ ਗੱਲਾਂ ਦੱਸੀਆਂ ਇਹ ਜਮਾਂ ਬੇਸਿਕ ਗੱਲਾਂ ਹੈ। ਬੇਸਿਕ ਗੱਲ ਜਦੋਂ ਪਤਾ ਹੈ, ਫਿਰ ਜਦੋਂ ਤੁਹਾਡੇ ਕਨਸੈਪਟ ਕਲੀਅਰ ਨੇ ਕਿਸੇ ਗੱਲ ਬਾਰੇ, ਤਾਂ ਉਦੋਂ ਤੁਸੀਂ ਉਸ ਨੂੰ ਵੱਡੇ ਰੂਪ ਦੇ ਵਿੱਚ ਪੜ੍ਹ ਸਕਦੇ ਹੋ। ਸੋ ਇੱਥੇ ਕੀ ਹੈ ਜੀ, ਦੇਖੋ ਜੀ, ਇਹਨੂੰ ਆਪਾਂ ਬੇਸਿਕ ਗੱਲਾਂ ਦਾ ਮੈਂ ਖਾਸ ਕਰਕੇ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ, ਕਿਉਂਕਿ ਬੱਚੇ ਵਾਰੀ ਕਈ ਵਾਰੀ ਮਾਈਂਡ ਦੇ ਵਿੱਚ ਕੋਈ ਨਾ ਕੋਈ ਸਵਾਲ ਆ ਜਾਂਦਾ, ਕੋਈ ਨਾ ਕੋਈ ਸਵਾਲ ਖੜਾ ਕਰ ਦਿੰਦੇ ਨੇ। ਸੋ ਉਹਨੂੰ ਆਪਾਂ ਉਹਨੂੰ ਪੂਰਾ ਮੱਦੇ ਨਜ਼ਰ ਰੱਖਦਿਆਂ ਹੋਇਆ ਹੀ ਮੈਂ ਤੁਹਾਡੇ ਸਵਾਲਾਂ ਦਾ ਪੂਰਾ ਧਿਆਨ ਰੱਖ ਕੇ ਹੀ ਇਹਨਾਂ ਵਿਧੀਆਂ ਨੂੰ ਮੈਂ ਤੁਹਾਨੂੰ ਪੜ੍ਹਾਇਆ ਹੈ। ਸੋ ਅਗਲੀ ਜਮਾਤ ਦੇ ਵਿੱਚ ਆਪਾਂ ਛੇਤੀ ਮਿਲਦੇ ਹਾਂ ਜੀ। ਰੱਬ ਰਾਖਾ, ਮਿਹਰਬਾਨੀ।